ਜਿਸ ਤਰ੍ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਕਿ ਪੰਜਾਬ ਵਿੱਚ ਜਾਂ ਭਾਰਤ ਵਿੱਚ ਕੀ ਕੁਛ ਘਟਨਾਵਾਂ ਘਟ ਰਹੀਆਂ ਨੇ, ਉਸ 'ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਤਨਾਮ ਸਿੰਘ ਜੀ ਸ਼ੇਰਗਿੱਲ ਸਾਲਮਾ ਤੋਂ, ਸ਼ਾਨਜੀਤ ਸਿੰਘ ਕਲੋਟੀ ਜੂਬਾ ਸਿਟੀ, ਗੁਰਦੀਪ ਸਿੰਘ ਬਿਰਦੀ ਕਲੋਬਸ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ 4082722500 ਉਹਨਾਂ ਦਾ ਫੋਨ ਨੰਬਰ ਹੈ ਜੀ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ, ਤੇ ਬਲਤੇਜ ਪੰਨੂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਨੈਕਸਲੀ ਹਮਲਾ ਹੋਇਆ ਸੀ ਤਾਂ ਉਸ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧੀ ਜੀ। ਇਹ ਕੱਲ ਜਿਹੜਾ ਜੀ ਇਸ ਤੁਸੀਂ ਕੱਲ ਇਸ ਸਾਲ ਦਾ ਸਭ ਤੋਂ ਵੱਡਾ ਜਿਹੜਾ ਹਮਲਾ ਕਿਹਾ ਜਾ ਰਿਹਾ ਜੀ, ਔਰ ਸਭ ਤੋਂ ਖੌਫਨਾਕ ਵੀ, ਜਿਹਦੇ ਵਿੱਚ CRPF ਦੇ ਹੁਣ ਤੱਕ ਜਿਹੜੀਆਂ ਖਬਰਾਂ ਆ ਰਹੀਆਂ ਨੇ ਜੀ, 2 ਦਰਜਨ ਤੋਂ ਉੱਪਰ ਜਵਾਨ ਜਿਹੜੇ ਆ ਉਹਨਾਂ ਦੀ ਮੌਤ ਹੋ ਚੁੱਕੀ ਆ, 25 ਦੇ ਕਰੀਬ ਜਿਹੜੀਆਂ ਦੀ ਉਹ ਡੈਥ ਹੋ ਚੁੱਕੀਆਂ ਨੇ। ਤੇ ਸੀਨੀਅਰ ਆਫਿਸਰ ਜਿਹੜੇ ਆ ਜੀ ਉਹ ਦੱਸਦੇ ਆ ਕਿ ਤਕਰੀਬਨ 7 ਜਾਂ 8 ਜਿਹੜੇ ਜਵਾਨ ਨੇ ਉਹ ਅਜੇ ਲਾਪਤਾ ਨੇ, ਉਹਨਾਂ ਦਾ ਕੋਈ ਜਿਹੜਾ ਜੀ ਉਹ ਪਤਾ ਨਹੀਂ ਆ ਕਿੱਥੇ ਆ। ਕੁਛ ਜਿਹੜੇ ਅੱਧੀ ਦਰਜਨ ਦੇ ਕਰੀਬ ਜਿਹੜੇ ਉਹ ਜ਼ਖਮੀ ਹੋਏ ਆ, ਕੁਛ ਇੱਕ ਨੂੰ ਹੈਲੀਕਾਪਟਰ ਦੇ ਰਾਹੀਂ ਨੇੜਲੇ ਜਿਹੜੇ ਹਸਪਤਾਲਾਂ ਦੇ ਵਿੱਚ ਲਿਜਾਇਆ ਗਿਆ। ਇੱਕ ਜਵਾਨ ਦੀ ਜਿਹੜੀ ਮੌਤ ਆ ਉਹ ਹੈਲੀਕਾਪਟਰ ਦੇ ਵਿੱਚ ਲਿਜਾਂਦਿਆਂ ਹੋਇਆ ਜਿਹੜੀ ਹੋਈ ਆ। ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਦੇ ਵਿੱਚ ਜਿਹੜਾ ਜੀ ਘਾਤ ਲਾ ਕੇ ਨਕਸਲੀਆਂ ਨੇ ਇਹ ਹਮਲਾ ਜਿਹੜਾ ਜੀ ਉਹ ਕੀਤਾ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜਾ ਕੰਪਨੀ ਕਮਾਂਡਰ ਜਿਹੜਾ ਕਿ ਇੰਸਪੈਕਟਰ ਰੈਂਕ ਦਾ ਅਧਿਕਾਰੀ ਸੀਗਾ, ਉਹ ਦਲ ਦੀ ਅਗਵਾਈ ਕਰ ਰਿਹਾ ਸੀਗਾ, ਉਹ ਵੀ ਇਸ ਹਮਲੇ ਦੇ ਵਿੱਚ ਜਿਹੜਾ ਉਹ ਮਾਰਿਆ ਗਿਆ। ਜਿਹੜੇ ਦਰਜਨ ਤੋਂ ਵੱਧ ਜਵਾਨ ਸੀਗੇ ਜਿਹੜੇ ਮਾਰੇ ਗਏ, ਉਹਨਾਂ ਤੋਂ ਹਥਿਆਰ ਵੀ ਜਿਹੜਾ ਜੀ ਇਹ ਲੁੱਟ ਕੇ ਲੈ ਗਏ, ਜਿਹੜੇ ਕਿ 74ਵੀਂ ਬਟਾਲੀਅਨ ਦੇ ਸਨ। ਤੇ ਉਹਨਾਂ ਨੂੰ ਨਕਸਲ ਵਿਰੋਧੀ ਜਿਹੜੀ ਫੋਰਸ ਬਣਾਈ ਹੋਈ ਆ ਉਹਦੇ ਵਿੱਚ ਜਿਹੜਾ ਜੀ ਸ਼ਾਮਲ ਕੀਤਾ ਗਿਆ ਸੀਗਾ। ਤੇ ਜਿਵੇਂ ਸਿਆਸੀ ਲੋਕਾਂ ਦੇ ਬਿਆਨ ਆਉਂਦੇ ਆ, ਉਹ ਸਾਰਿਆਂ ਦੇ ਆਏ ਨੇ ਜੀ। ਇਸ ਹਮਲੇ ਦੀ ਨਿਖੇਧੀ ਜਿਹੜੀ ਆ ਉਹ ਕੀਤੀ ਗਈ ਹੈ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਹੜੀਆਂ ਸਰਕਾਰਾਂ ਹੁੰਦੀਆਂ ਆ ਉਹਨਾਂ ਦੇ ਥੱਲੇ ਪੁਲਿਸ ਹੁੰਦੀ ਆ, ਉਹ ਉਹਨਾਂ ਦੇ ਲਾਅ ਐਂਡ ਆਰਡਰ ਚਲਾਉਂਦੀਆਂ। ਪਰ ਇੱਥੇ ਪੰਜਾਬ ਦੇ ਵਿੱਚ ਤਾਂ ਇਸ ਤਰ੍ਹਾਂ ਹੋ ਰਿਹਾ ਕਿ ਜਿਹੜੀ ਪੁਲਿਸ ਆ ਉਸ ਦੇ ਵਿਰੁੱਧ ਜਿਹੜੀ ਸਰਕਾਰ ਆ ਉਹੀ ਇਕੱਤਰ ਹੋਣ ਲੱਗੀ। ਐਕਚੁਅਲੀ ਜੀ ਜਿਹੜੇ ਕਾਂਗਰਸੀ ਜਿੱਤੇ ਨੇ ਜਾਂ ਜਿਹੜੇ 10 ਸਾਲ ਤੋਂ ਉਡੀਕ ਰਹੇ ਸੀਗੇ ਜੀ ਕਿ ਉਹਨਾਂ ਦੀ ਸਰਕਾਰ ਜਿਹੜੀ ਆ ਉਹ ਆਵੇ, ਫਿਰ ਉਹਨਾਂ ਦੀ ਜਿਹੜੀ ਉਹ ਚੱਲਣ ਲੱਗੇ। ਚਲਾਉਣੀ ਉਹ ਕਿਹੜੇ ਹਿਸਾਬ ਦੀ ਚਾਹੁੰਦੇ ਨੇ ਉਹ ਵੀ ਕਈ ਵੀਡੀਓ ਦੇ ਰੂਪ ਦੇ ਵਿੱਚ ਜਿਹੜੀ ਆ ਜੀ ਉਹ ਦੇਖੀ ਜਾ ਸਕਦੀ ਆ। ਪਰ ਇਹ ਵੀ ਗੱਲ ਮੰਨਣ ਵਾਲੀ ਆ ਕਿ ਜਦੋਂ ਕਿਸੇ ਇੱਕ ਪਾਰਟੀ ਦਾ 2 ਵਾਰੀ ਰਾਜ ਰਹਿੰਦਾ, 10 ਸਾਲ ਜਿਹੜਾ ਦੀ ਉਹ ਰਾਜ ਕੀਤਾ ਉਹਨਾਂ ਦਾ ਗਲਬਾ ਜਿਹੜਾ ਦੀ ਉਹ ਅਫਸਰਾਂ ਦੇ ਉੱਤੇ ਝਰੋਕਣਾ ਰਹਿੰਦਾ। ਜਿਹੜੇ ਕਾਂਗਰਸੀ ਆ ਉਹ ਇਹ ਕਹਿੰਦੇ ਆ ਕਿ ਸਾਡੀ ਤਾਂ ਕੋਈ ਸੁਣਵਾਈ ਨਹੀਂ ਹੋ ਰਹੀ, ਸਾਨੂੰ ਜਿਹੜੇ ਅਫਸਰ ਨੇ ਉਹ ਜਾਂ ਤਾਂ ਬਾਹਰ ਬਿਠਾ ਦਿੰਦੇ ਆ ਜਾਂ ਫਿਰ ਬਿਨਾਂ ਕੰਮ ਕੀਤੇ ਤੋਂ ਟਾਲ ਦਿੰਦੇ ਆ। ਇਹ ਕਾਂਗਰਸੀ ਜਿਹੜੇ ਨੇ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਕੋਲੇ ਸ਼ਿਕਾਇਤਾਂ ਲੈ ਕੇ ਗਏ ਨੇ, ਜਿਹੜੇ ਇਸ ਵੇਲੇ ਦਿੱਲੀ ਨੇ। ਦਿੱਲੀ ਦੇ ਵਿੱਚ ਜਿਹੜੇ ਕਈ ਵਿਧਾਇਕ ਤੇ ਇਹਨਾਂ ਦੇ ਵਿੱਚ ਇੱਕ ਮੈਂਬਰ ਪਾਰਲੀਮੈਂਟ ਵੀ ਜਿਹੜਾ ਜੀ ਉਹ ਦੱਸਿਆ ਜਾਂਦਾ, ਉਹਨਾਂ ਨੇ ਜਾ ਕੇ ਇਹ ਗੱਲ ਕਹੀ ਆ ਕਿ ਅਕਾਲੀਆਂ ਦੇ ਕੰਮ ਉਸੇ ਤਰੀਕੇ ਨਾਲ ਹੋਈ ਜਾਂਦੇ ਆ, ਸਾਨੂੰ ਜਿਹੜੇ ਇਹ ਪੁਲਿਸ ਅਫਸਰ ਆ ਪੁੱਛਣ ਦੇ ਵਾਸਤੇ ਤਿਆਰ ਨਹੀਂ, ਸਾਡੇ ਕੰਮ ਜਿਹੜੇ ਆ ਉਹ ਕਰਨ ਦੇ ਵਾਸਤੇ ਤਿਆਰ ਨਹੀਂਗੇ। ਤੇ ਥਾਂ ਥਾਂ ਦੇ ਉੱਤੇ ਤਬਦੀਲੀ ਦੀ ਜਿਹੜੀ ਆ ਜੀ ਉਹ ਮੰਗ ਕੀਤੀ। ਇਹਨਾਂ ਨੇ ਇਹ ਵੀ ਕਿਹਾ ਜੀ ਕਿ ਇੱਕ ਜਿਹੜਾ ਜੀ ਕਮਿਸ਼ਨਰ ਆ ਉਹਦੀ ਬੋਲਬਾਣੀ ਜਿਹੜੀ ਆ ਉਹਨੂੰ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਦੱਸਿਆ ਗਿਆ ਕਿ ਕਿਹੜੇ ਤਰੀਕੇ ਦੇ ਨਾਲ ਉਹ ਰਾਜਨੀਤਿਕ ਲੋਕਾਂ ਨੂੰ ਬੋਲਦਾ। ਰਾਤ ਲੇਟ ਨਾਈਟ ਜਿਹੜੇ ਆ ਜੀ ਕਈ ਤਬਾਦਲੇ ਇਸ ਮੀਟਿੰਗਾਂ ਤੋਂ ਬਾਅਦ ਜਿਹੜੇ ਆ ਪੰਜਾਬ ਦੇ ਵਿੱਚ ਕੀਤੇ ਗਏ ਆ, ਜਿਹਦੇ ਵਿੱਚ ਕੁਝ ਜ਼ਿਲ੍ਹਿਆਂ ਦੇ SSPs ਵੀ ਬਦਲੇ ਗਏ ਆ। ਉੱਪਰਲੇ ਰੈਂਕ ਦੇ ਜਿਹੜੇ ਆਫਿਸਰ ਨੇ ਉਹਨਾਂ ਦੇ ਵੀ ਤਬਾਦਲੇ ਜਿਹੜੇ ਆ ਉਹ ਕੀਤੇ ਗਏ ਆ। ਹੁਣ ਇਹਨਾਂ ਤਬਾਦਲਿਆਂ ਤੋਂ ਬਾਅਦ ਜਿਹੜੇ ਕਾਂਗਰਸੀ ਨੇ ਉਹ ਸੁੱਖ ਦਾ ਸਾਹ ਲੈਂਦੇ ਨੇ ਜਾਂ ਫਿਰ ਸ਼ਿਕਾਇਤਾਂ ਉਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਕਰੀ ਜਾਂਦੇ ਆ। ਇਹਦੇ ਵਾਸਤੇ ਤਾਂ ਜਿਹੜਾ ਜੀ ਉਹ ਇੰਤਜ਼ਾਰ ਹੀ ਕਰਨਾ ਪਊਗਾ। ਪਰ ਇੰਨਾ ਜ਼ਰੂਰ ਹੈ ਕਿ ਇੱਕ ਵੀਡੀਓ ਜਿਹੜੀ ਪਿਛਲੇ 2 ਦਿਨ ਤੋਂ ਵਾਇਰਲ ਹੋਈ ਸੀ, ਜਿਹੜੇ ਕਿ ਰਮਨਜੀਤ ਸਿੰਘ ਸਿੱਕੀ ਹੋਰਾਂ ਦਾ ਨੇੜਲਾ ਸੀਗਾ ਜੀ ਭਲਵਾਨ ਇੱਕ, ਉਹਨੇ ਜਿਸ ਕਿਸਮ ਦੇ ਨਾਲ ਪੁਲਿਸ ਵਾਲਿਆਂ ਨੂੰ ਜਿਹੜੀਆਂ ਦੀ ਗਾਲਾਂ ਕੱਢੀਆਂ, ਮਾਮਲਾ ਉਹਦੇ ਉੱਤੇ ਵੀ ਦਰਜ ਹੋਇਆ। ਸੋ ਤੁਸੀਂ ਇਹ ਕਹਿ ਸਕਦੇ ਹੋ ਜੀ ਕਿ ਜਿਹੜੇ ਕਾਂਗਰਸ ਦੇ ਵਿੱਚ ਜਿਹੜੇ ਲੋਕ ਨੇ ਉਹ ਕੁਛ ਸ਼ਾਇਦ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਿਆਦਾ ਜਿਹੜੇ ਚਾਹੁੰਦੇ ਸੀ, ਜਿਹੜਾ ਉਹਨਾਂ ਨੂੰ ਮਿਲਿਆ ਨਹੀਂ ਅਜੇ ਤੱਕ ਜੀ। ਤੇ ਅੱਗੇ ਆਪਾਂ ਰੇਤ ਦੀ ਗੱਲ ਕਰੀਏ ਕਿ ਬਹੁਤ ਸਾਰੇ ਜਿਹੜੇ ਲੋਕ ਸੀਗੇ ਉਹ ਵੇਟ ਕਰ ਰਹੇ ਸੀ ਜਦ ਸਰਕਾਰ ਬਦਲੂਗੀ ਤਾਂ ਰੇਤ ਦੀਆਂ ਕੀਮਤਾਂ ਤੇ ਕੋਈ ਕੰਟਰੋਲ ਹੋਊਗਾ, ਪਰ ਰੇਤ ਦੀਆਂ ਕੀਮਤਾਂ ਤੇ ਹਜੇ ਵੀ ਸਰਕਾਰ ਤੋਂ ਕੰਟਰੋਲ ਨਹੀਂ ਹੋ ਰਿਹਾ।
ਐਕਚੁਅਲੀ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ ਜੀ ਉਹ ਮੁੱਖ ਮੰਤਰੀ ਵਜੋਂ ਉਹਨਾਂ ਨੇ ਸਹੁੰ ਚੁੱਕਣ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਮਾਫੀਆ ਜਿਹੜਾ ਹੈ ਜੀ ਉਹ ਹਰੇਕ ਕਿਸਮ ਦਾ ਬੰਦ ਕੀਤਾ ਜਾਊਗਾ। ਰੇਤ ਮਾਫੀਆ ਵੱਡੇ ਮਾਫੀਆਂ ਦੇ ਵਿੱਚੋਂ ਇੱਕ ਜਿਹੜਾ ਜੀ ਉਹ ਰਿਹਾ ਪਿਛਲੇ ਜਿਹੜੀ ਟਰਮ ਦੇ ਦੌਰਾਨ 2 ਟਰਮਾਂ ਦੇ ਦੌਰਾਨ ਸਰਕਾਰ ਦੀ। ਮੂੰਹ ਉਹਦਾ ਇੰਨਾ ਜਿਹੜਾ ਜੀ ਉਹ ਪੈ ਚੁੱਕਿਆ ਹੋਇਆ ਕਿ ਕਰੋੜਾਂ ਰੁਪਈਆ ਜਿਹੜਾ ਉਹਨੇ ਇਸ ਰੇਤ ਤੋਂ ਜਿਹੜਾ ਕਮਾਇਆ। ਔਰ ਜਿਹੜੀ ਸਰਕਾਰ ਆ ਉਹ ਇਹ ਚਾਹੁੰਦੀ ਆ ਕਿ ਇਹ ਜਿਹੜੀਆਂ ਜੀ ਇਹਨਾਂ ਦੀ ਈ ਬੋਲੀ ਜਿਹੜੀ ਆ ਉਹ ਕੀਤੀ ਜਾਵੇ, ਈ ਨਿਲਾਮੀ ਜਿਹੜੀ ਆ ਉਹ ਕੀਤੀ ਜਾਵੇ, ਜਿਹਦੇ ਨਾਲ ਸਰਕਾਰ ਕੋਲੇ ਪੈਸਾ ਆਊਗਾ ਔਰ ਇਹ ਕਿਸੇ ਮਾਫੀਏ ਦੇ ਹੱਥ ਜਿਹੜਾ ਜੀ ਉਹ ਨਹੀਂ ਜਾਊਗਾ। ਪਰ ਲੱਗਦਾ ਜੀ ਕਿਤੇ ਨਾ ਕਿਤੇ ਜਿਹੜੀ ਆ ਇਹ ਗੱਲਬਾਤ ਬਣ ਨਹੀਂ ਰਹੀ ਅਜੇ, ਜਿਹਦੇ ਕਰਕੇ ਜਿਹੜੀਆਂ ਰੇਤ ਦੀਆਂ ਕੀਮਤਾਂ ਨੇ ਉਹ ਸਰਕਾਰ ਦੇ ਵੱਸੋਂ ਬਾਹਰ ਹੋਈਆਂ ਪਈਆਂ ਨੇ ਤੇ ਲੋਕਾਂ ਦੇ ਕੰਮਕਾਰ ਜਿਹੜੇ ਆ ਜੀ ਉਹ ਸਾਰੇ ਖੜਦੇ ਨਜ਼ਰ ਆ ਰਹੇ ਨੇ। ਸਰਕਾਰ ਇਹ ਸਮਝਦੀ ਆ ਕਿ ਸਰਕਾਰ ਦੇ ਕੋਲੇ ਜਿਹੜੀਆਂ ਪਹਿਲਾਂ ਜਿਹੜੇ ਤਰੀਕੇ ਨਾਲ ਖੱਡਾਂ ਨਿਲਾਮ ਕੀਤੀਆਂ ਜਾਂਦੀਆਂ ਸੀ, ਕੋਈ 40-45 ਕਰੋੜ ਰੁਪਈਆ ਸਾਰਾ ਆਉਂਦਾ ਸੀਗਾ, ਸਰਕਾਰ ਇਹ ਸਮਝਦੀ ਹੈ ਕਿ 400 ਕਰੋੜ ਰੁਪਈਏ ਤੱਕ ਉਹਦੇ ਕੋਲੇ ਆ ਸਕਦਾ ਹੈ ਜੇ ਇਹਨਾਂ ਦੀ ਈ ਨਿਲਾਮੀ ਜਿਹੜੀ ਹੈ ਜੀ ਉਹ ਕੀਤੀ ਜਾਵੇ, ਬਿੱਡ ਜਿਹੜੀ ਉਹ ਲਵਾ ਕੇ। ਸਵਾਲ ਇਹ ਆ ਕਿ ਇਹਦੇ ਵਾਸਤੇ, ਇਸ ਢਾਂਚੇ ਨੂੰ ਬਦਲਣ ਦੇ ਵਾਸਤੇ, ਸਿਸਟਮ ਨੂੰ ਬਦਲਣ ਦੇ ਵਾਸਤੇ ਸਮਾਂ ਜਿਹੜਾ ਉਹ ਚਾਹੀਦਾ। ਸਮਾਂ ਹੈ ਨਹੀਂ, ਜਦੋਂ ਸਮਾਂ ਹੈ ਨਹੀਂ ਤਾਂ ਖੱਡਾਂ ਦੀ ਨਿਲਾਮੀ ਜਿਹੜੀ ਹੈ ਜੀ ਉਹ ਹੋ ਨਹੀਂ ਰਹੀ ਪ੍ਰੋਪਰ। ਤੇ ਜਿਹੜਾ ਇੱਕ ਗਰੁੱਪ ਵੱਡਾ ਜਿਹੜਾ ਕਾਂਗਰਸ ਦੇ ਵਿੱਚ ਵੀ ਹੈਗਾ, ਜਿਹੜਾ ਇਹ ਸਮਝਦਾ ਹੈ ਕਿ ਜੇ 10 ਸਾਲ ਅਕਾਲੀ ਲੁੱਟਦੇ ਰਹੇ, ਹੁਣ ਸਾਡੀ ਵਾਰੀ ਸੀ, ਅਸੀਂ ਇਹਨਾਂ ਖੱਡਾਂ ਦੇ ਉੱਤੇ ਕਬਜ਼ਾ ਕਰਨਾ ਸੀਗਾ, ਉਹ ਈ ਨਿਲਾਮੀ ਜਿਹੜੀ ਹੈ ਜੀ ਇਹਨੂੰ ਕਿਸੇ ਵੀ ਹਾਲਤ ਦੇ ਵਿੱਚ ਬਰਦਾਸ਼ਤ ਨਹੀਂ ਕਰਨਾ ਚਾਹੁੰਦਾ। ਇਹਦੇ ਵਿੱਚ ਪੰਜਾਬ ਦੀ ਅਫਸਰਸ਼ਾਹੀ ਵੀ ਕੁਝ ਜਿਹੜੀ ਹੈ ਜੀ ਹੈਗੀ ਆ, ਜਿਹੜੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਢੁੱਚੜਾ ਢਾ ਰਹੀ ਹੈ ਕਿ ਇਹ ਈ ਨਿਲਾਮੀ ਜਿਹੜੀ ਆ ਉਹ ਹੋਵੇ ਨਾ, ਜਿਹਦੇ ਨਾਲ ਜਿਹੜੀਆਂ ਰੇਤ ਦੀਆਂ ਕੀਮਤਾਂ ਨੇ ਉਹ ਇਸ ਵੇਲੇ ਅਸਮਾਨ ਛੂਹ ਰਹੀਆਂ ਨੇ ਔਰ ਆਮ ਬੰਦੇ ਦੇ ਜਿਹੜਾ ਜੀ ਉਹਦੇ ਵੱਸ ਤੋਂ ਬਾਹਰ ਹੋਈ ਪਈ ਆ ਰੇਤ ਜਿਹੜੀ ਉਹ ਖਰੀਦਣੀ। ਜਿਹੜੀ ਟਰਾਲੀ ਦੀ ਕੀਮਤ 4000 ਰੁਪਈਏ ਸੀ ਰੇਤਾ ਦੀ, ਤੁਸੀਂ ਹੈਰਾਨ ਹੋਵੋਗੇ ਉਹ ਵੱਧ ਕੇ 8000 ਰੁਪਈਏ ਤੱਕ ਜਿਹੜੀ ਆ ਜੀ ਉਹ ਚਲੇਗੀ ਆ। ਇਹਦੇ ਨਾਲ ਕੰਸਟਰਕਸ਼ਨ ਦੇ ਕੰਮ ਜਿਹੜੇ ਪਹਿਲਾਂ ਹੀ ਰੁਕੇ ਹੋਏ ਸੀ ਮਹਿੰਗੀ ਰੇਤਾ ਕਰਕੇ, ਉਹ ਰਹਿੰਦੇ ਖੁੰਦੇ ਵੀ ਜਿਹੜੇ ਆ ਜੀ ਉਹ ਠੱਪ ਹੋਣ ਵੱਲ ਨੂੰ ਤੁਰ ਪਏ ਨੇ। ਤੇ ਇਹਦਾ ਸਿੱਧਾ ਅਸਰ ਜਿਹੜਾ ਜੀ ਉਹ ਕਈਆਂ ਜਗ੍ਹਾ ਦੇ ਉੱਤੇ ਪੈਣਾ। ਸੀਮੈਂਟ ਵਾਲੇ ਨੇ, ਇੱਟਾਂ ਵਾਲੇ ਨੇ, ਭੱਠਿਆਂ ਵਾਲੇ, ਜਿਹੜੇ ਲੱਕੜ ਦਾ ਕੰਮ ਹੋ ਗਿਆ, ਲੋਹੇ ਦਾ ਹੋ ਗਿਆ, ਜਿਹੜੇ ਪੱਥਰ ਤੇ ਟਾਈਲਾਂ ਵਾਲੇ ਹੋ ਗਏ, ਉਹਨਾਂ ਤੋਂ ਜਿਹੜਾ ਸਰਕਾਰ ਨੂੰ ਰੈਵਨਿਊ ਆਉਂਦਾ ਟੈਕਸ ਦੇ ਰੂਪ ਦੇ ਵਿੱਚ, ਉਹ ਰੁਕ ਜਾਣਾ। ਤੇ ਸਭ ਤੋਂ ਵੱਡਾ ਜਿਹੜਾ ਮਜ਼ਦੂਰ ਤਬਕਾ ਹੈ, ਜਿਹੜਾ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਜਿਹੜਾ ਕਰਦਾ, ਉਹਦੇ ਉੱਤੇ ਵੀ ਸਿੱਧਮ ਸਿੱਧਾ ਇਹਦਾ ਅਸਰ ਜਿਹੜਾ ਜੀ ਪੈ ਰਿਹਾ। ਪਰ ਹਾਲ ਦੀ ਘੜੀ ਸਹੀ ਪੁੱਛੋ ਤਾਂ ਕੋਈ ਹੱਲ ਜਿਹੜਾ ਜੀ ਉਹ ਨਜ਼ਰ ਨਹੀਂ ਆ ਰਿਹਾ ਸਰਕਾਰ ਨੂੰ ਕਿ ਕਿਵੇਂ ਇਹ ਖੱਡਾਂ ਜਿਹੜੀਆਂ ਜੀ ਇਹਨਾਂ ਦੀ ਤੁਰੰਤ ਈ ਨਿਲਾਮੀ ਹੋਵੇ ਤੇ ਇਹ ਮਾਫੀਏ ਤੋਂ ਖਹਿੜਾ ਜਿਹੜਾ ਜੀ ਉਹ ਛੁੱਟੇ, ਫੇਰ ਰੇਤ ਦੀਆਂ ਕੀਮਤਾਂ ਕੰਟਰੋਲ ਹੋ ਸਕਦੀਆਂ ਨੇ। ਪਰ ਅਜੇ ਤਾਂ ਇਹਦੇ ਨਾਲ ਜੇ ਲੱਗੀ ਹੋਈ ਹੈ ਜੀ। ਬਿਲਕੁਲ ਜੀ, ਜੇ ਲੱਗੀ ਹੋਈ ਹੈ। ਸ਼ਾਇਦ ਇਹਨਾਂ ਨੂੰ ਇਸ ਚੀਜ਼ ਤੇ ਕੰਮ ਨਹੀਂ ਕੀਤਾ ਵੀ ਆਸ ਵੀ ਨਹੀਂ ਸੀ ਸ਼ਾਇਦ ਜਿੱਤਣਾ ਕਿ ਨਹੀਂ ਜਿੱਤਣਾ। ਤੇ ਅੱਗੇ ਆਪਾਂ ਖਾਲਸਾ ਯੂਨੀਵਰਸਿਟੀ ਦੀ ਗੱਲ ਕਰਦੇ ਸੀਗੇ, ਉਸ ਨੂੰ ਖਤਮ ਕਰਨ ਵਾਲੀ ਫਾਈਲ ਆ ਰਾਜਪਾਲ ਕੋਲ ਪਹੁੰਚੀ। ਇਹ ਜਿਹੜਾ ਜੀ ਮਾਮਲਾ ਕਾਫੀ ਚੱਲਦਾ ਰਿਹਾ ਡਿਊਰਿੰਗ ਇਲੈਕਸ਼ਨ ਵੀ। ਜਿਹੜਾ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵਾਅਦਾ ਕੀਤਾ ਸੀਗਾ ਕਿ ਖਾਲਸਾ ਕਾਲਜ ਜਿਹੜਾ ਜੀ ਉਹਨੂੰ ਫੇਰ ਖਾਲਸਾ ਕਾਲਜ ਬਣਾਇਆ ਜਾਊਗਾ, ਖਾਲਸਾ ਯੂਨੀਵਰਸਿਟੀ ਜਿਹੜੀ ਹੈ ਜੀ ਉਹ ਨਹੀਂ ਬਣੂਗੀ। ਆਰਡੀਨੈਂਸ ਪਿਛਲੇ ਦਿਨੀ ਜਿਹੜਾ ਜੀ ਉਹ ਜਾਰੀ ਕਰਤਾ ਸੀਗਾ ਸਰਕਾਰ ਨੇ। ਹੁਣ ਇਹ ਫਾਈਲ ਜਿਹੜੀ ਹੈ ਜੀ ਰਾਜਪਾਲ ਦੇ ਕੋਲੇ ਚਲੇਗੀ ਆ ਔਰ ਰਾਜਪਾਲ ਹੋਰਾਂ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਇਸ ਸੂਬੇ ਦੇ ਪੰਜਾਬ ਦੇ ਜਿਹੜੇ 2 ਵਿਰਾਸਤੀ ਕਾਲਜ ਨੇ, ਇੱਕ ਤਾਂ ਪਟਿਆਲੇ 'ਚ ਮਹਿੰਦਰਾ ਕਾਲਜ ਹੈ ਤੇ ਇੱਕ ਅੰਮ੍ਰਿਤਸਰ ਦੇ ਵਿੱਚ ਖਾਲਸਾ ਕਾਲਜ ਹੈ, ਇਹ ਦੁਬਾਰਾ ਫੇਰ ਇਹਦਾ ਵਿਰਾਸਤੀ ਜਿਹੜਾ ਜੀ ਉਹ ਦਰਜਾ ਬਹਾਲ ਹੋ ਜਾਊਗਾ। ਜਿਹੜੀ ਪਿਛਲੀ ਸਰਕਾਰ ਸੀ ਜੀ ਉਹਨੇ ਇਹਨੂੰ ਯੂਨੀਵਰਸਿਟੀ ਦੇ ਵਿੱਚ ਤਬਦੀਲ ਜਿਹੜਾ ਜੀ ਉਹ ਕਰ ਦਿੱਤਾ ਸੀਗਾ ਲੋਕਾਂ ਦੇ ਵਿਰੋਧ ਦੇ ਬਾਵਜੂਦ, ਕਿਉਂਕਿ ਇਹਦੇ ਉੱਤੇ ਕਾਬਜ਼ ਜਿਹੜਾ ਮਜੀਠੀਆ ਪਰਿਵਾਰ ਹੈ ਜੀ ਉਹਨੂੰ ਲੱਗਦਾ ਸੀਗਾ ਕਿ ਇਹਨੂੰ ਯੂਨੀਵਰਸਿਟੀ ਬਣਾ ਕੇ ਅਰਬਾਂ ਰੁਪਈਏ ਦੀ ਜਿਹੜੀ ਜ਼ਮੀਨ ਹੈ ਉਹਨੂੰ ਆਸੇ ਪਾਸੇ ਕੀਤਾ ਜਾ ਸਕਦਾ। ਸੋ ਹੁਣ ਇਹ ਜਿਹੜੀ ਫਾਈਲ ਹੈ ਜੀ ਪਹੁੰਚ ਗਈ ਰਾਜਪਾਲ ਦੇ ਦਫ਼ਤਰ ਦੇ ਵਿੱਚ। ਜਿਹੜੀ ਕਾਂਗਰਸ ਹੈ ਜੀ ਉਹ ਇਹ ਸਮਝਦੀ ਹੈ, ਕੈਪਟਨ ਅਮਰਿੰਦਰ ਸਿੰਘ ਹੋਰੀ ਸਮਝਦੇ ਨੇ ਕਿ ਜਿਹੜੀ ਕੰਧ ਸਾਂਝੀ ਆ ਯੂਨੀਵਰਸਿਟੀ ਦੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਆ, ਇਹਦੇ ਨਾਲ ਇੱਕ ਹੋਰ ਯੂਨੀਵਰਸਿਟੀ ਜਿਹੜੀ ਬਣਾਉਣ ਦੀ ਤੁੱਕ ਕੋਈ ਨਹੀਂ ਗੀ। ਜਿਹੜੇ ਕਿ ਉੱਥੇ ਪੜ੍ਹਨ ਵਾਲੇ ਜਿਹੜੇ ਸਾਬਕਾ ਵਿਦਿਆਰਥੀ ਨੇ ਵਿਸ਼ਵ ਭਰ ਦੇ ਵਿੱਚ ਉਹ ਰਹਿੰਦੇ ਨੇ, ਉਹਨਾਂ ਦਾ ਵੀ ਇਹ ਤਰਕ ਸੀਗਾ ਜੀ ਕਿ ਇਹਦੀ ਜਿਹੜੀ ਇੱਕ ਦਿੱਖ ਹੈ, ਜਿਹੜੀ ਇਤਿਹਾਸਕ ਦਿੱਖ ਹੈ,
ਉਹ ਜਿਉਂ ਦੀ ਤਿਉਂ ਰਹਿਣੀ ਚਾਹੀਦੀ ਆ। ਇਹ ਕਾਲਜ ਦੇ ਰੂਪ ਦੇ ਵਿੱਚ ਹੀ ਜਿਹੜਾ ਜੀ ਉਹ ਰਹਿਣਾ ਚਾਹੀਦਾ। ਦੂਜੇ ਪਾਸੇ ਜਿਹੜਾ ਮਜੀਠੀਆ ਪਰਿਵਾਰ ਹੈ ਜਿਹਦਾ ਇਹਦੇ ਉੱਤੇ ਕਬਜ਼ਾ ਹੈ, ਉਹ ਇਹ ਕਹਿੰਦਾ ਕਿ ਅਸੀਂ ਅਦਾਲਤੀ ਜਿਹੜਾ ਜੀ ਉਹ ਸਹਾਰਾ ਲਵਾਂਗੇ ਇਹਨੂੰ ਖਾਲਸਾ ਯੂਨੀਵਰਸਿਟੀ ਜਿਹੜੀ ਹੈ ਜੀ ਉਹ ਬਣਾਈ ਰੱਖਣ ਦੇ ਵਾਸਤੇ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਜਿਹੜਾ ਆਰਡੀਨੈਂਸ ਸਰਕਾਰ ਨੇ ਜਾਰੀ ਕੀਤਾ ਇਹਨੂੰ ਅਸੀਂ ਅਦਾਲਤ ਦੇ ਵਿੱਚ ਛੇਤੀ ਚੁਣੌਤੀ ਜਿਹੜੀ ਹੈ ਜੀ ਉਹ ਦੇਣ ਜਾ ਰਹੇ ਹਾਂ। ਹਾਂਜੀ, ਕੰਟਰੋਲ ਖੁੱਸਦਾ ਨਾ ਇਸ ਕਰਕੇ ਜੀ। ਅਤੇ ਅੱਗੇ ਆਪਾਂ ਗੱਲ ਕਰੀਏ ਅੱਤਵਾਦੀਆਂ ਅਤੇ ਗੈਂਗਸਟਰਾਂ ਦੀ, ਬਹੁਤ ਜ਼ਿਆਦਾ ਵੱਧ ਗਏ ਨੇ ਅਤੇ ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਨਵੀਂ ਟਾਸਕ ਫੋਰਸ ਦੀ ਤਿਆਰੀ। ਜਿਹੜੀ ਇਹਦੇ ਵਿੱਚ ਜਿਹੜੀਆਂ ਕੁਛ ਗੱਲਾਂ ਜਿਹੜੀਆਂ ਦੀ ਉਹ ਦੇਖਣ ਵਾਲੀਆਂ ਨੇ, ਕਿਉਂਕਿ ਟਾਸਕ ਫੋਰਸ ਜਿਹੜੇ ਤਰੀਕੇ ਦੇ ਨਾਲ ਬਣ ਰਹੀਆਂ ਨੇ, ਗੈਂਗਸਟਰ ਦੇ ਉੱਤੇ ਟਾਸਕ ਫੋਰਸ ਬਣੀ ਸੀ, ਇੱਕ ਜਿਹੜੀ ਸਪੈਸ਼ਲ ਟਾਸਕ ਫੋਰਸ ਹੈ ਜੀ ਉਹ ਬਣੀ ਚਿੱਟੇ ਨੂੰ ਜਿਹੜਾ ਕੰਟਰੋਲ ਕਰਨ ਦੇ ਵਾਸਤੇ, ਨਸ਼ਿਆਂ ਨੂੰ ਜਿਹੜਾ ਕੰਟਰੋਲ ਕਰਨ ਦੇ ਵਾਸਤੇ। ਹੁਣ ਜਿਹੜੀ ਹੈ ਜੀ ਇਹ ਨਵੀਂ ਇੱਕ ਫੋਰਸ ਬਣਾਉਣ ਨੂੰ ਜਿਹੜੀ ਹਰੀ ਝੰਡੀ ਦਿੱਤੀ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ। ਔਰ ਇਹ ਕਿਹਾ ਗਿਆ ਜੀ ਕਿ ਜਿਹੜੇ ਗੈਂਗਸਟਰ ਨੇ ਤੇ ਜਿਹੜੇ ਅੱਤਵਾਦੀ ਨੇ ਇਹਨਾਂ ਨੂੰ ਜਿਹੜਾ ਜੀ ਕੰਟਰੋਲ ਕਰਨ ਦੇ ਵਾਸਤੇ ਇੱਕ ਨਵਾਂ ATS ਜਿਹੜੀ ਹੈ ਜੀ ਉਹ ਬਣਾਈ ਜਾਊਗੀ। ਸਰਕਾਰ ਨੇ ਇਹਨਾਂ ਦੇ ਖਿਲਾਫ ਇਹ ਕਿਹਾ ਕਿ ਅਸੀਂ ਤਿੱਖੀ ਮੁਹਿੰਮ ਤਾਂ ਪਹਿਲਾਂ ਹੀ ਵਿੱਢੀ ਹੋਈ ਆ। ਹੁਣ ਸਰਕਾਰ ਪੰਜਾਬ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਿਮੀਨਲ ਐਕਟ ਪਕੋਕਾ ਵਰਗਾ ਪ੍ਰਭਾਵਸ਼ਾਲੀ ਕਾਨੂੰਨ ਬਣਾਉਣ ਦੇ ਬਾਰੇ ਵਿਚਾਰ ਜਿਹੜਾ ਦੀ ਕਰ ਰਹੀ ਹੈ ਤਾਂ ਕਿ ਜਥੇਬੰਦਕ ਅਪਰਾਧੀ ਗਰੋਹਾਂ ਵੱਲੋਂ ਫੈਲਾਈ ਦਹਿਸ਼ਤ ਦਾ ਅਸਰਦਾਰ ਢੰਗ ਦੇ ਨਾਲ ਸਿੱਝਿਆ ਜਾ ਸਕੇ। ਤੁਹਾਨੂੰ ਯਾਦ ਹੋਣਾ ਕਿ ਪਕੋਕਾ ਸੁਖਬੀਰ ਸਿੰਘ ਬਾਦਲ ਵੀ ਜਿਹੜਾ ਜੀ ਲਿਆਉਣਾ ਚਾਹੁੰਦੇ ਸੀ ਸਰਕਾਰ ਦੇ ਅਖੀਰਲੇ ਦਿਨਾਂ ਦੇ ਵਿੱਚ। ਇਹਦਾ ਬੜਾ ਵਿਰੋਧ ਹੋਇਆ ਸੀਗਾ ਕਿ ਪਕੋਕਾ ਵਰਗੇ ਕਾਨੂੰਨ ਦੀ ਪੰਜਾਬ ਨੂੰ ਜਿਹੜੀ ਹੈ ਜੀ ਉਹ ਕੀ ਜ਼ਰੂਰਤ ਹੈ। ਇੱਥੇ ਜਿਵੇਂ ਕਿਹਾ ਗਿਆ ਜੀ ਕਿ ਕੰਟਰੋਲ ਜਿਹੜੀ ਪੰਜਾਬ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਿਮੀਨਲ ਐਕਟ ਜਿਹੜਾ ਜੀ ਇਹਦੀ ਇੱਥੇ ਕੀ ਜ਼ਰੂਰਤ ਹੈ, ਜਦੋਂ ਕਿ ਇਹਦਾ ਉਦੋਂ ਵਿਰੋਧ ਕੁਛ ਵਜ਼ੀਰਾਂ ਨੇ ਵੀ ਜਿਹੜਾ ਕੀਤਾ ਸੀਗਾ ਕਿ ਨਹੀਂ ਇਹ ਬਣਨਾ ਚਾਹੀਦਾ, ਕਿਉਂਕਿ ਉਦੋਂ ਖਦਸ਼ਾ ਇਹ ਪ੍ਰਗਟ ਕੀਤਾ ਗਿਆ ਸੀਗਾ ਕਿ ਇਹਦਾ ਜਿਹੜਾ ਇਸਤੇਮਾਲ ਆ ਉਹ ਵਿਰੋਧੀਆਂ ਦੇ ਉੱਤੇ ਹੋ ਸਕਦਾ। ਹੁਣ ਜਿਹੜੀ ਮੌਜੂਦਾ ਸਰਕਾਰ ਹੈ ਜੀ ਇਹ ਇੱਕ ਵਾਰੀ ਫੇਰ ਇਹ ਗੱਲ ਕਹਿ ਰਹੀ ਹੈ ਕਿ ਇਸ ਤਰ੍ਹਾਂ ਦਾ ਸਖਤ ਕਾਨੂੰਨ, ਬੇਸ਼ੱਕ ਉਹਦਾ ਨਾਮ ਪਕੋਕਾ ਤਾਂ ਨਹੀਂ ਹੋਊਗਾ, ਮਕੋਕਾ ਦੀ ਤਰਜ਼ ਦੇ ਉੱਤੇ ਜਿਹੜਾ ਮਹਾਰਾਸ਼ਟਰ ਦੇ ਵਿੱਚ ਐਕਚੁਅਲੀ ਪਹਿਲਾਂ ਆਇਆ ਸੀਗਾ ਇਹ, ਉਹਦੀ ਤਰਜ਼ ਦੇ ਉੱਤੇ ਇਹਦਾ ਨਾਮ ਜਿਹੜਾ ਜੀ ਪਕੋਕਾ ਤਾਂ ਨਹੀਂ ਹੋਊਗਾ, ਉਹਦੇ ਵਰਗਾ ਸਖਤ ਕਾਨੂੰਨ ਜਿਹੜਾ ਜੀ ਉਹ ਲਿਆਂਦਾ ਜਾ ਸਕਦਾ। ਹੁਣ ਸਵਾਲ ਇਹਦੇ ਵਿੱਚ ਇੱਕ ਨਾ ਜੀ ਜਿਹੜਾ ਸਭ ਤੋਂ ਵੱਡਾ ਉੱਠਦਾ ਆ ਕਿ ਜਿਹੜੀ ਗੱਲ ਕਹੀ ਗਈ ਆ ਕਿ ਗੈਂਗਸਟਰ ਤੇ ਜਿਹੜੇ ਅੱਤਵਾਦੀ ਨੇ ਉਹਨਾਂ ਦੇ ਵੱਲੋਂ ਮਿਲ ਕੇ ਜਿਹੜੀਆਂ ਇੱਥੇ ਕੀਤੀਆਂ ਜਾ ਰਹੀਆਂ ਨੇ ਕਾਰਵਾਈਆਂ ਉਹਨੂੰ ਕੰਟਰੋਲ ਕਰਨਾ, ਕਿੰਨੀਆਂ ਜਿਹੜੀਆਂ ਜੀ ਇੱਦਾਂ ਦੀਆਂ ਕਾਰਵਾਈਆਂ ਹੋਈਆਂ ਨੇ ਜਿਹਦੇ ਵਿੱਚ ਇਹ ਚੀਜ਼ ਸਾਹਮਣੇ ਆਈ ਹੋਵੇ ਕਿ ਗੈਂਗਸਟਰ ਤੇ ਜਿਹੜੇ ਟੈਰੋਰਿਸਟ ਨੇ ਉਹਨਾਂ ਨੇ ਰਲ ਕੇ ਕੋਈ ਜਿਹੜੀ ਹੈ ਜੀ ਉਹ ਕਾਰਵਾਈ ਕੀਤੀ ਹੋਵੇ। ਇਹ ਵਿੱਚ ਇਹਦੇ ਜਿਹੜਾ ਜੀ ਉਹ ਲੈ ਆਉਣਾ ਇਹ ਥੋੜਾ ਜਿਹਾ ਕਿਤੇ ਨਾ ਕਿਤੇ ਜਿਹੜਾ ਕੁਐਸਚਨ ਮਾਰਕ ਇਹਦੇ ਉੱਤੇ ਜ਼ਰੂਰ ਲੱਗ ਰਿਹਾ। ਬਿਲਕੁਲ ਜੀ, ਇਹ ਸਹਾਰਾ ਲੈਂਦੇ ਇਹੋ ਜਿਹੇ ਕਾਨੂੰਨਾਂ ਦਾ। ਤਾਂ ਅੱਗੇ ਆਪਾਂ ਇੱਕ DO ਦੀ ਗਾਲਾਂ ਵਾਲੀ ਆਡੀਓ ਦੀ ਜੇ ਗੱਲ ਕਰੀਏ ਤਾਂ ਉਸ ਦੀ ਜਾਂਚ ਹੋਵੇਗੀ ਜੀ। ਇਹ ਐਕਚੁਅਲੀ ਪਿਛਲੇ ਕੁਛ ਦਿਨਾਂ ਤੋਂ ਬੜੀ ਜਿਹੜੀ ਹੈ ਜੀ ਉਹ ਚੱਲ ਰਹੀ ਹੈ ਆਡੀਓ, ਇੱਥੇ ਵੱਖ-ਵੱਖ ਗਰੁੱਪਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਹੈ ਜੀ ਇਹ ਚਰਚਿਤ ਹੋਈ ਹੈ। ਇਹ ਫਿਰੋਜ਼ਪੁਰ ਦੇ ਜਿਹੜੇ ਡਿਪਟੀ ਐਜੂਕੇਸ਼ਨ ਆਫਿਸਰ ਨੇ ਸੁਰੇਸ਼ ਕੁਮਾਰ ਅਰੋੜਾ ਦੀ। ਇਹ ਹੋਇਆ ਕੀ ਹੈ ਜੀ ਕਿ ਜਿਹੜੇ ਸੰਘਰਸ਼ ਕਰ ਰਹੇ ਪੇਰੈਂਟਸ ਨੇ ਜਿਹੜੇ ਇਹ ਕਹਿੰਦੇ ਆ ਕਿ ਫੀਸਾਂ ਜਿਹੜੀਆਂ ਉਹ ਬਹੁਤ ਵੱਧ ਗਈਆਂ, ਉਹਨਾਂ ਦੇ ਬੱਚਿਆਂ ਦੀ ਕੋਈ ਪ੍ਰੋਬਲਮ ਸੀਗੀ ਸਕੂਲ ਦੇ ਵਿੱਚ, ਉਹਨਾਂ ਨੇ DEO ਸਾਹਿਬ ਨੂੰ ਫੋਨ ਲਾ ਲਿਆ ਕਿ ਦੇਖੋ ਜੀ ਆਹ ਸਕੂਲ ਦੇ ਵਿੱਚ ਜਿਹੜੇ ਪ੍ਰਬੰਧਕ ਆ ਸਾਡੀ ਗੱਲ ਨਹੀਂ ਸੁਣ ਰਹੇ, ਅਸੀਂ ਬਾਹਰ ਜਿਹੜਾ ਜੀ ਬਹਿ ਕੇ ਇਹਦਾ ਵਿਰੋਧ ਕਰ ਰਹੇ ਹਾਂ। ਤੇ ਉਹਨਾਂ ਨੇ ਅੱਗੋਂ ਜਿਹੜੀ ਹੈ ਜੀ ਸਕੂਲ ਪ੍ਰਬੰਧਕਾਂ ਦੇ ਵਿੱਚੋਂ ਇੱਕ ਬੰਦੇ ਦੇ ਨਾਲ ਗੱਲ ਕਰਵਾਉਣ ਦਾ ਯਤਨ ਕੀਤਾ ਕਿ ਮੈਂ ਤੁਹਾਡੀ ਗੱਲ ਕਰਾ ਦਿੰਦਾ, ਉਹਨਾਂ ਨੂੰ ਕਹੋ ਸਾਡੀ ਗੱਲ ਜਿਹੜੀ ਹੈ ਜੀ ਉਹ ਸੁਣ। DEO ਨੂੰ ਇਹ ਗੱਲ ਕਹੀ। DEO ਨੇ ਅੱਗੋਂ ਜਿਹੜਾ ਜੀ ਫੋਨ ਫੜ ਕੇ ਉਹਨੂੰ ਜਿਹੜੇ ਸਕੂਲ ਪ੍ਰਬੰਧਕ ਸੀਗੇ ਉਹਨੂੰ ਇਹ ਕਿਹਾ ਕਿ ਪਾਸੇ ਹੋ ਕੇ ਮੇਰੀ ਗੱਲ ਸੁਣ। ਜਦੋਂ ਪਾਸੇ ਹੋ ਕੇ ਗੱਲ ਸੁਣੀ ਤਾਂ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਗਲਤੀ ਕੀਤੀ ਆ, ਜਦੋਂ ਇਹ ਬੰਦਾ ਜਿਹੜਾ ਮੇਰੇ ਨਾਲ ਗੱਲ ਕਰਵਾ ਰਿਹਾ, ਜਦੋਂ ਇਹਦੇ ਬੱਚੇ ਦੀ ਫੀਸ ਪਹਿਲਾਂ ਹੀ ਲੇਟ ਹੋਈ ਸੀ ਉਦੋਂ ਹੀ ਉਹਦਾ ਨਾਂ ਕੱਟ ਕੇ ਸਕੂਲੋਂ ਕੱਢ ਦੇਣਾ ਸੀ ਬੱਚੇ ਨੂੰ। ਤੇ ਨਾਲ ਦੀ ਨਾਲ ਸੁਝਾਅ ਉਹਨਾਂ ਨੂੰ ਇਹ ਦੇ ਰਿਹਾ DEO ਕਿ ਇਹਨਾਂ ਨੂੰ ਇੱਥੋਂ ਭਜਾਓ ਔਰ ਇਹਨਾਂ ਨੂੰ ਧੁੱਪੇ ਸੜਨ ਦਿਓ, ਆਪੇ ਜਿਹੜਾ ਜੀ ਬੱਚਿਆਂ ਦੀ ਫੀਸ ਤੁਹਾਨੂੰ ਦੇਣਗੇ। ਔਰ ਉਹਦੇ ਵਿੱਚ ਉਹ ਗੰਦੀਆਂ ਗਾਲਾਂ ਜਿਹੜੀਆਂ ਜੀ ਉਹ ਬਾਰ-ਬਾਰ ਇਹਨਾਂ ਪੇਰੈਂਟਸ ਨੂੰ ਜਿਹੜੇ ਸੰਘਰਸ਼ ਕਰ ਰਹੇ ਨੇ ਉਹਨਾਂ ਨੂੰ ਕੱਢ ਰਿਹਾ।
ਔਰ ਇਹ ਜਿਹੜੀ ਆਡੀਓ ਸੀ ਇਹ ਚਰਚਾ ਦਾ ਵਿਸ਼ਾ ਬਣ ਗਈ, ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਪਿਛਲੇ 2-3 ਦਿਨ ਤੋਂ ਚੱਲ ਰਹੀ ਆ। ਹੁਣ ਡਿਪਟੀ ਕਮਿਸ਼ਨਰ ਜਿਹੜੇ ਫਿਰੋਜ਼ਪੁਰ ਨੇ ਉਹਨਾਂ ਨੇ ਇਹਦੀ ਜਾਂਚ ਦੇ ਹੁਕਮ ਜਿਹੜੇ ਆ ਜੀ ਉਹ ਦਿੱਤੇ ਆ। ਜਿਹੜੇ ਮਿਸਟਰ ਅਰੋੜਾ ਨੇ ਉਹ ਇਸ ਵੇਲੇ ਕਿਸੇ ਦਾ ਫੋਨ ਜਿਹੜਾ ਜੀ ਉਹ ਨਹੀਂ ਚੁੱਕ ਰਹੇ। ਜਿਹੜੇ ਪੇਰੈਂਟਸ ਸਮੁੱਚੇ ਪੰਜਾਬ ਦੇ ਵਿੱਚ ਸੰਘਰਸ਼ ਕਰ ਰਹੇ ਨੇ ਉਹਨਾਂ ਨੇ ਇੱਕ ਤਾਂ ਇਹਦੇ ਵਿੱਚ ਜਿਹੜਾ ਜੀ ਮੇਨ ਮੁੱਦਾ ਇਹ ਉਠਾ ਰਹੇ ਨੇ ਇਸ ਆਡੀਓ ਨੂੰ ਜਿਹੜਾ ਜੀ ਨਾਲ ਅਟੈਚ ਕਰਕੇ ਕਿ ਸਰਕਾਰੀ ਤੌਰ ਦੇ ਉੱਤੇ ਜਿਹੜੇ ਅਫਸਰ ਲਾਏ ਹੋਏ ਨੇ ਕੰਟਰੋਲ ਕਰਨ ਦੇ ਵਾਸਤੇ ਉਹ ਪ੍ਰਾਈਵੇਟ ਸਕੂਲਾਂ ਦੇ ਨਾਲ ਮਿਲ ਕੇ ਮਾਪਿਆਂ ਦੀਆਂ ਜੇਬਾਂ ਜਿਹੜੀਆਂ ਜੀ ਉਹ ਕਿਵੇਂ ਲੁੱਟ ਰਹੇ ਨੇ। ਇਹ ਆਡੀਓ ਇੱਕ ਜਿਹੜਾ ਜੀ ਉਹ ਸਪਸ਼ਟ ਕਰਦੀ ਆ। ਨਾ ਤਾਂ ਜਿਹੜਾ ਜੀ ਉੱਥੇ ਸਕੂਲ ਪ੍ਰਬੰਧਕ ਸੀ ਉਹਨੂੰ ਪਤਾ ਸੀ, ਨਾ ਜਿਹੜਾ DEO ਆ ਉਹਨੂੰ ਪਤਾ ਸੀਗਾ ਕਿ ਜਿਹੜਾ ਪੇਰੈਂਟ ਗੱਲ ਕਰਵਾ ਰਿਹਾ ਉਹਦੇ ਫੋਨ ਦੇ ਉੱਤੇ ਰਿਕਾਰਡਿੰਗ ਜਿਹੜੀ ਆ ਜੀ ਉਹ ਲੱਗੀ ਹੋਈ ਆ। ਨਾ ਵੀ ਲੱਗੀ ਹੋਵੇ ਰਿਕਾਰਡਿੰਗ, ਇੱਕ DEO ਦੇ ਅਹੁਦੇ ਦੇ ਉੱਤੇ ਬੈਠਾ ਸਿੱਖਿਆ ਦੇ ਖੇਤਰ ਦੇ ਨਾਲ ਸੰਬੰਧਿਤ ਵਿਅਕਤੀ ਜਦੋਂ ਏਦਾਂ ਦਾ ਗੰਦ ਬਕੇ ਤੇ ਫਿਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੀ ਕਿ ਕਿਹੋ ਜਿਹੀ ਸਿੱਖਿਆ ਉਹਨਾਂ ਨੇ ਪ੍ਰੋਵਾਈਡ ਕਰਨੀ ਹੈ। ਤੇ ਇਹ ਜਿਹੜਾ ਇੱਕ ਕਿਸਮ ਦੇ ਨਾਲ ਜਿਹੜਾ ਮਾਫੀਆ ਬਣਿਆ ਹੋਇਆ ਪ੍ਰਾਈਵੇਟ ਸਕੂਲਾਂ ਦਾ, ਉਹਨੇ ਜਿਹੜਾ ਜੀ ਕਿਵੇਂ ਲੁੱਟ ਇੱਥੇ ਪੰਜਾਬ ਦੇ ਵਿੱਚ ਮਚਾਈ ਹੋਈ ਹੈ, ਇਹ ਵੀ ਸਿੱਧ ਇਹ ਆਡੀਓ ਕਰਦੀ ਹੈ ਜੀ। ਬਿਲਕੁਲ ਜੀ, ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਆ। ਅੰਦਰਗਤੀ ਤਾਂ ਬਹੁਤ ਜ਼ਿਆਦਾ ਕੁਝ ਹੋ ਰਿਹਾ ਆ। ਤੇ ਅੱਗੇ ਆਪਾਂ ਸੇਵਾ ਅਧਿਕਾਰ ਦੀ ਜੇ ਗੱਲ ਕਰੀਏ, ਉਹ ਜਿਹੜਾ ਕਮਿਸ਼ਨ ਸੀ ਉਸ ਨੂੰ ਸਰਕਾਰ ਵੱਲੋਂ ਖਤਮ ਕਰਨ ਦਾ ਫੈਸਲਾ। ਐਕਚੁਅਲੀ ਜੀ ਇਹ ਜਿਹੜਾ ਸੇਵਾ ਅਧਿਕਾਰ ਕਮਿਸ਼ਨ ਹੈ ਇਹ ਪਿਛਲੀ ਸਰਕਾਰ ਨੇ ਬਣਾਇਆ ਸੀਗਾ। ਬਥੇਰੇ ਇਹੋ ਜਿਹੇ ਕਮਿਸ਼ਨ ਵਗੈਰਾ ਜੀ ਜਿਹੜੇ ਉਹਨਾਂ ਨੇ ਖੜੇ ਕੀਤੇ ਔਰ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਸਰਕਾਰ ਹੈ ਜੀ ਉਹਨਾਂ ਨੇ ਇਹ ਜਿਹੜਾ ਸੇਵਾ ਅਧਿਕਾਰ ਕਮਿਸ਼ਨ ਹੈ ਇਹਨੂੰ ਖਤਮ ਕਰਨ ਦਾ ਫੈਸਲਾ ਜਿਹੜਾ ਜੀ ਉਹ ਲੈ ਲਿਆ। ਇਹਦੇ ਵਿੱਚ ਰਾਜ ਸਰਕਾਰ ਜਨਤਕ ਸੇਵਾਵਾਂ ਦੇ ਵਾਸਤੇ, ਪਾਰਦਰਸ਼ਤਾ ਤੇ ਜਵਾਬਦੇਹੀ ਦੇ ਵਾਸਤੇ ਪੰਜਾਬ ਟਰਾਂਸਪੇਰੈਂਸੀ ਐਂਡ ਅਕਾਊਂਟੇਬਿਲਿਟੀ ਇਨ ਮਲਟੀ ਮੋਡ ਡਿਲੀਵਰੀ ਆਫ ਪਬਲਿਕ ਸਰਵਿਸ ਐਕਟ 2017 ਜਿਹੜਾ ਜੀ ਉਹ ਬਣਾਊਗੀ। ਕਾਂਗਰਸ ਸਰਕਾਰ ਖਰਚੇ ਘਟਾਉਣ ਤੇ ਸਰਕਾਰੀ ਕੰਮਕਾਜ ਦੇ ਵਿੱਚ ਪਾਰਦਰਸ਼ਤਾ ਜਿਹੜਾ ਜੀ ਉਹ ਲਿਆਉਣਾ ਚਾਹੁੰਦੀ ਆ। ਇਹਦੇ ਕਰਕੇ ਸਰਵਿਸ ਕਮਿਸ਼ਨ ਦੀ ਜਗ੍ਹਾ ਦੇ ਉੱਤੇ ਵਿੱਤ ਕਮਿਸ਼ਨ ਪੱਧਰ ਦੇ ਅਧਿਕਾਰੀ ਨੂੰ ਅਪੀਲਾਂ ਸੁਣਨ ਦਾ ਅਧਿਕਾਰ ਜਿਹੜਾ ਜੀ ਉਹ ਦੇਣ ਦੀ ਤਜਵੀਜ਼ ਹੈਗੀ ਆ। ਔਰ ਇਹਦੇ ਵਾਸਤੇ ਨਵੇਂ ਬਿੱਲ ਜਿਹੜੇ ਜੀ ਉਹਦੇ ਵਿੱਚ ਇਹਦਾ ਫੈਸਲਾ ਕਰਨ ਦਾ ਫੈਸਲਾ ਜਿਹੜਾ ਉਹ ਲਿਆ ਗਿਆ। ਗ੍ਰਹਿ ਵਿਭਾਗ ਨੂੰ ਇਹ ਕਿਹਾ ਗਿਆ ਜੀ ਕਿ ਸੇਵਾ ਅਧਿਕਾਰ ਕਮਿਸ਼ਨ ਦੀ ਥਾਂ ਬਦਲਵਾਂ ਬਿੱਲ ਜਿਹੜਾ ਉਹ ਤਿਆਰ ਕੀਤਾ ਜਾਵੇ। ਪਿਛਲਾ ਜਿਹੜਾ ਸੀਗਾ ਜੀ ਪੰਜਾਬ ਵਿਧਾਨ ਸਭਾ ਨੇ ਪਾਸ ਕੀਤਾ ਸੀਗਾ, ਜਿਹਦੇ ਕਰਕੇ ਇਹਨੂੰ ਆਰਡੀਨੈਂਸ ਰਾਹੀਂ 6 ਮਹੀਨਿਆਂ ਵਾਸਤੇ ਹੀ ਖਤਮ ਕੀਤਾ ਜਾ ਸਕਦਾ ਹੈ। ਪੱਕੇ ਤੌਰ ਦੇ ਉੱਤੇ ਖਤਮ ਕਰਨ ਲਈ ਇਹਨੂੰ ਵਿਧਾਨ ਸਭਾ ਦੇ ਕੋਲੋਂ ਪਾਸ ਕਰਾਉਣਾ ਜ਼ਰੂਰੀ ਹੈ। ਕਾਂਗਰਸ ਨੇ ਕਿਹਾ ਸੀਗਾ ਕਿ ਉਹ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਉਹ ਸਾਰੇ ਕਮਿਸ਼ਨ ਤੇ ਨਿਗਮ ਤੋੜ ਦਿੱਤੇ ਜਾਣਗੇ ਜਿਨ੍ਹਾਂ ਦੀ ਬਹੁਤੀ ਸਾਰਥਿਕਤਾ ਨਹੀਂ ਤੇ ਜਿਹੜੇ ਕਿ ਲੋਕਾਂ ਦੇ ਉੱਤੇ ਜਿਹੜੇ ਆ ਜੀ ਉਹ ਬੋਝ ਬਣਾਏ ਗਏ ਆ। ਜਿਹੜਾ ਸੇਵਾ ਅਧਿਕਾਰ ਕਮਿਸ਼ਨ ਹੈ ਜੀ ਇਹਦਾ ਸਾਲਾਨਾ ਖਰਚਾ 8 ਕਰੋੜ ਰੁਪਈਏ ਆ। ਕੰਮਕਾਜ ਇਹਦਾ ਕੋਈ ਨਹੀਂ ਹੈਗਾ ਜੀ, ਜਿਹਦੇ ਕਰਕੇ ਇਹਦੀ ਕੋਈ ਲੋੜ ਵੀ ਬਹੁਤੀ ਜ਼ਿਆਦਾ ਜਿਹੜੀ ਉਹ ਹੈ ਨੀ ਗੀ, ਜਿਹਨੂੰ ਕਿ ਹੁਣ ਸਰਕਾਰ ਤੋੜਨ ਜਾ ਰਹੀ ਹੈ। ਅਸਲ ਦੇ ਵਿੱਚ ਇਹੋ ਜਿਹੇ ਕਮਿਸ਼ਨ ਪਿਛਲੀ ਸਰਕਾਰ ਨੇ ਆਪਣੇ ਚਹੇਤਿਆਂ ਨੂੰ ਮਲਾਈਦਾਰ ਜਿਹੜੇ ਮਹਿਕਮੇ ਸੀ ਉਹਨਾਂ ਦੇ ਮੁਖੀਆਂ ਦੇ ਤੌਰ ਦੇ ਉੱਤੇ ਲਾ ਕੇ ਉਹਨਾਂ ਦੇ ਪੱਕੇ ਰੋਟੀ ਪਾਣੀ ਦੇ ਪ੍ਰਬੰਧ ਕਰਨ ਦੇ ਵਾਸਤੇ ਬਹੁਤੇ ਜਿਹੜੇ ਉਹ ਬਣਾਏ ਗਏ ਸੀਗੇ ਜੀ। ਤੇ ਅਖੀਰਲਾ ਮੇਰਾ ਸਵਾਲ ਹੈ ਕਿ ਜਿਹੜੀਆਂ ਪੰਥਕ ਧਿਰਾਂ ਆ ਉਹਨਾਂ ਨੇ ਹੁਣ ਬਾਦਲਾਂ ਨੂੰ ਹਰਾਉਣ ਦੀ ਰਣਨੀਤੀ ਬਣਾਈ। ਐਕਚੁਅਲੀ ਜੀ ਪੰਥਕ ਧਿਰਾਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਰਣਨੀਤੀਆਂ ਜਿਹੜੀਆਂ ਜੀ ਉਹ ਬਣਾਉਂਦੀਆਂ ਰਹੀਆਂ ਨੇ। ਹੁਣ ਇੱਕ ਵਾਰੀ ਫੇਰ ਜਿਹੜੀਆਂ ਦੀ ਪੰਥਕ ਧਿਰਾਂ ਇਕੱਠੇ ਹੋਣ ਦੇ ਯਤਨਾਂ ਦੇ ਵਿੱਚ ਨੇ। ਯਤਨਾਂ 'ਚ ਇਸ ਕਰਕੇ ਹੁੰਦੀਆਂ ਨੇ ਜਾਂ ਨਹੀਂ ਇਹ ਤਾਂ ਬਾਅਦ ਵਾਲੀ ਜਿਹੜੀ ਇਹਦੀ ਉਹ ਗੱਲ ਹੈ। ਬਹੁਤੇ ਜਿਹੜੇ ਲੋਕ ਨੇ ਇਹਨਾਂ ਪੰਥਕ ਧਿਰਾਂ ਦੇ ਵਿੱਚ ਉਹੀ ਜਾਂਦੇ ਨੇ ਜਿਹੜੇ ਇਹ ਕਹਿੰਦੇ ਨੇ ਕਿ ਕਲਗੀ ਜਿਹੜੀ ਹੈ ਜੀ ਉਹ ਮੇਰੇ ਸਿਰ ਦੇ ਉੱਤੇ ਚਾਹੀਦੀ ਆ। ਜੇ ਦੂਜਾ ਬੰਦਾ ਕੋਈ ਵਿੱਚ ਇਹਦੇ ਅਹੁਦਾ ਲੈ ਗਿਆ ਉਹ ਕਿਸੇ ਨੂੰ ਬਰਦਾਸ਼ਤ ਨਹੀਂ ਹੁੰਦਾ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੇ ਵਿੱਚ ਬਾਦਲ ਪਰਿਵਾਰ ਦਾ ਐਡਾ ਤਕੜਾ ਵਿਰੋਧ ਹੋਣ ਦੇ ਬਾਵਜੂਦ ਇਹ ਜਿਹੜੀਆਂ ਧਿਰਾਂ ਸੀਗੀਆਂ ਜੀ ਇਹਨਾਂ ਨੂੰ ਮੂੰਹ ਦੀ ਉੱਥੇ ਖਾਣੀ ਪਈ। ਉਹਦਾ ਪ੍ਰਮੁੱਖ ਕਾਰਨ ਇਹੀ ਸੀਗਾ ਕਿ ਵੱਖੋ ਵੱਖਰੇ ਤੌਰ ਦੇ ਉੱਤੇ ਜਿਹੜਾ ਜੀ ਇਹ ਲੜਦੇ ਰਹੇ, ਇੱਕ ਦੂਜੇ ਦੀਆਂ ਜੜ੍ਹਾਂ ਹੀ ਜ਼ਿਆਦੀਆਂ ਵੱਢਦੇ ਰਹੇ। ਹੁਣ ਜਿਹੜਾ ਯੂਨਾਈਟਿਡ ਅਕਾਲੀ ਦਲ ਹੈ ਜੀ ਇਹਨੂੰ ਦੁਬਾਰਾ ਫੇਰ ਜਿਹੜਾ ਜੀ ਉਹ ਰਿਵਾਈਜ਼ ਕਰਨ ਦੀ ਗੱਲ ਆਖੀ ਗਈ ਹੈ। ਜਿਹੜਾ ਯੂਨਾਈਟਿਡ ਐਕਸ ਸਰਵਿਸਮੈਨ ਫਰੰਟ ਦੇ ਪ੍ਰਧਾਨ ਨੇ ਕੈਪਟਨ ਚੰਨਣ ਸਿੰਘ ਸਿੱਧੂ, ਉਹਨੇ ਇਸ ਫਰੰਟ ਨੂੰ ਯੂਨਾਈਟਿਡ ਅਕਾਲੀ ਦਲ ਦੇ ਵਿੱਚ ਮਰਜ ਕਰਤਾ ਔਰ ਇਹ ਕਿਹਾ ਗਿਆ ਜੀ ਕਿ ਬਾਕੀ ਜਿਹੜੀਆਂ ਧਿਰਾਂ ਨੇ ਉਹਨਾਂ ਨੂੰ ਨਾਲ ਲੈ ਕੇ ਯੂਨਾਈਟਿਡ ਅਕਾਲੀ ਦਲ ਜਿਹੜਾ ਜੀ ਇਹਨੂੰ ਸਰਗਰਮ ਕੀਤਾ ਜਾਊਗਾ। ਐਕਚੁਅਲੀ ਜਿਹੜਾ ਇਹ ਦੁਬਾਰਾ ਨਿਕਲਣ ਦਾ ਕਾਰਨ ਇਹ ਆ ਕਿ ਜਿਹੜੇ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਜਿਹੜੇ ਤਰੀਕੇ ਦੇ ਨਾਲ ਹਟਾਏ ਗਏ ਨੇ
ਅਕਾਲੀ ਦਲ ਦੇ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਨਹੀਂ, ਅਕਾਲੀ ਦਲ ਦੇ ਵੱਲੋਂ ਇਹਦਾ ਜਿਸ ਤਰੀਕੇ ਦੇ ਨਾਲ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਅਕਾਲੀ ਦਲ ਦੀ ਉਹ ਚੁੱਪ ਰਹੀ ਇਸ ਮਸਲੇ ਦੇ ਉੱਤੇ। ਉਹਨਾਂ ਨੇ ਕੋਈ ਚੂੰ ਚਾਹ ਜਿਹੜੀ ਹੈ ਜੀ ਉਹ ਨਹੀਂ ਕੀਤੀ, ਕੋਈ ਜਿਹੜਾ ਜੀ ਉਹ ਬੋਲਿਆ ਨਹੀਂ। ਔਰ ਸ਼ਾਇਦ ਇਹਦਾ ਕਾਰਨ ਇਹ ਸਮਝਿਆ ਜਾ ਰਿਹਾ ਹੈ ਕਿ ਅੰਦਰ ਖਾਤੇ ਕਿਤੇ ਨਾ ਕਿਤੇ ਅਕਾਲੀ ਦਲ ਦੇ ਵਿੱਚ ਜਿਹੜੀ ਹੈ ਜੀ ਉਹ ਸੁਗਬਗਾਹਟ ਪਿਛਲੇ ਕੁਝ ਦਿਨਾਂ ਤੋਂ ਕੁਝ ਤੇਜ਼ ਜਿਹੜੀ ਹੈ ਜੀ ਉਹ ਹੋਈ ਆ। ਅਕਾਲੀ ਦਲ ਦੇ ਬਾਰੇ ਦੇ ਵਿੱਚ ਜਿਹੜੇ ਦੀ ਇਹ ਲੀਡਰਸ਼ਿਪ ਇਹ ਵੀ ਸੋਚਦੀ ਆ ਕਿ ਜੇ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਦੁਬਾਰਾ ਰਿਵਾਈਜ਼ ਹੋਣਾ ਤਾਂ ਉਹਦੇ ਨਾਲੋਂ ਕਿਸੇ ਤਰੀਕੇ ਦੇ ਨਾਲ ਅਕਾਲੀ ਦਲ ਬਾਦਲ ਜਿਹੜਾ ਜੀ ਉਹ ਲਾਉਣਾ ਪਊਗਾ। ਹੁਣ ਅਕਾਲੀ ਦਲ ਬਾਦਲ ਜਿਹੜਾ ਜੀ ਉਹ ਲੱਥੇ ਕਿਵੇਂ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਤੱਕ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਲਾਉਣ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜਿਹੜਾ ਬਿਆਨ ਆਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਉਹ ਆਪਣੇ ਫੈਸਲੇ ਆਪ ਲੈਂਦੀ, ਅਸੀਂ ਤਾਂ ਕਦੀ ਦਖਲ ਹੀ ਨਹੀਂ ਦਿੱਤਾ ਉਹਦੇ ਵਿੱਚ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਕਰਦੀ ਹੈ ਕੀ ਨਹੀਂ ਕਰਦੀ, ਉਹਨਾਂ ਦੇ ਫੈਸਲੇ ਆਪਦੇ ਨੇ। ਪਰ ਬਾਦਲ ਸਾਹਿਬ ਇੱਥੇ ਜਾਂ ਤਾਂ ਚੇਤਾ ਕਮਜ਼ੋਰ ਹੈ ਜਾਂ ਲੋਕਾਂ ਦਾ ਚੇਤਾ ਕਮਜ਼ੋਰ ਹੈ, ਜਿਨ੍ਹਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਫੈਸਲੇ ਜਿਹੜੇ ਉਹ ਲਏ ਜਾਂਦੇ ਆ, ਪ੍ਰਧਾਨ ਜਦੋਂ ਬਦਲਿਆ ਜਾਂਦਾ, ਚਿੱਠੀ ਤਾਂ ਚੰਡੀਗੜ੍ਹੋਂ ਤੁਰਦੀ ਸੀ, ਪਹਿਲਾਂ ਉਹਨਾਂ ਦੀ ਹੁੰਦੀ ਸੀ, ਹੁਣ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਜਿਹੜੀ ਉਹ ਹੁੰਦੀ ਸੀ, ਉਸ ਲਿਫਾਫੇ ਦੇ ਵਿੱਚੋਂ ਜਿਹੜਾ ਜੀ ਉਹ ਨਾਮ ਨਿਕਲਦਾ। ਅਜੇ ਕਹਿੰਦੇ ਅਸੀਂ ਦਖਲ ਹੀ ਨਹੀਂ ਦੇ ਰਹੇ। ਇਹ ਦਖਲ ਅੰਦਾਜ਼ੀ ਵਾਲਾ ਮਾਮਲਾ ਦੁਬਾਰਾ ਭਖਣ ਕਰਕੇ ਇਹ ਜਿਹੜੀਆਂ ਪੰਥਕ ਧਿਰਾਂ ਨੇ ਉਹ ਇਹ ਸੋਚਦੀਆਂ ਨੇ ਕਿ ਲੋਕ ਹੋ ਸਕਦਾ ਕਿ ਕਿਸੇ ਨਵੇਂ ਬਣੇ ਇਹੋ ਜਿਹੇ ਯੂਨਾਈਟਿਡ ਅਕਾਲੀ ਦਲ ਵੱਲ ਨੂੰ ਤੁਰ ਪੈਣ, ਪਰ ਬਿਨਾਂ ਰਣਨੀਤੀਆਂ ਤੋਂ, ਬਿਨਾਂ ਨੀਤੀਆਂ ਤੋਂ ਔਰ ਖਾਸ ਤੌਰ ਦੇ ਉੱਤੇ ਜਿਹੜਾ ਜੀ ਆਪਣੀ ਹਉਮੈ ਜਿਹੜੀ ਹੈ ਜੀ ਉਹਨੂੰ ਤਿਆਗੇ ਤੋਂ ਬਿਨਾਂ ਇਹੋ ਜਿਹਾ ਯੂਨਾਈਟਿਡ ਅਕਾਲੀ ਦਲ ਜਿਹੜਾ ਜੀ ਉਹ ਕਾਮਯਾਬ ਹੋ ਜਾਊਗਾ, ਇਹ ਅਜੇ ਬਹੁਤ ਵੱਡਾ ਸਵਾਲ ਹੈ। ਅਹੁਦਿਆਂ ਦੀ ਲਾਲਸਾ, ਅਹੁਦਿਆਂ ਦੀ ਭੁੱਖ ਜਿਹੜੀ ਹੈ ਜੀ ਉਹ ਛੱਡਣੀ ਪਊਗੀ ਜੇ ਅਕਾਲੀ ਦਲ ਨਵੇਂ ਰੂਪ ਦੇ ਵਿੱਚ ਉੱਭਰਨਾ ਜਿਹੜਾ ਕਿ ਬਾਦਲ ਤੋਂ ਬਿਨਾਂ ਹੋਵੇ। ਬਿਲਕੁਲ ਵੀ ਕਈ ਵਾਰੀ ਨਵੇਂ ਦਲ ਬਣਦੇ ਆ, ਉੱਥੋਂ ਹੀ ਉਪਜੇ ਹੁੰਦੇ ਆ ਤੇ ਉੱਥੇ ਜਾ ਕੇ ਉਹ ਸਮਾ ਜਾਂਦੇ ਆ। ਅਖੀਰ ਵਿੱਚ ਅਜ਼ਨਾਮਾ ਕਿ ਵਿੱਚ ਦਿੱਲੀ ਦੇ ਗਈਆਂ ਨੇ ਭੁਗਤ ਵੋਟਾਂ, ਕੇਜਰੀਵਾਲ ਦਾ ਠੀਕ ਨਹੀਂ ਹਾਲ ਭਾਈ। ਵਿੱਚ ਦਿੱਲੀ ਦੇ ਗਈਆਂ ਨੇ ਭੁਗਤ ਵੋਟਾਂ, ਕੇਜਰੀਵਾਲ ਦਾ ਠੀਕ ਨਹੀਂ ਹਾਲ ਭਾਈ। ਆ ਗਏ ਅੰਕੜੇ ਐਗਜ਼ਿਟ ਪੋਲ ਵਾਲੇ, ਚੱਲ ਗਈ ਮੋਦੀ ਦੀ ਜਾਪ ਦੀ ਚਾਲ ਭਾਈ। ਖਿਸਕੇ ਅੱਗੇ ਨੂੰ ਜਾਪ ਰਹੇ ਕਾਂਗਰਸੀਏ, ਰੁੱਸੇ ਲੋਕ ਫਿਰ ਜੁੜੇ ਕਈ ਨਾਲ ਭਾਈ। ਕੇਜਰੀਵਾਲ ਦੀ ਗੱਡੀ ਹੀ ਫਸੀ ਫਿਰਦੀ, ਬਦਲੀ ਜਾਂਦੇ ਕਈ ਲੋਕ ਖਿਆਲ ਭਾਈ। ਇਹ ਹਨ ਅੰਕੜੇ ਸਿਰਫ ਕਿਆਫਿਆਂ ਦੇ, ਮੁਸ਼ਕਲ ਕਹਿਣ ਹੈ ਝੂਠ ਕੇ ਸੱਚ ਭਾਈ। ਇਹ ਹਨ ਅੰਕੜੇ ਸਿਰਫ ਕਿਆਫਿਆਂ ਦੇ, ਮੁਸ਼ਕਲ ਕਹਿਣ ਹੈ ਝੂਠ ਕੇ ਸੱਚ ਭਾਈ। ਦਿਨਾਂ ਦੋ ਨੂੰ ਵੋਟਾਂ ਇਹ ਗਿਣ ਪਿੱਛੋਂ, ਆ ਜਾਊ ਨਿਖਰ ਕੇ ਸੱਚ ਤੇ ਕੱਚ ਭਾਈ। ਜੀ ਥੈਂਕ ਯੂ ਜੀ, ਮਿਹਰਬਾਨੀ ਜੀ, ਧੰਨਵਾਦ ਜੀ ਔਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਤੇ ਹੁਣ ਇਸੇ ਦੇ ਨਾਲ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਨਾਲ ਖਬਰ ਤੇ ਨਜ਼ਰ ਪ੍ਰੋਗਰਾਮ, ਜਿਸ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ, ਦੱਸਦੇ ਨੇ ਕਿ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਕੀ ਕੁਝ ਹੁੰਦਾ ਹੈ ਤੇ ਨਾਲ ਨਾਲ ਤੁਹਾਡੇ ਸਵਾਲ ਵੀ ਹੁੰਦੇ ਨੇ। ਪੰਜਾਬੀ ਰੇਡੀਓ USA ਨੂੰ ਤੁਸੀਂ ਸੁਣ ਸਕਦੇ ਹੋ ਜੀ ਰੇਡੀਓ ਸੈਟ ਤੇ, ਨੈਟ ਤੇ, ਫੋਨ ਤੇ ਸੁਣ ਸਕਦੇ ਹੋ, ਗੱਡੀਆਂ ਵਿੱਚ ਸੁਣ ਸਕਦੇ ਹੋ, ਫਰੀਜ਼ਨੋ ਵਿੱਚ 1300 AM, ਸੈਕਰਾਮੈਂਟੋ ਵਿੱਚ 1470 AM ਤੇ ਜੂਬਾ ਸਿਟੀ ਵਿੱਚ 1450 AM ਤੇ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਜੀ। ਬਾਕੀ ਘਰਾਂ ਵਿੱਚ ਪਏ ਹੋਏ ਰੇਡੀਓ ਸੈਟ ਤੇ ਵੀ ਸੁਣ ਸਕਦੇ ਹੋ। ਤੇ ਸਾਡੇ ਨਾਲ ਦੁਆਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰੀ ਫਿਰ ਸਵਾਗਤ ਕਰਦੇ ਜੀ। ਮਿਹਰਬਾਨੀ ਜੀ, ਧੰਨਵਾਦ। ਅਤੇ ਜੀ ਤੁਸੀਂ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ ਜੀ। ਤੇ ਸਾਡੇ ਨਾਲ ਜੁੜੇ ਹੋਏ ਨੇ ਰਾਜ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਜੀ ਸਵਾਲ ਹੈਗਾ ਭੈਣ ਜੀ ਹੁਣਾਂ ਨੂੰ, ਰੇਡੀਓ ਪੰਜਾਬ ਨੂੰ ਤੇ ਪੰਨੂ ਸਾਹਿਬ ਤੁਹਾਨੂੰ ਸਾਰਿਆਂ ਨੂੰ ਹੈ ਜੀ। ਹਾਂਜੀ, ਅੰਡੇਮਾਨ ਵਾਲੀ ਜੇਲ੍ਹ ਦਾ ਹੁਣ ਇੱਕ ਵਾਰ ਫੇਰ ਜ਼ਿਕਰ ਛਿੜਿਆ ਜੀ। 2 ਹਫ਼ਤੇ ਪਹਿਲਾਂ ਤੁਸੀਂ ਵੀ ਖਬਰ ਦਿੱਤੀ ਸੀ, ਸ਼੍ਰੋਮਣੀ ਕਮੇਟੀ ਨੇ ਅੱਜ ਫੇਰ ਛੇੜਿਆ ਜੀ। ਹਾਂਜੀ, ਤੇ ਮੇਰਾ ਸਵਾਲ ਇਹ ਹੈ ਜੀ, ਆਪਣਾ ਜੀ ਹੁਣ ਜਿੱਥੇ ਵੀ ਪੰਜਾਬੀ ਭਾਈਚਾਰਾ ਜਾਂ ਆਪਣਾ ਸਿੱਖ ਭਾਈਚਾਰਾ ਰਹਿੰਦਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਉੱਥੇ ਸਿੱਖ ਇਤਿਹਾਸ ਪੰਜਾਬੀ ਜਾਂ ਪੰਜਾਬੀ ਉੱਥੇ ਨਿੱਜੀ ਸਕੂਲਾਂ ਜਾਂ ਸਰਕਾਰੀ ਪ੍ਰਬੰਧ ਵਾਲੇ ਸਕੂਲਾਂ 'ਚ ਵੀ ਪੜ੍ਹਾਉਣੀ ਸ਼ੁਰੂ ਹੋਈ ਹੈ ਜੀ। ਤੇ ਜਿਹੜਾ ਆਪਾਂ ਸਿਲੇਬਸ ਲਵਾਂਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਇਹਦਾ ਇੱਕ ਐਗਜ਼ਾਮਪਲ ਆ ਜੀ ਅੰਡੇਮਾਨ ਵਾਲੀ। ਤਾਂ ਇਹ ਹਰ ਥਾਂ ਤੇ ਇਤਿਹਾਸ ਨਾਲ ਛੇੜਛਾੜ ਹੋ ਰਹੀ ਹੈ। ਤੇ ਜਿਹੜਾ ਆਪਣਾ ਸਿਲੇਬਸ ਹੋਊਗਾ ਕਿ ਆਪਾਂ ਉਹ ਇੰਡੀਆ ਤੋਂ ਜਾਂ ਪੰਜਾਬ ਤੋਂ ਲਵਾਂਗੇ ਜਾਂ ਕੋਈ ਸੰਸਥਾ ਆਪਣੇ ਬਾਹਰ ਜਾਂ ਦੇਸ਼ ਦੇ ਵਿੱਚ ਕੋਈ ਜਾਂ ਕੋਈ ਨਿੱਜੀ ਤੌਰ ਤੇ ਕੋਈ ਪ੍ਰਬੰਧ ਕਰ ਰਿਹਾ ਵੀ ਜਿਹੜਾ ਆਪਣਾ ਇੱਕ ਸਹੀ ਸਿਲੇਬਸ ਬਣਾਇਆ ਜਾ ਸਕੇ ਸਿੱਖ ਇਤਿਹਾਸ ਦਾ, ਜਿਹੜਾ ਵੀ ਆਪਾਂ ਇਹਨਾਂ ਮੁਲਕਾਂ ਦੇ ਵਿੱਚ ਆਪਾਂ ਆਪਦੇ ਬੱਚਿਆਂ ਨੂੰ ਪੜ੍ਹਾ ਸਕੀਏ।
ਤੇ ਇੱਕ ਪੰਨੂ ਸਾਹਿਬ ਮੇਰਾ ਹੋਰ ਸਵਾਲ ਆ ਜੀ, ਸਰਕਾਰ ਨਵੀਂ ਨੂੰ 1 ਮਹੀਨਾ ਹੋ ਗਿਆ, ਤੁਸੀਂ ਇਹਨੂੰ ਕਿੰਨੇ ਪੁਆਇੰਟ ਦਿੰਦੇ ਆ? ਗੁੱਡ, ਬੈਟਰ, ਜਾਂ ਤੁਸੀਂ ਇਹਨੂੰ ਫੇਲ ਮੰਨਦੇ ਆ ਤੇ ਜਾਂ ਨਖਿੱਧ ਮੰਨਦੇ ਆ ਜੀ, ਜਾਂ ਨਾਟ ਬੈਡ ਮੰਨਦੇ ਆ ਜੀ? ਦੇਖੋ, ਪਹਿਲਾਂ ਤਾਂ ਮੈਂ ਛੋਟਾ ਜਵਾਬ ਜਿਹੜਾ ਜੀ ਦੇ ਦੇਵਾਂ ਕਿ ਅਜੇ 1 ਮਹੀਨੇ ਦੇ ਵਿੱਚ ਤਾਂ ਬਦਲੀਆਂ ਦੇ ਵਿੱਚ ਹੀ ਉਲਝੀ ਹੋਈ ਹੈ ਜੀ ਸਰਕਾਰ। ਪੁਆਇੰਟ ਦੇਣ ਨੂੰ ਹੈ ਨੀਗਾ ਕੁਛ ਵੀ ਅਜੇ ਹਾਲ ਦੀ ਘੜੀ ਜਿਹੜਾ ਜੀ, ਕਿਉਂਕਿ ਜੇ ਉਹਨੇ STF ਜਾਂ ਦੂਜੀਆਂ ਤੀਜੀਆਂ ਜਿਹੜੀਆਂ ਬਣਾਈਆਂ ਨੇ ਉਹਨਾਂ ਦੇ ਕਾਰਗੁਜ਼ਾਰੀ ਜਿਹੜੇ ਅਜੇ ਸਾਹਮਣੇ ਆਉਣੀ, ਉਹਦੇ ਦੇ ਰਿਜ਼ਲਟ ਜਿਹੜੇ ਆ ਜੀ ਆ ਜਾਣ ਸਾਹਮਣੇ, ਫਿਰ ਦੇਵਾਂਗੇ। ਬੈਡ ਇਸ ਕਰਕੇ ਨਹੀਂ ਕਿਹਾ ਜਾ ਸਕਦਾ ਜੀ ਕਿ ਬਹੁਤ ਛੇਤੀ ਆ ਕਿਸੇ ਨੂੰ ਕੋਈ ਜਿਹੜਾ ਜੀ ਜੱਜ ਕਰ ਲੈਣਾ ਜਾਂ ਇਹ ਕਹਿ ਦੇਣਾ ਕਿ ਕੁਛ ਨਹੀਂ ਹੋਣਾ। ਲੈਟਸ ਸੀ, ਕੁਛ ਸਮਾਂ ਜਿਹੜਾ ਜੀ ਘੱਟੋ ਘੱਟ 6 ਮਹੀਨੇ ਦਾ ਸਮਾਂ ਜਿਹੜਾ ਜੀ ਉਹ ਲਾ ਕੇ ਚੱਲੋ, ਅੱਬਲ ਤਾਂ ਸਾਲ ਨਹੀਂ ਤਾਂ 6 ਮਹੀਨੇ ਦਾ ਤਾਂ ਸਮਾਂ ਜਿਹੜਾ ਉਹ ਲਾ ਕੇ ਚੱਲੋ ਕਿ ਉਹਦੇ ਦੌਰਾਨ ਕੁਛ ਨਤੀਜੇ ਗੁੱਡ ਬੈਡ ਜਿਹੜੇ ਉਹ ਨਿਕਲਣੇ ਸ਼ੁਰੂ ਹੋਣਗੇ। ਤੁਹਾਡਾ ਇੱਕ ਗੱਲੋਂ ਤਾਂ ਮੈਂ ਐਪਰੀਸ਼ੀਏਟ ਕਰਦਾ ਜੀ ਤੁਹਾਡੇ ਇਸ ਸਵਾਲ ਦੇ ਵਾਸਤੇ, ਬਹੁਤ ਵਾਜਬ ਜਿਹੜਾ ਜੀ ਉਹ ਸਵਾਲ ਤੁਸੀਂ ਪੁੱਛਿਆ ਜਿਹਦਾ ਅਸਰ ਭਵਿੱਖ ਦੇ ਉੱਤੇ ਜਿਹੜਾ ਜੀ ਉਹ ਪੈਣਾ। ਮੇਰਾ ਖਿਆਲ ਤੁਸੀਂ ਸਵਾਲੀਆ ਚਿੰਨ੍ਹ ਇੱਕ ਬਹੁਤ ਵੱਡਾ ਜਿਹੜਾ ਉਹ ਲਾ ਗਏ ਸਾਡੀਆਂ ਉਹਨਾਂ ਸੰਸਥਾਵਾਂ ਦੇ ਉੱਤੇ ਜਿਹੜੀਆਂ ਬਹੁਤ ਵੱਡੇ ਵੱਡੇ ਜਿਹੜਾ ਜੀ ਉਹ ਦਾਅਵੇ ਕਰਦੀਆਂ ਨੇ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ, ਜਿਹੜੀ ਅੰਡੇਮਾਨ ਨਿਕੋਬਾਰ ਵਾਲੀ ਉਹ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੇਰ ਉਭਾਰੀ, ਪਰ ਹਾਂ ਜਿਹੜੀ ਤੁਹਾਡੇ ਵਾਲੀ ਸੋਚ ਹੈ ਇਹ ਅਜੇ ਕਿਤੇ ਕਿਸੇ ਜਗ੍ਹਾ ਦੇ ਉੱਤੇ ਮੈਨੂੰ ਸੁਣਨ ਨੂੰ ਜਿਹੜੀ ਹੈ ਉਹ ਮਿਲੀ ਨਹੀਂ। 1984 ਦੇ ਵਿੱਚ ਜਦੋਂ ਸਾਕਾ ਨੀਲਾ ਤਾਰਾ ਹੋਇਆ, ਆਪਾਂ ਸਾਰੇ ਜਾਣਦੇ ਹਾਂ, ਉਹਦੇ ਵਿੱਚ ਜਿੰਨਾ ਨੁਕਸਾਨ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਸੀ, ਖਾਸ ਤੌਰ ਦੇ ਉੱਤੇ ਮੈਂ ਉਹਦਾ ਜਿਹੜਾ ਜ਼ਿਕਰ, ਕਿਉਂਕਿ ਮੈਂ ਇਤਿਹਾਸ ਦਾ ਸਟੂਡੈਂਟ ਹਾਂ ਜੀ, ਮੈਨੂੰ ਜਿਹੜਾ ਜੀ ਇੱਕ ਜਨੂੰਨ ਹੈ ਇਤਿਹਾਸ ਦੇ ਬਾਰੇ ਦੇ ਵਿੱਚ ਜਾਣਨਾ, ਉਹਦੇ ਬਾਰੇ ਦੇ ਵਿੱਚ ਪੜ੍ਹਨਾ, ਤਾਂ ਕਰਕੇ ਜਿਹੜਾ ਜੀ ਉਹਨੂੰ ਮੈਂ ਖਾਸ ਤੌਰ ਦੇ ਉੱਤੇ ਤਵੱਜੋ ਦਿੰਦਾ। ਨੁਕਸਾਨ ਬਹੁਤ ਹੋਇਆ ਜੀ, ਇੰਨਾ ਹੋਇਆ ਸਾਰਾ ਜਿਹੜਾ ਕਿ ਗਿਣਤੀਆਂ ਮਿਣਤੀਆਂ ਤੋਂ ਪਰੇ ਆ, ਸ਼ਾਇਦ ਕਦੇ ਵੀ ਪੂਰਾ ਨਹੀਂ ਹੋ ਸਕਦਾ, ਨਸਲਾਂ ਤੱਕ ਵੀ ਉਹ ਪੂਰਾ ਨਹੀਂ ਹੋਣਾ। ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਬਾਰੇ ਦੇ ਵਿੱਚ ਇਹ ਕਿਹਾ ਜਾਂਦਾ ਕਿ ਜਦੋਂ ਸਾਕਾ ਨੀਲਾ ਤਾਰਾ ਦੇ ਸਮੇਂ ਦੇ ਉੱਤੇ ਫੌਜ ਦਾ ਕੰਟਰੋਲ ਹੋ ਗਿਆ ਸੀਗਾ ਤੇ ਖਾਸ ਤੌਰ ਦੇ ਉੱਤੇ ਫਿਰ ਟਾਰਗੇਟ ਜਿਹੜਾ ਜੀ ਇਸ ਰੈਫਰੈਂਸ ਲਾਇਬ੍ਰੇਰੀ ਨੂੰ ਕੀਤਾ ਗਿਆ ਸੀਗਾ, ਉਦੋਂ ਅੰਦਰ ਜਿਹੜਾ ਸੀਗਾ ਇੱਕ ਟੈਂਕ ਲਿਆ ਕੇ ਉਹਦੇ ਨਾਲ ਇਹਨੂੰ ਤਬਾਹ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਦੋਂ ਪਹਿਲਾਂ ਵੀ ਕਦੇ ਇਹ ਨਹੀਂ ਸੋਚਿਆ ਕਿ ਜੋ ਕੁਛ ਉਹਦੇ ਕੋਲੇ ਪਿਆ ਇੱਕ ਬਹੁਤ ਬਹੁਮੁੱਲੇ ਖਜ਼ਾਨੇ ਦੇ ਰੂਪ ਦੇ ਵਿੱਚ ਉਹਨੂੰ ਕਿਸੇ ਤਰੀਕੇ ਦੇ ਨਾਲ ਸੰਭਾਲਿਆ ਜਾਵੇ, ਉਹਦੀਆਂ ਫੋਟੋਕਾਪੀਆਂ ਹੋਣ, ਉਹਦੀਆਂ ਪਿਕਚਰਸ ਹੋਣ, ਉਹਦਾ ਕੁਛ ਹੋਵੇ। ਮੈਂ ਇੱਕ ਨਿਊਜ਼ ਅੱਜ ਪੜ੍ਹ ਰਿਹਾ ਸੀਗਾ, ਸ਼ੋਭਾ ਸਿੰਘ ਹੋਰਾਂ ਦੀਆਂ ਜਿਹੜੀਆਂ ਬਣਾਈਆਂ ਹੋਈਆਂ ਪੇਂਟਿੰਗਸ ਨੇ ਉਹਨੂੰ ਡਿਜੀਟਲ ਜਿਹੜਾ ਜੀ ਉਹ ਕੀਤਾ ਜਾ ਰਿਹਾ ਉਹਦੇ ਪਰਿਵਾਰ ਦੇ ਵੱਲੋਂ ਕਿ ਉਹ ਖਰਾਬ ਹੋ ਜਾਣੀਆਂ ਨੇ ਕੁਝ ਸਮੇਂ ਤੋਂ ਬਾਅਦ, ਉਹਨੂੰ ਡਿਜੀਟਲ ਜਿਹੜਾ ਜੀ ਉਹ ਕਰ ਲਿਆ ਜਾਵੇ। ਉਹਦੇ ਨਾਲ ਰਲਦੀ ਇਹ ਗੱਲ ਨਹੀਂ ਗੀ, ਪਰ ਮੈਂ ਤਾਂ ਕਰਕੇ ਨਾਲ ਮਿਸਾਲ ਦਿੱਤੀ ਹੈ ਕਿ ਜੇ ਉਹ ਹੋ ਸਕਦਾ, ਜਿਹੜੀ ਗੱਲ ਅਸੀਂ ਸਾਕਾ ਨੀਲਾ ਤਾਰਾ ਦੇ ਉਹਦੇ ਕਰਕੇ ਜਿਹੜਾ ਜੀ ਰੈਫਰੈਂਸ ਲਾਇਬ੍ਰੇਰੀ ਦੇ ਰੂਪ ਦੇ ਵਿੱਚ ਗਵਾ ਲਿਆ, ਇਹਦਾ ਜ਼ਿਕਰ ਹੀ ਨਹੀਂ ਹੁੰਦਾ। ਹਾਂ, ਕੋਈ ਕਹਿੰਦਾ ਜੀ ਅਸੀਂ ਚਿੱਠੀ ਲਿਖਤੀ, ਜਿਹੜਾ ਸਮਾਨ ਦੇ ਦਿਓ ਵਾਪਸ, ਸਮਾਨ ਉਹ ਕਿੱਥੋਂ ਵਾਪਸ ਆਉਣਾ ਜੀ? ਜਿਹੜਾ ਉੱਥੇ ਸੜ ਗਿਆ, ਜਿਹੜਾ ਉੱਥੇ ਬਿਲਕੁਲ ਤਬਾਹ ਜਿਹੜਾ ਸੀਗਾ ਉਹ ਕਰ ਦਿੱਤਾ ਗਿਆ, ਉਹ ਤਾਂ ਹੋਰ ਰੂਪ 'ਚ ਸੜਿਆ, ਹੋਰ ਰੂਪ 'ਚ ਤਬਾਹ ਹੋਇਆ। ਆਹ ਜਿਹੜਾ ਇਤਿਹਾਸ, ਜਿਹੜਾ ਰੀਅਲ ਇਤਿਹਾਸ ਹੈ, ਉਹਨੂੰ ਜਿਵੇਂ ਪਾਸੇ ਕੀਤਾ ਜਾ ਰਿਹਾ ਆਉਣ ਵਾਲੀਆਂ ਨਸਲਾਂ ਦੇ ਵਾਸਤੇ, ਮੈਂ ਸਮਝਦਾ ਤੁਹਾਡਾ ਐਸਾ ਇਹ ਸਵਾਲ ਹੈ ਜਿਹੜਾ ਕਿ ਸਾਰੀਆਂ ਜਿਹੜੀਆਂ ਕਮੇਟੀਆਂ ਨੇ ਜਾਂ ਜਿਹੜੇ ਲੋਕ ਫਿਕਰਮੰਦ ਨੇ ਉਹਨਾਂ ਤੱਕ ਜਿਹੜਾ ਜੀ ਉਹ ਪਹੁੰਚਣਾ ਚਾਹੀਦਾ। ਔਰ ਹਰ ਜਗ੍ਹਾ ਦੇ ਉੱਤੇ ਇਸ ਚੀਜ਼ ਦਾ ਜ਼ਿਕਰ ਹੋਣਾ ਚਾਹੀਦਾ ਹੈ ਕਿ ਜਿਹੜਾ ਪੁਰਾਣਾ ਇਤਿਹਾਸ ਆ ਅੱਜ ਹੀ ਉਹਨੂੰ ਸੰਭਾਲ ਲਿਆ ਜਾਵੇ ਕਿਸੇ ਤਰੀਕੇ ਦੇ ਨਾਲ, ਤਾਂ ਕਿ ਉਹਦੇ ਵਿੱਚ ਜਿਹੜੀ ਛੇੜਛਾੜ ਜਿਹੜੀ ਹੋਣੀ ਆ ਉਦੋਂ ਕੱਲ ਨੂੰ ਇਹ ਤਾਂ ਪਤਾ ਲੱਗ ਜਾਏ ਛੇੜਛਾੜੇ ਵਾਲੇ ਕਿਹੜਾ ਇਤਿਹਾਸ ਆ ਤੇ ਪਹਿਲਾਂ ਕਿਹੜਾ। ਪਰ ਸਵਾਲ ਇਹ ਆ ਕਿ ਇਹੋ ਜੀ ਅਸੀਂ ਤਵੱਕੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਨਹੀਂ ਕਰ ਸਕਦੇ ਕਿ ਉਹ ਇੱਦਾਂ ਦਾ ਕੁਝ ਜਿਹੜਾ ਜੀ ਕਮ ਸੇ ਕਮ ਸਿੱਖ ਇਤਿਹਾਸ ਜਿੰਨਾ ਕੁ ਜਿਹੜਾ ਲਿਖਿਆ ਹੋਇਆ, ਜੇ ਉਹਨੂੰ ਸੰਭਾਲਣ ਦੇ ਯਤਨਾਂ ਦੇ ਵਿੱਚ ਹੀ ਕੁਝ ਜਿਹੜਾ ਜੀ ਉਹ ਬੱਲ ਮਾਰ ਲੂਗੀ। ਪਰ ਇਹ ਵੀ ਇੱਕ ਰਿਐਲਿਟੀ ਆ ਕਿ ਬਹੁਤ ਕੁਝ ਤਬਦੀਲ ਹੋ ਚੁੱਕਿਆ ਹੋਇਆ ਜੀ। ਮੈਂ ਤਾਂ ਇੰਨਾ ਕਹੂੰਗਾ, ਤੁਸੀਂ ਜਿਸ ਕਿਸਮ ਦਾ ਸਵਾਲ ਕੀਤਾ ਜੀ, ਰੀਅਲੀ ਐਪਰੀਸ਼ੀਏਟ ਜੀ ਤੁਹਾਡੇ ਸਵਾਲ ਦੇ ਵਾਸਤੇ। ਬਿਲਕੁਲ ਜੀ ਰਾਜ ਜੀ, ਜੇ ਤੁਸੀਂ ਮੈਨੂੰ ਪੁੱਛਦੇ ਤਾਂ ਮੇਰੇ ਖਿਆਲ ਦੇ ਵਿੱਚ ਤੇ ਮੈਨੂੰ ਪਿਛਲੇ 3 ਸਾਲ ਤੋਂ ਮੈਂ ਇਹ ਜ਼ਰੂਰ ਆਪਣੇ ਸ਼ੋਆਂ ਦੇ ਵਿੱਚ ਕਹਿ ਰਹੀ ਹਾਂ ਕਿ ਸਾਡਾ ਇਤਿਹਾਸ ਬਦਲਿਆ ਜਾ ਰਿਹਾ ਆ। ਪਰ ਮੈਂ ਉੱਥੇ ਨਹੀਂ ਸੀ 1984 ਦੇ ਵਿੱਚ, ਮੈਂ ਇੱਥੇ ਸੀ। ਪਰ ਮੇਰਾ ਆਪਣਾ ਮਨ ਕਹਿੰਦਾ ਕਿ ਉਹਨੇ ਲਾਇਬ੍ਰੇਰੀ ਸਾੜੀ ਨਹੀਂ, ਉਹਨੂੰ ਚੱਕ ਕੇ ਲੈ ਗਿਆ, ਉਸਨੂੰ ਬਦਲਿਆ ਜਾ ਰਿਹਾ ਪੜ੍ਹ ਕੇ, ਉਸ ਦੇ ਵਿੱਚ ਰਲਗੱਡ ਬਹੁਤ ਕੀਤੀ ਜਾ ਰਹੀ ਆ। ਬਾਕੀ ਤੁਸੀਂ ਇਤਿਹਾਸ ਦੀ ਗੱਲ ਕੀਤੀ ਆ, ਵੈਸੇ ਤੁਸੀਂ ਜਿੱਥੇ ਰਹਿੰਦੇ ਮੈਨੂੰ ਪਤਾ ਨਹੀਂ, ਪਰ ਜਿੱਥੇ ਮੈਂ ਰਹਿੰਦੀ ਉੱਥੇ ਆਲੇ ਦੁਆਲੇ ਦੇ ਸਕੂਲ ਆ ਜਿਹੜੇ ਪੰਜਾਬੀ ਜਿਹਨਾਂ ਦੀ ਤੁਸੀਂ ਗੱਲ ਕਰਦੇ ਹੋ, ਇੱਥੇ ਆਪ ਲਿਖਿਆ ਗਿਆ ਸਾਰਾ ਸਿਲੇਬਸ। ਪੰਜਾਬ ਤੋਂ ਜਾਂ ਇੰਡੀਆ ਤੋਂ ਕੋਈ ਬੁੱਕ ਨਹੀਂ ਮੰਗਵਾਈ ਜਾਂਦੀ, ਇੱਥੇ ਆਪ ਲਿਖਿਆ ਜਿਹੜੇ ਪੜ੍ਹੇ ਲਿਖੇ ਲੋਕ ਆ ਉਹਨਾਂ ਨੇ। ਅਤੇ ਅੱਗੇ ਜੀ ਸਾਡੇ ਨਾਲ ਮਨਰਾਜਵੀਰ ਸਿੰਘ ਜੀ।
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਜਿਹੜੇ ਪੰਜਾਬ ਵਿਧਾਨ ਸਭਾ ਲਈ ਜਦੋਂ MLA ਚੁਣ ਕੇ ਆਉਂਦੇ, ਲੋਕਾਂ ਦੇ ਕੰਮ ਕਰਨ ਵਾਸਤੇ ਆਉਂਦੇ ਆ ਵੀ ਤਕਰੀਬਨ ਸਾਰੇ ਵੀ ਜੋ ਲੋਕਾਂ ਦੀਆਂ ਮੁਸ਼ਕਲਾਂ, ਤੇ ਉਹ ਜੇ ਮੁਸ਼ਕਲ ਕਿਸੇ ਮੰਤਰੀ ਨੂੰ ਦੱਸ ਸਕਦੇ ਜਿਹੜੇ MLA ਆ, ਜਾਂ ਫਿਰ ਉਹ ਮੁੱਖ ਮੰਤਰੀ ਨਾਲ ਸਿੱਧੀ ਗੱਲ ਵੀ ਕਰ ਸਕਦੇ ਆ, ਤੇ ਇਹੋ ਜਿਹੀ ਕਿਹੜੀ ਗੱਲ ਹੋ ਜਾਂਦੀ ਕਿ ਕਿਸੇ ਇੱਕ MLA ਨੂੰ ਰਾਤ ਲੁਕ ਕੇ ਇੱਕ ਆਰੇ ਦੇ ਲੱਕੜਾਂ ਵਾਲੇ ਟਾਲ ਦੇ ਵਿੱਚ ਤੇ ਮੁੱਖ ਮੰਤਰੀ ਦੇ OSD ਨੂੰ ਮਿਲਣਾ ਪੈਂਦਾ, ਤੇ ਮੌੜ ਮੰਡੀ ਤੋਂ ਆਮ ਆਦਮੀ ਪਾਰਟੀ ਦਾ MLA ਜਿਹੜਾ ਰਾਤ ਚੋਰੀ ਤਕਰੀਬਨ ਛੁਪ ਕੇ ਮਿਲਿਆ ਉਹਨੂੰ, ਕਿ ਜਿਹੜਾ ਚਿੱਟੇ ਦਿਨ ਕੰਮ ਕਰਨ ਵਾਸਤੇ ਜਦੋਂ ਅਸੀਂ ਸਹੁੰ ਖਾਂਦੇ ਹਾਂ ਵੀ ਅਸੀਂ ਲੋਕਾਂ ਦੇ ਕਰਨੇ ਆ। ਤੇ ਇਹ ਕੀ ਇਹਦੇ ਵਿੱਚ ਪਾਰਟੀ ਦੇ ਵਿੱਚ ਕੀ ਚੱਲ ਰਿਹਾ? ਜਿਵੇਂ ਪਿਛਲੇ ਦਿਨੀ ਇਹਨਾਂ ਦੀ ਮੀਟਿੰਗ ਵੀ ਹੋਈ ਆ, ਤੇ ਉਹਦੇ ਵਿੱਚ ਭਗਵੰਤ ਮਾਨ ਨੂੰ ਨਹੀਂ ਸੱਦਿਆ ਗਿਆ ਜਿਹੜੇ ਹੋਏ ਆ, ਤੇ ਕੀ ਇਹਦੇ ਵਿੱਚ ਅੱਜ ਕੱਲ੍ਹ ਜਿਹੜਾ ਖਹਿਰਾ ਤੇ ਫੂਲਕਾ ਧੜਾ ਉਹ ਤਕਰੀਬਨ ਹੈਗਾ ਧੜੇਬੰਦੀ ਆਲਮੋਸਟ ਸਾਹਮਣੇ ਆ ਗਈ ਆ, ਤੇ ਉਹ ਤਕਰੀਬਨ ਕਾਫੀ ਮਜ਼ਬੂਤ ਹੋ ਰਹੇ, ਜਿਵੇਂ ਤਗੜੇ ਹੋ ਰਹੇ, ਤੇ ਭਗਵੰਤ ਮਾਨ ਨੂੰ ਬਿਲਕੁਲ ਮੇਰੇ ਖਿਆਲ ਇਗਨੋਰ ਕੀਤਾ ਜਾ ਰਿਹਾ, ਪਾਸੇ ਕਰ ਰਿਹਾ। ਥੈਂਕ ਯੂ ਜੀ। ਦੇਖੋ, ਜਿਹੜੀ ਤੁਸੀਂ ਗੱਲ ਕਰ ਰਹੇ ਹੋ ਚਰਚਾ ਦਾ ਵਿਸ਼ਾ ਜ਼ਰੂਰ ਬਣਿਆ। ਕਮਾਲੂ ਹੋਰਾਂ ਦੀ ਤੁਸੀਂ ਗੱਲ ਜਿਹੜੀ ਉਹ ਕਰ ਰਹੇ ਹੋ। ਜੇ ਮੰਨ ਲਓ ਜੇ ਆਮ ਆਦਮੀ ਪਾਰਟੀ ਦਾ ਕੋਈ MLA ਕਿਸੇ ਮੰਤਰੀ ਨੂੰ ਓਪਨ ਵੀ ਮਿਲਦਾ ਆਪਣੇ ਹਲਕੇ ਦੇ ਕੰਮ ਦੇ ਵਾਸਤੇ, ਤੇ ਬਜਾਏ ਇਹਦੇ ਕਿ ਉਹ ਕੋਈ ਕੰਟਰੋਵਰਸੀ ਬਣੇ ਜਾਂ ਉਹ ਖਬਰਾਂ ਬਣਨ, ਉਹ ਬਣਨੀਆਂ ਨਹੀਂ ਚਾਹੀਦੀਆਂ। ਮੇਰਾ ਖਿਆਲ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਆਪਣੇ ਹਲਕੇ ਦੇ ਵਾਸਤੇ, ਆਪਣੇ ਲੋਕਾਂ ਦੇ ਵਾਸਤੇ। ਕੋਈ ਮਿਲ ਲੈਂਦਾ ਤੇ ਉਹਨੂੰ ਇਹ ਨਹੀਂ ਹੋਣਾ ਚਾਹੀਦਾ ਕਿ ਕਿਉਂ ਮਿਲਿਆ ਜੀ, ਇਹ ਤਾਂ ਵਿਰੋਧੀ ਧਿਰ ਦਾ ਇਸ ਕਰਕੇ ਮਿਲਿਆ। ਪਰ ਜਿਹੜੇ ਤਰੀਕੇ ਦੇ ਨਾਲ ਮਿਲਿਆ ਉਹ ਜਿਹੜਾ ਦੀ ਸ਼ੱਕ ਪੈਦਾ ਕਰਦਾ, ਜਿਹੜਾ ਉਹ ਤਰੀਕਾ। ਜਿਹੜੀ ਤੁਸੀਂ ਧੜੇਬੰਦੀ ਦੀ ਗੱਲ ਕੀਤੀ ਜੀ, ਇਹ ਬਿਲਕੁਲ ਗੱਲ ਦਰੁਸਤ ਆ, ਮੰਨਣ ਵਾਲੀ ਆ ਕਿ ਧੜੇਬੰਦੀ ਜਿਹੜੀ ਹੈ ਜੀ ਉਹ ਇਸ ਵੇਲੇ ਉੱਭਰ ਰਹੀ ਆ ਪੰਜਾਬ ਦੇ ਵਿੱਚ। ਇੱਕ ਪ੍ਰੋਗਰਾਮ HS ਫੂਲਕਾ ਸਾਹਿਬ ਨੇ ਦਿੱਤਾ ਕਿ ਉਹ ਕਹਿੰਦੇ ਜੀ ਜਿਹੜੇ MLA ਮੇਰੇ ਨਾਲ ਜਿੱਤੇ ਨੇ, ਅਸੀਂ ਜਿਹੜੇ ਆ 1 ਤਰੀਕ ਤੋਂ ਜਾਵਾਂਗੇ ਪੰਜਾਬ ਦੇ ਡਿਸਟ੍ਰਿਕਟ ਦੇ ਵਿੱਚ, ਜ਼ਿਲ੍ਹਿਆਂ ਦੇ ਵਿੱਚ, ਇਹ ਦੱਸਣ ਦੇ ਵਾਸਤੇ ਕਿ ਕਾਂਗਰਸ ਦੀ ਜਿਹੜੀ ਸਰਕਾਰ ਆ ਜੀ ਉਹ ਕਿਹੜੇ ਵਾਅਦੇ ਕਰਕੇ ਆਈ ਆ, ਤੇ ਉਹਨੇ ਅਜੇ ਪੂਰੇ ਇਹਨਾਂ ਦੇ ਵਿੱਚੋਂ ਕੋਈ ਵਾਅਦਾ ਜਿਹੜਾ ਜੀ ਉਹ ਨਹੀਂ ਕੀਤਾ। ਪਹਿਲੀ ਤਾਂ ਗੱਲ ਇਹ ਕਿ ਜੀ ਇਹ ਟੂ ਅਰਲੀ, ਬਹੁਤ ਜ਼ਿਆਦਾ ਜਿਹੜਾ ਤੁਸੀਂ ਕਹਿ ਸਕਦੇ ਹੋ ਛੇਤੀ ਦੇ ਨਾਲ ਮਹੀਨੇ ਦੇ ਵਿੱਚ ਜਿਹੜੇ ਆ ਜੀ ਉਹ ਵਾਅਦੇ ਕਿਵੇਂ ਪੂਰੇ ਹੋ ਸਕਦੇ, ਕਿਉਂਕਿ ਐਡੇ ਵੱਡੇ ਸਿਸਟਮ ਦੇ ਉੱਤੇ, ਢਾਂਚੇ ਦੇ ਉੱਤੇ ਇੱਕ ਪਕੜ ਬਣਾਉਣੀ ਜਿਹੜੀ ਉਹ ਸਮਾਂ ਉਹਦੇ ਵਾਸਤੇ ਲੱਗਦਾ। ਜਿਵੇਂ ਮੈਂ ਸਟਾਰਟਿੰਗ 'ਚ ਇੱਕ ਭਾਈ ਸਾਹਿਬ ਨੇ ਪੁੱਛਿਆ ਸੀਗਾ ਕਿੰਨੇ ਨੰਬਰ ਦਿਓਗੇ, ਮੈਂ ਤਾਂ ਇਹੀ ਕਿਹਾ ਵੀ ਇਹ ਬਦਲੀਆਂ 'ਚ ਅਜੇ ਜਿਹੜੀ ਆ ਜੀ ਉਹ ਉਲਝੀ ਹੋਈ ਹੈ ਸਰਕਾਰ। ਕਈ ਅਫਸਰ ਨੇ ਜਿਨ੍ਹਾਂ ਦੀ ਮਹੀਨੇ ਦੇ ਵਿੱਚ 3 ਵਾਰੀ ਵੀ ਬਦਲੀ ਹੋ ਗਈ ਹੈ ਜੀ। ਉਹਦਾ ਰੀਜ਼ਨ ਇਹ ਹੈ ਕਿ ਐਡਜਸਟਮੈਂਟ ਨਹੀਂ ਹੋ ਪਾ ਰਹੀ, ਔਰ ਜਿਹੜਾ ਗਲਬਾ 10 ਸਾਲਾਂ ਦਾ ਅਫਸਰਸ਼ਾਹੀ ਦੇ ਉੱਤੇ ਪਿਆ ਹੋਇਆ ਪਿਛਲੀ ਸਰਕਾਰ ਦਾ, ਉਹ ਤੋੜਨਾ ਔਖਾ ਜਿਹੜਾ ਜੀ ਉਹ ਹੋ ਰਿਹਾ। ਉਹਨਾਂ ਦੇ ਲਿੰਕ ਵਗੈਰਾ ਜਿਹੜੇ ਆ ਜੀ ਉਹ ਜ਼ਿਆਦੇ ਆ, ਜਿਹਦੇ ਕਰਕੇ ਇਹ ਸਾਰਾ ਕੁਝ ਜਿਹੜਾ ਉਹ ਹੋ ਰਿਹਾ। ਜੇ ਫੂਲਕਾ ਸਾਹਿਬ ਨੇ ਇਹ ਪ੍ਰੋਗਰਾਮ ਦੇ ਦਿੱਤਾ ਤੇ ਹੁਣ ਉਹਦਾ ਜਿਹੜਾ ਜੀ ਇਹ ਵਿੱਚੋਂ ਨਿਕਲਣਾ ਸ਼ੁਰੂ ਹੋ ਗਿਆ। ਮੈਂ ਗੁਰਪ੍ਰੀਤ ਸਿੰਘ ਘੁੱਗੀ ਹੋਰਾਂ ਦਾ ਜਿਹੜਾ ਜੀ ਉਹ ਬਿਆਨ ਪੜ੍ਹ ਰਿਹਾ ਸੀ, ਉਹ ਕਹਿੰਦੇ ਸੀ ਕਿ ਇਹ ਪਾਰਟੀ ਦਾ ਪ੍ਰੋਗਰਾਮ ਨਹੀਂ ਆ। ਮੇਰੀ ਕੁਛ ਇੱਕ ਹੋਰ ਬੰਦਿਆਂ ਦੇ ਨਾਲ ਵੀ ਜਿਹੜੀ ਆ ਜੀ ਉਹ ਗੱਲ ਕੱਲ ਹੋਈ ਸੀਗੀ, ਉਹ ਕਹਿੰਦੇ ਕਿ ਇਹ ਪਾਰਟੀ ਦਾ ਪ੍ਰੋਗਰਾਮ ਨਹੀਂ ਆ, ਇਹ ਪ੍ਰੋਗਰਾਮ ਫੂਲਕਾ ਸਾਹਿਬ ਨੇ ਜਿਹੜਾ ਜੀ ਆਪਣੇ ਤੌਰ ਦੇ ਉੱਤੇ ਦਿੱਤਾ। ਤੋ ਫੂਲਕਾ ਸਾਹਿਬ ਕੀ ਬਾਕੀ ਜਿਹੜੇ ਉਹਨਾਂ ਨੂੰ ਇਹ ਲੱਗਦਾ ਕਿ ਜਿਹੜੇ MLA ਜਿੱਤੇ ਹੋਏ ਨੇ 20 ਉਹਨਾਂ ਸਣੇ, ਕੀ ਉਹਨਾਂ ਨੂੰ ਉਹਨਾਂ ਦੀ ਹੀ ਲੋੜ ਹੈ, ਜਾਂ ਜਿਹੜੇ ਹਾਰੇ ਹੋਏ ਨੇ ਜਿਨ੍ਹਾਂ ਨੇ ਚੰਗੀ ਫਾਈਟ ਦਿੱਤੀ ਹੈ ਉਹਨਾਂ ਨੂੰ ਵੀ ਉਹਨਾਂ ਦੀ ਵੀ ਲੋੜ ਆ ਉਹਨਾਂ ਨੂੰ, ਜਾਂ ਜਿਹੜੀ ਲੀਡਰਸ਼ਿਪ ਨੇ ਚੋਣਾਂ ਜਿਹੜੀਆਂ ਦੀ ਉਹ ਲੜੀਆਂ ਉਸ ਲੀਡਰਸ਼ਿਪ ਦੀ ਵੀ ਉਹਨਾਂ ਨੂੰ ਲੋੜ ਹੈ। ਸੁਖਪਾਲ ਸਿੰਘ ਖਹਿਰਾ ਹੋਰੀ ਤਾਂ ਇਹ ਕਹਿੰਦੇ ਆ ਕਿ ਜਿਹੜੀ ਖੁਦ ਮੁਖਤਿਆਰੀ ਆ ਉਹ ਪੰਜਾਬ ਨੂੰ ਦੇ ਦਿਓ, ਇਹਦੇ ਉੱਤੇ ਦਿੱਲੀ ਦਾ ਗਲਬਾ ਨਾ ਪਵੇ। ਤੇ ਉਹ ਲੱਗਦਾ ਫੂਲਕਾ ਸਾਹਿਬ ਨੇ ਇਹ ਜਿਹੜੀ ਖੁਦ ਮੁਖਤਿਆਰੀ ਆ ਜੀ ਉਹ ਲੈ ਵੀ ਲਈ, ਇਸ ਕਰਕੇ ਉਹਨਾਂ ਨੇ ਪਾਰਟੀ ਦੇ ਕਿਸੇ ਹੋਰ ਆਗੂ ਨੂੰ ਪੁੱਛਣ ਦੀ, ਨਾਲ ਲੈਣ ਦੀ ਜ਼ਰੂਰਤ ਹੀ ਨਹੀਂ ਮਹਿਸੂਸ ਕੀਤੀ। ਉਹ ਆਪਣੇ ਤੌਰ ਦੇ ਉੱਤੇ 1 ਤਰੀਕ ਤੋਂ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਨਿਕਲਣਾ ਚਾਹੁੰਦੇ ਨੇ। ਸਖਚੈਨ ਜੀ ਸਤਿ ਸ਼੍ਰੀ ਅਕਾਲ। ਸਖਚੈਨ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਕੀ ਸਵਾਲ ਹੈ ਜੀ? ਮੇਰਾ ਇੱਕ ਸਿੰਪਲ ਜਿਹਾ ਸਵਾਲ ਹੈ ਜੀ। ਸਵਾਲ ਕਹਿ ਲਓ ਜਾਂ ਮੈਂ ਆਪਣੀ ਜਸਟ ਨੌਲੇਜ ਲਈ ਪੁੱਛਣਾ ਚਾਹੁੰਦਾ ਪੰਨੂ ਸਾਹਿਬ ਨੂੰ, ਕਿਉਂ ਇੰਡੀਆ ਹੁੰਦੇ ਆ ਉਹਨਾਂ ਨੂੰ ਪਤਾ ਜ਼ਿਆਦਾ ਪਤਾ ਕਿ ਜਿਹੜਾ ਬੀਫ ਖਾਣਾ ਇੰਡੀਆ ਦੇ ਵਿੱਚ ਬਈ ਉਹ ਸੁਪਰੀਮ ਕੋਰਟ ਵੱਲੋਂ ਬੈਨ ਕੀਤਾ ਹੋਇਆ ਕਿ ਸਿਰਫ ਜਿਹੜੀਆਂ ਹਿੰਦੂ ਜਥੇਬੰਦੀਆਂ ਨੇ ਸਿਰਫ ਉਹਨਾਂ ਨੇ ਆਪਣੇ ਤੌਰ ਤੇ ਬੈਨ ਕੀਤਾ ਹੋਇਆ? ਕਿ ਹੁਣ ਜਿਵੇਂ ਮੁਸਲਮਾਨ ਭਾਈਚਾਰਾ ਕਿ ਉੱਥੇ ਚਲੋ ਖਾਂਦਾ ਹੀ ਹੈ, ਉਹਨਾਂ ਨੂੰ ਮਿਲਦਾ ਹੀ ਹੈਗਾ ਉੱਥੇ, ਚਾਹੇ 1 ਨੰਬਰ 'ਚ ਲੈਂਦੇ ਆ 2 ਨੰਬਰ ਦੇ ਵਿੱਚ ਲੈਂਦੇ ਆ। ਬਸ ਇਹ ਪੁੱਛਣਾ ਚਾਹੁੰਦਾ ਕਿ ਉਹ ਕਾਨੂੰਨ ਦੇ ਹਿਸਾਬ ਨਾਲ ਲੀਗਲ ਹੈ ਜਾਂ ਇਲੀਗਲ ਹੈ? ਥੈਂਕ ਯੂ। ਕਾਨੂੰਨ ਮੁਤਾਬਕ ਜਿਹੜਾ ਜੀ ਉਹ ਬੀਫ ਇੱਥੇ ਜਿਹੜਾ ਉਹ ਖਾਣਾ ਉਹ ਇਲੀਗਲ ਹੈ ਜੀ, ਕਾਨੂੰਨ ਦੇ ਮੁਤਾਬਕ। ਕਿਸੇ ਸੁਪਰੀਮ ਕੋਰਟ ਦਾ ਹੁਕਮ ਨਹੀਂ ਹੈ ਜੀ, ਭਾਰਤੀ ਕਾਨੂੰਨ ਦੇ ਮੁਤਾਬਕ। ਪਰ ਇਹਦਾ ਇੱਕ ਦੂਸਰਾ ਜਿਹੜਾ ਜੀ ਸੱਚ ਇਹ ਆ
ਕਿ ਭਾਰਤ ਜਿਹੜਾ ਜੀ ਉਹ ਬੀਫ ਦੇ ਜਿਹੜਾ ਭੇਜਦੇ ਨੇ ਬਾਹਰ ਜਿਹੜਾ ਜੀ ਉਹਦੇ ਵਿੱਚ ਇੰਪੋਰਟ ਜਿਹੜਾ ਕਰਦੇ ਨੇ, ਉਹਦੇ ਵਿੱਚ ਭਾਰਤ ਉਹਨਾਂ ਮੁਲਕਾਂ ਦੇ ਵਿੱਚੋਂ ਇੱਕ ਆ ਪਹਿਲਿਆਂ ਚੋਂ ਜਿਨ੍ਹਾਂ 'ਚ ਸਭ ਤੋਂ ਵੱਧ ਜਿਹੜਾ ਜੀ ਬੀਫ ਬਾਹਰ ਜਾਂਦਾ। ਤੇ ਇਹ ਬੀਫ ਦਾ ਕਾਰੋਬਾਰ ਕਿਹਨਾਂ ਦਾ ਜੀ? ਜਿਹੜੇ ਕਹਿੰਦੇ ਕਿ ਇਹ ਖਾਣਾ ਜਾਇਜ਼ ਨਹੀਂ ਆ, ਉਹਨਾਂ ਦੇ ਕਾਰੋਬਾਰ ਨੇ ਇਹ। ਬਿਲਕੁਲ ਜੀ, ਜੋ ਗਊਸ਼ਾਲਾ ਵਾਲੇ ਨੇ ਉਹਨਾਂ ਦਾ ਹੈ ਜੀ ਇਹ। ਰਘਬੀਰ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ। ਹਾਂਜੀ, ਮੇਰਾ ਤਾਂ ਜਾਣੀ ਕਿ ਸਾਰਿਆਂ ਤੋਂ ਹਟ ਕੇ ਜੀ ਇਹ ਸਵਾਲ ਸਿੱਧੂ ਸਾਹਿਬ ਨੇ ਕਿਹਾ ਸੀ ਨਾ ਵੀ ਕੁਝ % ਪੈਸੇ ਮੈਂ ਜਿਨ੍ਹਾਂ ਦੀਆਂ ਕਣਕਾਂ ਮੱਚੀਆਂ ਵੀ ਉਹਨਾਂ ਨੂੰ ਦੇਵਾਂਗੇ। ਤੇ ਮੇਰਾ ਤਾਂ ਸਵਾਲ ਇਹੀ ਆ ਵੀ ਬੇਨਤੀ ਕਰਨੀ ਚਾਹੀਦੀ ਹੈ ਵੀ ਜਿੰਨਾ ਬਿਜਲੀ ਮਹਿਕਮਾ ਵੀ ਕੋਈ ਕੰਮ ਨਹੀਂ ਕਰਦਾ, ਵੀ ਜਿਨ੍ਹਾਂ ਦੀਆਂ ਤਾਰਾਂ ਜੁੜ ਕੇ ਵੀ ਸਪਾਰਕ ਵੱਜਦੇ ਆ, ਵੀ ਬਿਜਲੀ ਮਹਿਕਮੇ ਨੂੰ ਵੀ ਇਹ ਖਰਚਾ ਪਾਉਣਾ ਚਾਹੀਦਾ ਜੀ। ਇਹੀ ਸਵਾਲ ਸੀਗਾ ਜੀ ਮੇਰਾ। ਥੈਂਕ ਯੂ ਜੀ। ਪੈਂਦਾ ਜੀ, ਮੈਂ ਤੁਹਾਨੂੰ ਦੱਸਦਾ ਉਹਨਾਂ ਨੂੰ ਪੈਂਦਾ, ਔਰ ਮੁਆਵਜ਼ਾ ਜਿਹੜਾ PSPCL ਜਿਹੜੀ ਪਾਵਰ ਕਾਮ ਜਿਹੜੀ ਹੈਗੀ ਆ ਉਹਨਾਂ ਨੂੰ ਮੁਆਵਜ਼ਾ ਪੈਂਦਾ, ਔਰ ਉਹ ਉਹਨਾਂ ਨੂੰ ਦੇਣਾ ਪੈਂਦਾ, ਉਹ ਹਰ ਸਾਲ ਦਿੰਦੇ ਨੇ। ਪਰ ਇੰਨਾ ਜ਼ਰੂਰ ਆ ਕਿ ਸਰਕਾਰਾਂ ਜਿਹੜੀਆਂ ਜੀ ਇਸ ਮਾਮਲੇ ਦੇ ਉੱਤੇ ਸਖਤ ਹੋਣ, ਕਿਉਂਕਿ ਲੋਕ ਬਿੱਲ ਦਿੰਦੇ ਨੇ ਉਹਨਾਂ ਨੂੰ, ਇਸ ਚੀਜ਼ ਦਾ ਬਿੱਲ ਨਹੀਂ ਦਿੰਦੇ ਕਿ ਉਹਨਾਂ ਦੀਆਂ ਤਾਰਾਂ ਜਿਹੜੀਆਂ ਉਹ ਢਿੱਲੀਆਂ ਰਹਿਣ ਤੇ ਆਪਸ ਦੇ ਵਿੱਚ ਸਪਾਰਕ ਕਰਕੇ ਇੱਕ ਚੰਗਿਆੜਾ ਡਿੱਗੇ ਤੇ ਜਿਹੜੇ ਕਿਸੇ ਇੱਕ ਕਿਸਾਨ ਦੇ ਸਮੁੱਚੇ ਸੁਪਨੇ ਜਿਹੜੇ ਆ ਜੀ ਉਹ ਸਾੜ ਕੇ ਤਬਾਹ ਕਰਦੇ। ਤਾਂ ਇਸ ਕਰਕੇ ਉਹਨਾਂ ਨੂੰ ਮੁਆਵਜ਼ਾ ਪੈਂਦਾ, ਉਹ ਦਿੰਦੇ ਵੀ ਨੇ। ਪਰ ਇੰਨਾ ਹੈ ਕਿ ਲੇਟ ਲਟੀਫ ਹੋ ਜਾਂਦੇ। ਜਿਵੇਂ ਹੁਣ ਸਿੱਧੂ ਸਾਹਿਬ ਨੇ ਇਹ ਕਿਹਾ ਕਿ ਮੈਂ ਉਹ ਮੈਚਿੰਗ ਦਊਂਗਾ, ਉਹਦੇ ਨਾਲ ਇਹ ਹੋਣਾ ਕਿ ਉਹ ਮੁਆਵਜ਼ਾ ਤੁਰੰਤ ਮਿਲੂਗਾ ਜਿਹੜਾ ਜੀ ਉੱਥੇ। ਜੇ ਬਾਕੀ ਮੰਤਰੀ ਵੀ ਇੰਨਾ ਕੰਮ ਕਰਨ, ਕਿਉਂਕਿ ਜਿਹੜੇ ਚੰਗਾ ਕੰਮ ਹੈ ਨਾ ਜੀ ਉਹਦੀ ਸਿਫਤ ਜ਼ਰੂਰ ਕੀਤੀ ਜਾਣੀ ਚਾਹੀਦੀ ਆ। ਜੇ ਇੱਦਾਂ ਹੀ ਬਾਕੀ ਜਗ੍ਹਾ ਦੇ ਉੱਤੇ ਵੀ ਹੋਵੇ ਤੇ ਕਿਸਾਨ ਜਿਨ੍ਹਾਂ ਨੂੰ ਕਿ ਜੇ ਉਹ ਕਣਕ ਸੁੱਟ ਦਿੰਦੇ ਹੁਣ ਤੇ ਉਹਨਾਂ ਨੂੰ ਇਹ ਆਸ ਹੋ ਜਾਣੀ ਸੀ ਨਾ 15 ਦਿਨਾਂ ਨੂੰ, 20 ਦਿਨਾਂ ਨੂੰ, ਮਹੀਨੇ ਨੂੰ ਉਹਨਾਂ ਨੂੰ ਜਿਹੜੀ ਪੇਮੈਂਟ ਆ ਉਹ ਮਿਲ ਜਾਣੀ ਆ। ਤੇ ਜੇ ਇਹਦੇ ਵਾਸਤੇ ਮੁਆਵਜ਼ੇ ਦੇ ਵਾਸਤੇ ਉਹਨਾਂ ਨੂੰ ਚੱਕਰ ਜਿਹੜੇ ਆ ਜੀ ਦਫ਼ਤਰਾਂ ਦੇ ਕੱਟਣੇ ਪੈਣੇ ਆ ਤੇ ਉੱਥੇ ਬਾਬੂਆਂ ਨੂੰ ਜਿਹੜੀ ਰਿਸ਼ਵਤ ਦੇਣੀ ਪੈਣੀ ਆ, ਫਿਰ ਤਾਂ ਉਹਨਾਂ ਦੇ ਵਿਚਾਰਿਆਂ ਦੇ ਸੁਪਨੇ ਸੜਨ ਵਾਲੀ ਗੱਲ ਹੀ ਹੈ ਨਾ ਜੀ, ਕਿਉਂਕਿ ਉਹ ਦੁਖੀ ਤਾਂ ਪਹਿਲਾਂ ਹੀ ਨੇ। ਇਸ ਕਰਕੇ ਇਹਦੇ 'ਚ ਤੁਰੰਤ ਜ਼ਰੂਰ ਜਿਹੜਾ ਜੀ ਹੋਣਾ ਚਾਹੀਦਾ ਜੀ। ਸੁਰਿੰਦਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿਕਾਰ ਭਾਜੀ ਮੇਰੀ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਮੇਰੀ ਬੇਨਤੀ ਹੈ ਭਾਜੀ ਉਹਨਾਂ ਨੂੰ ਕਿ ਇਹ ਜਿਸ ਤਰ੍ਹਾਂ ਬਹੁਤ ਸਮੇਂ ਤੋਂ ਵੀ ਇਹ ਚੱਲ ਰਿਹਾ, ਨੈਕਸਲਾਈਟ ਮਰ ਗਏ ਜਾਂ ਇੱਧਰ ਆਪਣੇ ਜਵਾਨ ਮਰ ਗਏ, ਕਾਫੀ ਚਿਰ ਤੋਂ ਇਹ ਚੀਜ਼ ਚੱਲ ਰਹੀ ਆ। ਇਹਦੇ ਨਾਲੋਂ ਕੋਈ ਬਿਹਤਰ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਗੌਰਮੈਂਟ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣੇ ਤੇ ਜਿਹਦੇ ਸਦਕਾ ਦੋਹਾਂ ਧਿਰਾਂ ਦਾ ਹੀ ਇੱਦਾਂ ਦਾ ਨੁਕਸਾਨ ਨਾ ਹੋਵੇ ਤੇ ਇਸ ਚੀਜ਼ ਨੂੰ ਸਹੀ ਢੰਗ ਨਾਲ ਹੱਲ ਕੀਤਾ ਜਾਵੇ। ਇਹਦੇ ਬਾਰੇ ਭਾਜੀ ਹੁਣ ਕੋਈ ਦੱਸ ਸਕਦੇ ਆ ਤਾਂ ਦੱਸਣ। ਕਹਿੰਦੀ ਬੰਦ ਨਾ ਕਰਿਓ ਜੀ। ਥੈਂਕ ਯੂ। ਦੇਖੋ, ਸਰਕਾਰਾਂ ਦੀ ਅਪਰੋਚ ਜਿਹੜੀ ਆ ਨਾ ਉਹ ਇੱਕੋ ਜਿਹੀ ਰਹੀ ਆ। ਜਿਹੜੀ ਖਬਰ ਦੀ ਚੀਰ ਫਾੜ ਕਰਦਿਆਂ ਮੈਂ ਅਖੀਰ ਇਹ ਵੀ ਗੱਲ ਕਹੀ ਸੀ ਕਿ ਜਿਹੋ ਜਿਹੇ ਸਿਆਸਤਦਾਨਾਂ ਦੇ ਬਿਆਨ ਆਉਂਦੇ ਆ ਉਹੋ ਜਿਹੇ ਬਿਆਨ ਆ ਗਏ ਕਿ ਹਮਲੇ ਦੀ ਜਿਹੜੀ ਆ ਜੀ ਉਹ ਨਿਖੇਧੀ ਕਰਦੇ ਆ, ਇਹ ਗਲਤ ਆ। ਚਾਹੇ ਉਹ ਕਾਂਗਰਸ ਦੀ ਸਰਕਾਰ ਰਹੀ ਆ ਸੈਂਟਰ ਦੇ ਉੱਤੇ, ਚਾਹੇ ਹੁਣ BJP ਦੀ ਆ, ਅਪਰੋਚ ਦੋਨਾਂ ਦੀ ਜਿਹੜੀ ਆ ਨਾ ਜੀ ਉਹ ਇੱਕੋ ਆ। ਜੰਗਲਾਂ ਦੇ ਵਿੱਚ ਆਪਣੀ ਘਰ ਪਰਿਵਾਰ ਛੱਡ ਕੇ ਇਹ ਨਕਸਲਾਈਟ ਜਿਹੜੇ ਆ ਉਹ ਕਿਉਂ ਤੁਰੇ ਫਿਰਦੇ ਆ, ਇਹਦੇ ਉੱਤੇ ਜਿਹੜੀ ਆ ਜੀ ਉਹ ਗੰਭੀਰਤਾ ਦੇ ਨਾਲ ਵਿਚਾਰ ਜੇ ਸਰਕਾਰ ਕਰਦੀ ਆ, ਹੈ ਤਾਂ ਉਹ ਬਾਸ਼ਿੰਦੇ ਇਸੇ ਹੀ ਮੁਲਕ ਦੇ ਨਾ, ਤੇ ਉਹਨਾਂ ਦੀਆਂ ਸਮੱਸਿਆਵਾਂ ਜੇ ਕੋਈ ਹੈਗੀਆਂ ਨੇ ਤੇ ਉਹਨੂੰ ਕਿਉਂ ਨਹੀਂ ਜਿਹੜਾ ਜੀ ਉਹ ਸੁਣਿਆ ਜਾਂਦਾ, ਕਿਉਂ ਨਹੀਂ ਉਹਨਾਂ ਦਾ ਜਿਹੜਾ ਜੀ ਉਹ ਹੱਲ ਕੱਢਿਆ ਜਾਂਦਾ। ਆਫਟਰ ਆਲ ਕੁਛ ਤਾਂ ਗੱਲ ਹੈਗੀ ਆ ਨਾ ਜਿਹਦੇ ਕਰਕੇ ਉਹ ਬੰਦੂਕਾਂ ਜਿਹੜੀਆਂ ਜੀ ਉਹ ਚੁੱਕੀ ਫਿਰਦੇ ਨੇ। ਪਰ ਜੇ ਜਿਹੜੀ ਇਹ ਚੱਲ ਪਈ ਹੋਈ ਹੈ ਨਾ ਜੀ ਪ੍ਰਥਾ ਚੱਲਦੀ ਦੇਰ ਦੀ, ਬੁਲਟ ਫਾਰ ਬੁਲਟ, ਇਹਨੇ ਕਦੀ ਸਮੱਸਿਆ ਦਾ ਕਿਸੇ ਦਾ ਹੱਲ ਜਿਹੜਾ ਜੀ ਨਾ ਕੱਢਿਆ ਤੇ ਨਾ ਕੱਢਣਾ ਹੀ ਹੈ ਇਹਨੇ। ਜਦੋਂ ਵੀ ਗੱਲਬਾਤ ਦੇ ਰਾਹੀਂ ਨਿਬੜੂਗੀ, ਜਦੋਂ ਵੀ ਇਹ ਗੱਲ ਜਿਹੜੀ ਆ ਉਹ ਨਿਬੜੂਗੀ, ਸਰਕਾਰਾਂ ਨੂੰ ਸੁਹਿਰਦਤਾ ਦੇ ਨਾਲ ਇਹਨਾਂ ਲੋਕਾਂ ਨੂੰ ਪੁੱਛਣਾ ਚਾਹੀਦਾ, ਬਹਿ ਕੇ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਆ ਜੀ ਉਹ ਕਰਨੀ ਚਾਹੀਦੀ ਆ। ਉਹ ਵੀ ਤਾਂ ਚਾਹਣਗੇ ਨਾ ਕਿ ਉਹ ਘਰਾਂ ਨੂੰ ਉਹਨਾਂ ਦੀ ਵਾਪਸੀ ਹੋਵੇ ਜੀ। ਤੇ ਅੱਗੇ ਸਾਡੇ ਨਾਲ ਜੁੜੇ ਨੇ ਚਰਨਜੀਤ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਭਾਗ ਸਿੰਘ ਜੀ ਕੀ ਸਵਾਲ ਹੈ? ਹਾਂਜੀ, ਬੇਨਤੀ ਮੇਰੀ ਇਹ ਆ ਵੀ ਜਿਹੜਾ ਇਹ ਹੁਣ ਗੌਰਮੈਂਟ ਬਦਲੀ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲ ਤਖਤ ਦੇ ਵਿੱਚ ਕੋਈ ਇਹ ਰਿਫਾਰਮਸ ਲਿਆ ਸਕਦੀ ਆ ਕਿ ਇਹਨਾਂ ਕੋਲ ਪਾਵਰ ਹੈ ਕੋਈ ਕਿ ਉਵੇਂ ਰਹੇਗੀ? ਨਹੀਂ ਜੀ, ਪੰਜਾਬ ਦੀ ਸਰਕਾਰ ਇਹਦੇ ਉੱਤੇ ਨਹੀਂ ਕੁਝ ਵੀ ਜਿਹੜਾ ਜੀ ਕਰ ਸਕਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਡੀਪੈਂਡੈਂਟ ਜਿਹੜੀ ਆ ਜੀ ਇੱਕ ਬੋਡੀ ਆ। ਇਹਦੀ ਜਿਹੜੀ ਇਲੈਕਸ਼ਨ ਆ ਜੀ ਉਹ ਹੁੰਦੀ ਆ ਸੈਂਟਰ ਦੀ ਦੇਖ ਰੇਖ ਦੇ ਥੱਲੇ। ਉਹ ਇੱਕ ਜਿਹੜਾ ਜੀ ਉਹ ਜੱਜ ਨਿਯੁਕਤ ਕਰਦੇ ਨੇ
ਤੋ ਉਹ ਜਿਹੜਾ ਜੀ ਹੋਣਾ ਉਹ ਹੁਣ ਸਵਾਲ ਇਹ ਹੈ ਜੀ ਕਿ ਚੇਂਜ ਇਹ ਕਿਵੇਂ ਹੋਵੇ। ਚੇਂਜ ਤਾਂ ਜਿਹੜੇ ਵੱਖੋ ਵੱਖਰੇ ਜਿਹੜੇ ਸਿੱਖ ਗਰੁੱਪ ਨੇ, ਜਿਹੜੇ ਪੰਥਕ ਅਖਵਾਉਂਦੇ ਨੇ, ਜਿਹੜੇ ਕਹਿੰਦੇ ਨੇ ਕਿ ਬਾਦਲ ਦਾ ਗਲਬਾ ਜਿਹੜਾ ਜੀ ਉਹ ਪੈ ਗਿਆ ਇਹਦੇ ਉੱਤੇ, ਜੇ ਤਾਂ ਉਹ ਯੂਨਾਈਟ ਹੁੰਦੇ ਨੇ, ਖਾਸ ਤੌਰ ਦੇ ਉੱਤੇ ਮੈਂ ਤਾਂ ਇਹ ਕਹੂੰਗਾ ਜਿਹੜੀ ਨਵੀਂ ਜਨਰੇਸ਼ਨ ਆ ਜੀ, ਨਵੀਂ ਜਿਹੜੀ ਪੀੜ੍ਹੀ ਆ ਪੜ੍ਹੀ ਲਿਖੀ, ਜੇ ਉਹ ਕਿਸੇ ਤਰੀਕੇ ਦੇ ਨਾਲ ਇੱਕ ਨਵੇਂ ਰੂਪ ਦੇ ਵਿੱਚ ਸਾਹਮਣੇ ਆਵੇ ਇਕੱਠੀ ਹੋ ਕੇ, ਤੇ ਤਾਂ ਉਹਦੇ ਵਿੱਚੋਂ ਕੁਝ ਨਿਕਲੂਗਾ। ਪਰ ਉੱਥੇ ਜੇ ਲੱਗੀ ਹੋਈ ਆ। ਜੇ ਕਿਉਂ ਲੱਗੀ ਹੋਈ ਆ ਕਿ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਨਸ਼ਾ ਇੰਨਾ ਭਾਰੂ ਹੋ ਗਿਆ, ਸਾਡੀ ਜਿਹੜੀ ਨਵੀਂ ਜਨਰੇਸ਼ਨ ਆ ਜੀ ਉਹ ਉਲਝ ਕੇ ਰਹਿ ਗਈ, ਜਾਂ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹ ਬ੍ਰੇਨ ਡਰੇਨ ਹੋ ਗਿਆ, ਉਹ ਵਿਦੇਸ਼ਾਂ ਵੱਲ ਨੂੰ ਜਿਹੜਾ ਜੀ ਉਹ ਤੁਰ ਗਏ। ਇੱਥੇ ਨੌਕਰੀਆਂ ਨਾ ਹੋਣ ਦੀ ਵਜ੍ਹਾ ਕਰਕੇ, ਢਾਂਚਾ ਜਿਹੜਾ ਜੀ ਉਹ ਠੀਕ ਨਾ ਹੋਣ ਦੀ ਵਜ੍ਹਾ ਕਰਕੇ, ਇੱਕ ਸਾਜ਼ਿਸ਼ ਦੇ ਤਹਿਤ ਜਿਹੜੇ ਲੋਕ ਸੀਗੇ ਉਹਨਾਂ ਨੂੰ ਪੜ੍ਹਨ ਤੋਂ ਵਾਂਝੇ ਰੱਖ ਲਿਆ ਜੀ। ਉਹ ਉੱਚ ਵਿੱਦਿਆ ਜਿਹੜੀ ਹੈ ਜੀ ਆਮ ਲੋਕ ਜਿਹੜੇ ਸੀਗੇ ਉਹ ਪ੍ਰਾਪਤ ਨਹੀਂ ਕਰ ਸਕੇ। ਵਿੱਦਿਆ ਵੀ ਜਿਹੜੀ ਹੈ ਨਾ ਜੀ ਉਹ ਖਾਸ ਲੋਕਾਂ ਦਾ ਇੱਕ ਜਿਹੜਾ ਜੀ ਉਹ ਬਣ ਕੇ, ਟੂਲ ਬਣ ਕੇ ਰਹਿ ਗਈ। ਤੋ ਇਹ ਸਾਰੀਆਂ ਚੀਜ਼ਾਂ ਨੇ, ਇਹਨਾਂ ਸਾਰੀਆਂ ਦੇ ਉੱਤੇ ਜੇ ਤੁਸੀਂ ਵਿਚਾਰ ਕਰੋ ਤਾਂ ਤੁਹਾਨੂੰ ਕਹਾਣੀ ਜਿਹੜੀ ਹੈ ਜੀ ਉਹ ਸਮਝ ਆ ਜਾਊਗੀ ਕਿ ਕਿਉਂ ਇਹੋ ਜਿਹੀ ਸਿਚੁਏਸ਼ਨ ਇੱਥੋਂ ਤੱਕ ਗਈ। ਔਰ ਇਹ ਕੋਈ ਇਹ ਨਹੀਂ ਹੈ ਕਿ ਓਵਰਨਾਈਟ ਚਲੇਗੀ। ਇਹਦੇ ਵਾਸਤੇ ਕੋਈ ਇੱਕ ਦਿਨ ਬੰਦਾ ਦੱਸ ਰਿਹਾ ਸੀ, ਪਤਾ ਨਹੀਂ ਉਹਦੀ ਗੱਲ 'ਚ ਸੱਚਾਈ ਹੈ, ਕਿਤੇ ਨਾ ਕਿਤੇ ਸੱਚਾਈ ਜਾਪੀ। ਉਹ ਕਹਿੰਦਾ 20 ਸਾਲ ਪਹਿਲਾਂ ਅਸੀਂ ਇਹ ਦੇਖਿਆ ਸੀਗਾ ਕਿ ਪਿੰਡਾਂ ਦੇ ਰਾਹਾਂ ਦੇ ਉੱਤੇ ਜਾਂਦੇ ਕੁਝ ਲੋਕਾਂ ਨੇ, ਉਹਦੇ ਦੱਸਣ ਦੇ ਮੁਤਾਬਕ ਖਸਖਸ ਖਿਲਾਰੀ ਸੀਗੀ, ਭਾਵ ਕਿ ਕਿਤੇ ਨਾ ਕਿਤੇ ਉਹ ਡੋਡੇ ਵੀ, ਉਹਦੇ ਕਹਿਣ ਦਾ ਮਤਲਬ ਇਹ ਸੀਗਾ ਕਿ ਜਿਹੜੀ ਭੰਗ ਵੀ ਉੱਗੀ ਹੋਈ ਆ ਇਹ ਵੀ ਕਿਸੇ ਨਾ ਕਿਸੇ ਟਾਈਮ ਖਿਲਾਰੀ ਗਈ ਕਿ ਇੱਥੋਂ ਇਹ, ਕਿਉਂਕਿ ਜਿਹੜੀ ਭੰਗ ਆ ਜਾਂ ਪੋਸਟ ਜਿਹੜੀ ਹੈ ਜੀ ਇਹ ਕਿਸਮ ਦੇ ਨਾਲ ਨਰਸਰੀ ਕਹੀ ਜਾਂਦੀ ਆ ਨਸ਼ਿਆਂ ਦੀ, ਇਹ ਕੋਈ ਓਵਰਨਾਈਟ ਨਹੀਂ ਲੱਗ ਗਿਆ ਜੀ। ਇਹਦੇ ਪਿੱਛੇ ਬਹੁਤ ਸਾਰੇ ਦਿਮਾਗ ਜਿਹੜੇ ਆ ਜੀ ਉਹਨਾਂ ਨੇ ਕੰਮ ਕੀਤਾ, ਜਿਹਦੀ ਵਜ੍ਹਾ ਕਰਕੇ ਇੱਥੋਂ ਤੱਕ ਹਾਲਾਤ ਜਿਹੜੇ ਆ ਜੀ ਉਹ ਪਹੁੰਚੇ। ਹੁਣ ਕਿਵੇਂ ਇਹ ਸਾਰਾ ਕੁਝ ਸੁਧਰਨਗੇ ਕੁਛ ਨਹੀਂ, ਹਾਲ ਦੀ ਘੜੀ ਤਾਂ ਕੁਛ ਨਹੀਂ ਪਤਾ ਲੱਗ ਰਿਹਾ, ਪਰ ਪੰਜਾਬ ਸਰਕਾਰ ਦੇ ਹੱਥ ਵੱਸ ਨਹੀਂ ਹੈ ਜੀ। ਅੱਜ ਤੇ ਅੱਗੇ ਸਾਡੇ ਨਾਲ ਜੁੜੇ ਨੇ ਧਰਮਜੀਤ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਪੰਨੂ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਮੈਂ ਇਹ ਪੁੱਛਣਾ ਚਾਹੁੰਦਾ ਕਿ ਆਪਣੇ ਚੀਫ ਮਿਨਿਸਟਰ ਹਰਜੀਤ ਸਿੰਘ ਆਏ ਸੀਗੇ ਪੰਜਾਬ ਦੇ ਵਿੱਚ, ਤੇ ਕੈਪਟਨ ਸਾਹਿਬ ਕਹਿ ਰਹੇ ਸੀਗੇ ਅਸੀਂ ਮਿਲਣਾ ਨਹੀਂ। ਉਦੋਂ ਜਿਹੜੇ ਹਰਿਆਣੇ ਦੇ ਸੀਗੇ ਮਨੋਹਰ ਲਾਲ ਖੱਟਰ ਉਹ ਮਿਲ ਕੇ ਆਏ, ਉਹ ਸਾਰਾ ਕੁਝ ਜੋ ਵੀ ਉਹਨਾਂ ਨੇ ਕਿਹੜੇ ਸਟੈਂਡ ਇਹ ਕਰ ਸਕਦੇ ਆ ਕਿ ਸੱਜਣ ਸਾਹਿਬ ਇਹ ਦੱਸਿਓ। ਤਾਂ ਉਹਨਾਂ ਨੂੰ ਕਈ ਪੱਤਰਕਾਰਾਂ ਨੇ ਪੁੱਛਿਆ ਕਿ ਪਰ ਉਹਨਾਂ ਨੂੰ ਤਾਂ ਬੈਨ ਕੀਤਾ ਗਿਆ। ਕੈਪਟਨ ਸਾਹਿਬ ਕਹਿ ਰਹੇ ਆ ਕਿ ਮੈਂ ਮਿਲਣਾ ਨਹੀਂ ਹੈਗਾ, ਉਹ ਕਹਿ ਰਹੇ ਆ ਕਿ ਮੈਨੂੰ ਪਤਾ ਨਹੀਂ ਹੈਗਾ ਕਿ ਮਤਲਬ ਕੀ ਕੈਪਟਨ ਸਾਹਿਬ ਨੇ ਕਿਹਾ। ਏਦਾਂ ਕਿੱਦਾਂ ਉਹਦਾ ਤਾਂ ਗੁਆਂਢੀ ਨੂੰ ਇਹ ਨਹੀਂ ਪਤਾ ਕਿ ਮੇਰੇ ਗੁਆਂਢ ਦੇ ਵਿੱਚ ਕੀ ਹੋ ਰਿਹਾ ਹੈ। ਤਾਂ ਇਹਦੇ ਬਾਰੇ ਦੱਸਿਓ। ਤੇ ਦੂਜੀ ਗੱਲ ਇਹ ਹੈ ਕਿ ਜਿਹੜੀ ਆਪਣੀ ਮਸ਼ੀਨਾਂ ਦੀ ਹੁਣ ਚੱਲ ਰਹੀ ਹੈ, ਕੇਜਰੀਵਾਲ ਸਾਹਿਬ ਹੁਣ ਕਹਿ ਰਹੇ ਆ ਕਿ ਇਹ ਗਲਤ ਹੈ, ਮਸ਼ੀਨਾਂ ਗਲਤ ਹੋ ਗਿਆ, ਤੇ ਉਦੋਂ ਸੈਂਟਰ ਦੀ ਜਿਹੜੀ ਕਾਂਗਰਸ ਉਹ ਵੀ ਕਹਿ ਰਹੀ ਆ। ਇੱਧਰੋਂ ਜਿਹੜੇ ਪੰਜਾਬ ਦੇ ਇਹ ਕਹਿ ਰਹੇ ਆ ਕਿ ਨਹੀਂ ਜੀ ਨਹੀਂ ਇਹ ਠੀਕ ਹੈ, ਤਦੀ ਸਾਡੀ ਸਰਕਾਰ ਬਣੀ ਜੀ। ਸਵਾਲ ਤਾਂ ਸਾਡਾ ਸੁਣ ਗਿਆ ਜੀ। ਮਸ਼ੀਨਾਂ ਦੀ ਗੱਲ ਜਿਹੜੀ ਦੇਖੋ, ਇਹ ਮਾਮਲਾ ਮੇਰਾ ਨਹੀਂ ਖਿਆਲ ਛੇਤੀ ਕੀਤਾ ਜਿਹੜਾ ਜੀ ਉਹ ਖਤਮ ਹੋਣ ਵਾਲਾ। ਇਹ ਲੰਮਾ ਸਮਾਂ ਜਿਹੜਾ ਜੀ ਉਹ ਚੱਲੂਗਾ। ਸੁਪਰੀਮ ਕੋਰਟ ਦੇ ਵਿੱਚ ਕੇਸ ਸੁਣਵਾਈ ਅਧੀਨ ਹੈ ਜਿਹੜੀ ਇੱਕ PIL ਜਿਹੜੀ ਆ ਉਹ ਪਾਈ ਹੋਈ ਆ। ਦੂਸਰਾ ਚੋਣ ਕਮਿਸ਼ਨ ਜਿਹੜਾ ਜੀ ਉਹ ਚੈਲੰਜ ਕਰਦਾ ਕਿ ਅਸੀਂ ਛੇਤੀ ਡੇਟ ਦੇਵਾਂਗੇ, ਸਾਨੂੰ ਫਿਰ ਇਹਦੇ ਵਿੱਚ ਟੈਂਪਰਿੰਗ ਜਿਹੜੀ ਆ ਜੀ ਉਹ ਕਰਕੇ ਦੱਸੋ। ਜਿਹੜੇ ਮਸ਼ੀਨਾਂ ਦੇ ਵਿਰੋਧ ਦੇ ਵਿੱਚ ਖੜੇ ਨੇ ਇਹ ਉਹਨਾਂ ਦੀ ਵਾਸਤੇ ਇੱਕ ਚੈਲੰਜ ਹੈ ਐਕਚੁਅਲੀ, ਕਿ ਉਹ ਇਹ ਟੈਂਪਰਿੰਗ ਜਿਹੜੀ ਆ ਜੀ ਫਿਰ ਕਰਕੇ ਦੱਸ ਦੇਣ ਕਿ ਆਹ ਇੱਕ ਤਰੀਕੇ ਦੇ ਨਾਲ ਟੈਂਪਰਿੰਗ ਹੁੰਦੀ ਆ, ਫਿਰ ਜਿਹੜਾ ਜੀ ਉਹ ਪਤਾ ਲੱਗੂਗਾ ਉਹ ਕਰ ਸਕਦੇ ਨੇ ਜਾਂ ਨਹੀਂ। ਪਰ ਇਹ ਮਾਮਲਾ ਜਿਹੜਾ ਜੀ ਉਹ ਲੰਮਾ ਚੱਲੂਗਾ। ਜਿੱਥੋਂ ਤੱਕ ਤੁਸੀਂ ਸੱਜਣ ਹੋਰਾਂ ਵਾਲੀ ਗੱਲ ਕੀਤੀ ਆ, ਹਰਜੀਤ ਸਿੰਘ ਸੱਜਣ ਜਿਹੜੇ ਰੱਖਿਆ ਮੰਤਰੀ ਨੇ ਕੈਨੇਡਾ ਦੇ, ਜਦੋਂ ਉਹ ਇੱਥੇ ਆਏ ਸੀਗੇ, ਮਨੋਹਰ ਲਾਲ ਖੱਟਰ ਹੋਰੀ ਉਹਨਾਂ ਨੂੰ ਮਿਲੇ ਏਅਰਪੋਰਟ ਦੇ ਉੱਤੇ। ਦੇਖੋ ਇਹ ਇਉਂ ਹੁੰਦਾ ਆ ਕਿ ਜਿਹੜਾ ਇਗਨੋਰ ਕਰਨਾ ਵੀ ਹੁੰਦਾ। ਉਹਨਾਂ ਨੂੰ ਪੁੱਛਿਆ ਇਹ ਗਿਆ ਸੀਗਾ ਕਿ ਕੈਪਟਨ ਸਾਹਿਬ ਕਹਿੰਦੇ ਉਹ ਖਾਲਿਸਤਾਨੀ ਸਮਰਥਕ ਨੇ, ਮੈਂ ਉਹਨਾਂ ਨੂੰ ਮਿਲਣਾ ਨਹੀਂ ਗਾ। ਤੇ ਮਨੋਹਰ ਲਾਲ ਖੱਟਰ ਹੋਰਾਂ ਨੇ ਉੱਥੇ ਇਹ ਗੱਲ ਕਹੀ ਸੀ ਵੀ ਮੈਨੂੰ ਇਹਦੇ ਬਾਰੇ ਨਹੀਂ ਕੁਛ ਵੀ ਪਤਾ ਕਿ ਕੈਪਟਨ ਸਾਹਿਬ ਨੇ ਕੀ ਬਿਆਨ ਜਿਹੜਾ ਜੀ ਉਹ ਦਿੱਤਾ। ਇੱਕ ਕਿਸਮ ਦੇ ਨਾਲ ਉਹਨਾਂ ਨੇ ਬਿਲਕੁਲ ਹੀ ਕੱਟ ਕੇ ਰੱਖਤਾ ਜੀ। ਜਿਹੜੀ ਈਵਨ ਸੈਂਟਰ ਦੀ ਜਿਹੜੀ ਸਰਕਾਰ ਸੀਗੀ, ਜਿਵੇਂ ਉਹਨਾਂ ਨੇ ਗਾਰਡ ਆਫ ਆਨਰ ਪੇਸ਼ ਕੀਤਾ, ਜਾਂ ਜਿਹੜੇ ਸੈਂਟਰ ਦੇ ਮਿਨਿਸਟਰ ਸੀਗੇ ਉਹਨਾਂ ਦੇ ਨਾਲ ਮੁਲਾਕਾਤ ਹਰਜੀਤ ਸਿੰਘ ਸੱਜਣ ਹੋਰਾਂ ਦੀ ਹੋਈ, ਉਹਦੇ ਵਿੱਚ ਕਿਰਕਰੀ ਤਾਂ ਸਹੀ ਪੁੱਛੋ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜਿਹੜੀ ਆ ਜੀ ਉਹ ਕਿਤੇ ਨਾ ਕਿਤੇ ਹੋਈ ਆ। ਇਉਂ ਹੁੰਦਾ ਹੈ ਕਿ ਜੇ ਕਿਸੇ ਟਾਈਮ ਕੋਈ ਗੱਲ ਜਿਹੜੀ ਉਹ ਗਲਤ ਹੋ ਵੀ ਗਈ ਤੇ ਉਹਨੂੰ ਸੁਧਾਰ ਲੈਣਾ ਜਿਹੜਾ ਜੀ ਉਹ ਚਾਹੀਦਾ। ਇਹ ਸੂਨਰ ਔਰ ਲੇਟਰ ਜਿਹੜੀ ਹੈ ਜੀ ਇਹ ਗੱਲ ਮੰਨਣੀ ਪਊਗੀ ਕਿ ਇਹ ਗਲਤੀ ਜਿਹੜੀ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਹੋਈ ਹੈ। ਉਹਨਾਂ ਨੂੰ ਇਉਂ ਜਿਹੜਾ ਜੀ ਪੇਸ਼
ਨਹੀਂ ਸੀ ਆਉਣਾ ਚਾਹੀਦਾ ਜੀ। ਸੁਰਿੰਦਰ ਸਿੰਘ ਸ਼ੇਰਗਿੱਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਸਾਹਿਬ, ਜੇ ਜਿੱਦਾਂ ਪੰਜਾਬ ਸਰਕਾਰ ਕਾਨੂੰਨ ਬਣਾ ਦੇਵੇ ਵੀ ਜਿੰਨੇ ਗੌਰਮੈਂਟ ਨੇ ਨਾਲ ਅਫਸਰ ਸੰਬੰਧਿਤ ਆ, ਕੋਈ ਪੁਲਿਸ ਵਾਲੇ ਜਾਂ ਮਾਸਟਰ ਜਾਂ ਹੋਰ ਕੋਈ, ਸਾਰੇ ਸਰਕਾਰੀ ਸਕੂਲਾਂ 'ਚ ਨਿਆਣੇ ਪੜ੍ਹਾਉਣ, ਤਾਂ ਇਹਦੇ ਨਾਲ ਸਕੂਲਾਂ ਦੀ ਦਸ਼ਾ ਸੁਧਰ ਸਕਦੀ ਸਰਕਾਰੀ ਸਕੂਲਾਂ ਦੀ। ਤੇ ਦੂਜਾ ਹੈਗਾ ਵੀ ਜਿਸ ਵੇਲੇ ਮਜੀਠੀਏ ਦੀ ਦੇਣ ਲੱਗੇ ਸੀ, ਉਹ CBI ਨੂੰ ਮੰਗ ਕਰਦੇ ਸੀ ਦੇਣ ਨੂੰ, ਤਾਂ ਉਸ ਵੇਲੇ ਕੈਪਟਨ ਸਾਹਿਬ ਕਹਿੰਦੇ ਸੀ ਵੀ ਸਾਡੇ ਤਾਂ ਪੰਜਾਬ ਦੀ ਪੁਲਿਸ ਦੁਨੀਆ 'ਚ 1 ਨੰਬਰ ਹੈ, ਨਾ ਆਪੇ ਹੀ ਹੱਲ ਕਰ ਲੈਣਾ। ਤੇ ਹੁਣ ਇਹ ਕਾਹਤੇ ਆਹ ਗੈਂਗਸਟਰਾਂ ਲਈ ਪੈਰਾ ਪੋਲਟਰੀ ਮੈਟਰ ਮੰਗ ਰਿਹਾ ਸੈਂਟਰ ਸਰਕਾਰ ਕੋਲੋਂ ਜੀ? ਇਹਦੇ ਬਾਰੇ ਦੱਸਿਓ ਜੀ। ਥੈਂਕ ਯੂ। ਦੇਖੋ, ਜਿਹੜੀਆਂ ਉਹਨਾਂ ਨੇ ਪੈਰਾਮਿਲਟਰੀ ਫੋਰਸਿਸ ਨਹੀਂ ਮੰਗੀਆਂ, ਉਹਨਾਂ ਨੇ ਜਿਹੜੀ ਇਹ ਕਿਹਾ ਜੀ ਕਿ ਜੇਲ੍ਹਾਂ ਦੀ ਰਾਖੀ ਦੇ ਵਾਸਤੇ ਜਿੱਥੇ ਗੈਂਗਸਟਰ ਨੇ ਉਹਦੇ ਵਾਸਤੇ, ਉਹਦੀ ਰਾਖੀ ਦੇ ਵਾਸਤੇ, ਕਿਉਂਕਿ ਕੁਛ ਜੇਲ੍ਹਾਂ ਹੈਗੀਆਂ ਨੇ ਜਿਹੜੀਆਂ ਸੈਂਟਰਲ ਜੇਲ੍ਹਾਂ ਨੇ ਜੀ, ਉਹਦੇ ਵਿੱਚ ਸੈਂਟਰ ਦਾ ਪੈਸਾ ਵੀ ਜਿਹੜਾ ਉਹ ਆਉਂਦਾ, ਤੇ ਉਹ ਪੰਜਾਬ ਨੂੰ ਹੱਕ ਹੈ ਜੀ ਉਹਦੇ ਵਾਸਤੇ ਜਿਹੜੀਆਂ ਫੋਰਸਿਸ ਮੰਗਣ ਦਾ, ਕਿ ਉਹਦੀ ਸਿਕਿਉਰਿਟੀ ਜਾਂ ਉਹਦੀ ਰਾਖੀ ਜਿਹੜੀ ਹੈ ਜੀ ਉਹਦੇ ਵਾਸਤੇ ਇਹ ਜਿਹੜਾ ਜੀ ਉਹ ਮੰਗ ਸਕਦੇ ਨੇ ਫੋਰਸਾਂ। ਤਾਂ ਕਰਕੇ ਉਹਨਾਂ ਨੇ ਮੰਗੀ। ਜਿਹੜੀ ਉਹਨਾਂ ਨੇ ਟਾਸਕ ਫੋਰਸ ਬਣਾਉਣ ਦੀ ਗੱਲ ਕੀਤੀ ਆ, ਉਹ ਪੰਜਾਬ ਪੁਲਿਸ ਦੇ ਵਿੱਚੋਂ ਹੀ ਬਣਾਉਣ ਦੀ ਜਿਹੜੀ ਉਹ ਗੱਲ ਕੀਤੀ ਹੈ, ਜਿਹੜੀ ਕਿ ਗੈਂਗਸਟਰ ਤੇ ਜਿਹੜੇ ਅੱਤਵਾਦੀ ਨੇ ਉਹਨਾਂ ਦੇ ਨਾਲ ਜਿਹੜਾ ਉਹਨਾਂ ਨੇ ਸਿੱਝਣਾ। ਹਰਵੰਸ ਸੁੰਦਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਨੂੰ ਮੈਂ ਛੋਟੇ ਸਵਾਲ ਆ ਜੀ। ਇੱਕ ਤਾਂ ਜਿਹੜਾ ਛੋਟੀ ਬਾਰਾਂਦਰੀ ਵਿੱਚ ਗੈਂਗਸਟਰ ਹਮਲਾ ਹੋਇਆ ਸੀ, ਉਹਦੇ ਬਾਰੇ ਲੇਟੈਸਟ ਕੀ ਆ? ਤੇ ਦੂਜਾ ਹੈਗਾ ਜੀ ਕਿ ਜਿਹੜਾ ਸਰਵਣ ਸਿੰਘ ਫਲੌਰ, ਉਹਦੇ ਮੁੰਡੇ ਦਾ ਜਿਹੜਾ ਝਗੜਾ ਜਿਹਾ ਸੀਗਾ, ਉਹਦੇ ਬਾਰੇ ਕੀ ਲੇਟੈਸਟ ਕੀ ਹੈ? ਬਸ ਇਹ ਦੋ ਗੱਲ। ਜਿਹੜੀ ਜਲੰਧਰ ਵਾਲੀ ਬਾਰਾਂਦਰੀ ਦੀ ਤੁਸੀਂ ਗੱਲ ਕਰਦੇ ਹੋ, ਉੱਥੇ ਗੈਂਗਸਟਰਾਂ ਦੇ ਜਿਹੜੇ ਸਾਥੀ ਨੇ ਉਹ ਫੜੇ ਗਏ ਨੇ, ਉਹ ਅਰੈਸਟ ਹੋਏ ਨੇ। ਗੈਂਗਸਟਰ ਹਮਲਾ ਨਹੀਂ ਸੀਗਾ ਜੀ, ਉਹ ਉੱਥੇ ਰਹਿੰਦੇ ਸੀਗੇ। ਐਕਚੁਅਲੀ ਇਹ ਜਿਹੜਾ ਕਾਹਨੂੰਵਾਨ ਦੇ ਵਿੱਚ ਗੁਰਦਾਸਪੁਰ ਨੇੜੇ ਜਿਹੜਾ ਇਹਨਾਂ ਨੇ 3 ਕਤਲ ਕੀਤੇ ਨੇ, ਉੱਥੋਂ ਪੈੜ ਜਿਹੜੀ ਆ ਜੀ ਉਹ ਨੱਪਦੀ ਆ ਰਹੀ ਸੀ। ਪਰ ਇਹ ਜਿਵੇਂ ਸਮਝਿਆ ਜਾ ਰਿਹਾ ਸੀਗਾ ਕਿ ਸ਼ਾਇਦ ਮੇਨ ਜਿਹੜਾ ਜੀ ਉਹ ਗੈਂਗਸਟਰ ਉੱਥੋਂ ਮਿਲ ਜੇ, ਉਹ ਨਿਕਲ ਗਿਆ। ਉਹਦੇ ਸਾਥੀ ਜਿਹੜੇ ਨੇ ਉੱਥੋਂ ਫੜੇ ਗਏ ਨੇ। ਜਿੱਥੋਂ ਤੱਕ ਸਰਵਣ ਸਿੰਘ ਫਲੌਰ ਹੋਰਾਂ ਦੇ ਮੁੰਡੇ ਦਮਨਵੀਰ ਸਿੰਘ ਦੀ ਗੱਲ ਹੈ ਜੀ, ਉਹਦਾ ਜਿਹੜਾ ਕੇਸ ED ਦੇ ਕੋਲੇ ਆ। ED ਨੇ ਉਹਨਾਂ ਦੀ ਪ੍ਰਾਪਰਟੀ ਜਿਹੜੀ ਹੈ ਜੀ ਅਟੈਚ ਕੀਤੀ ਆ ਨਾਲ। ਹੁਣ ਇਹ ਮਾਮਲਾ ਜਿਹੜਾ ਜੀ ਅੱਗੋਂ ਅਦਾਲਤ ਦੇ ਵਿੱਚ ਜਾਊਗਾ, ਫੇਰ ਹੀ ਇਹਦੀ ਕੋਈ ਅਪਡੇਟ ਆਊਗੀ। ਬਿੰਦਰ ਤੂਰ ਜੀ। ਹੈਲੋ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਭਾਜੀ, ਗੱਲਾਂ ਤਾਂ ਤੁਹਾਡੇ ਨਾਲ ਲੰਮੀਆਂ ਕਰਨ ਨੂੰ ਦਿਲ ਕਰਦਾ, ਪਰ ਰੇਡੀਓ ਤੇ ਜ਼ਿਆਦਾ ਕਰ ਨਹੀਂ ਸਕਦੇ। ਗੱਲ ਇਸ ਤਰ੍ਹਾਂ ਭਾਜੀ ਵੀ ਮਾਲੀਆ, ਅੰਬਾਨੀਆਂ, ਅਡਾਨੀਆਂ ਦੇ ਸੈਂਟਰ ਸਰਕਾਰ ਨੇ ਕਰਜ਼ੇ ਮਾਫ ਕਰ ਦਿੱਤੇ ਆ, ਤੇ ਸੈਂਟਰ ਸਰਕਾਰ ਨੇ ਨਾਲੇ ਤਾਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ। ਸਾਰਾ ਹੀ ਇਤਿਹਾਸ, ਕੀਮਤੀ ਸਾਰੇ ਪੈਸੇ, ਸਾਰਾ ਸੋਨਾ, ਸਾਰੀਆਂ ਕੀਮਤੀ ਚੀਜ਼ਾਂ ਚੁੱਕ ਕੇ ਲੈ ਗਏ ਸੀ, ਤੇ ਨਾਲੇ ਪੰਜਾਬ ਸਿਰ ਕਰਜ਼ਾ ਚੜਾ ਦਿੱਤਾ। ਇਹ ਕਿਉਂ? ਪੰਜਾਬ ਦਾ ਹੀ ਨੁਕਸਾਨ ਕੀਤਾ, ਪੰਜਾਬੀ ਮਾਰੇ ਤੇ ਪੰਜਾਬ ਸਿਰ ਹੀ ਕਰਜ਼ਾ ਚੜਾ ਗਏ। ਉਹ ਕਰਜ਼ਾ ਸੈਂਟਰ ਸਰਕਾਰ ਮਾਫ ਕਿਉਂ ਨਹੀਂ ਕਰ ਸਕਦੀ? ਬਾਕੀ ਸਰਕਾਰਾਂ ਤੇ ਕਰ ਸਕਦੀ ਹੈ ਮਾਫ, ਪੰਜਾਬ ਦਾ ਕਿਉਂ ਨਹੀਂ ਕਰਦੀ? ਇਹ ਪਾਰਸ਼ੈਲਿਟੀ ਕਿਉਂ ਕਰਦੇ ਆ? ਦੂਸਰੀ ਗੱਲ, ਜੇ ਨਹੀਂ ਕਰਦੇ ਤੇ ਜਿਹੜੀ ਕਾਂਗਰਸ ਸਰਕਾਰ ਹੁਣ ਬਣੀ ਹੈ, ਇਹ ਕੋਈ ਧਰਨਾ ਵਗੈਰਾ ਲਾ ਸਕਦੇ ਆ ਜਾਂ ਨਹੀਂ ਜੀ? ਥੈਂਕ ਯੂ ਜੀ। ਦੇਖੋ, ਇਹਦੇ ਪਿੱਛੇ ਤਾਂ ਤੁਸੀਂ ਕਹਿ ਲਓ ਕਿਉਂਕਿ ਜਿਹੜੀਆਂ ਮਾਰਸ਼ਲ ਕੌਮਾਂ ਹੁੰਦੀਆਂ ਨੇ ਜੀ, ਉਹਨਾਂ ਨੂੰ ਦੱਬਣ ਦੇ ਯਤਨ ਹੀ ਹਮੇਸ਼ਾ ਜਿਹੜੇ ਆ ਜੀ ਉਹ ਹੁੰਦੇ ਆ। ਉਹ ਦੱਬਣ ਦੇ ਯਤਨ ਜਿਹੜੇ ਆ ਉਹ ਕੀਤੇ ਗਏ ਆ, ਇੱਕ ਨਹੀਂ ਤਾਂ ਦੂਜੇ ਤਰੀਕੇ ਨਾਲ, ਦੂਜੇ ਨਹੀਂ ਤਾਂ ਤੀਜੇ ਤਰੀਕੇ ਨਾਲ, ਤੀਜਾ ਨਹੀਂ ਤਾਂ ਫਿਰ ਆਹ ਜਿਹੜਾ ਹਥਿਆਰ ਆ, ਜਿਵੇਂ ਮੈਂ ਗੱਲ ਕਰ ਰਿਹਾ ਸੀਗਾ ਕਿ ਨਸ਼ੇ ਜਿਹੜੇ ਨੇ ਉਹ ਕੋਈ ਓਵਰਨਾਈਟ ਨਹੀਂ ਆ ਗਏ। ਨਸ਼ੇ ਇੱਥੋਂ ਤੱਕ, ਇਸ ਲੈਵਲ ਤੱਕ ਸਥਿਤੀ ਜਿਹੜੀ ਆ ਜੀ ਉਹ ਪਹੁੰਚਾਉਣ ਦੇ ਵਾਸਤੇ ਬੜੇ ਸਾਰੇ ਯਤਨ ਜਿਹੜੇ ਜੀ ਉਹ ਹੋਏ, ਤੇ ਫਿਰ ਯਤਨ ਕਾਮਯਾਬ ਹੋ ਗਏ। ਹੁਣ ਤਾਂ ਇਹ ਕਿਹਾ ਜਾ ਸਕਦਾ, ਕਿਉਂਕਿ ਇਹ ਰਿਐਲਿਟੀ ਆ ਕਿ ਸਾਡੀ ਇੱਕ ਜਨਰੇਸ਼ਨ ਜਿਹੜੀ ਆ ਉਹ ਤਬਾਹ ਹੋ ਗਈ ਇਹਨਾਂ ਨਸ਼ਿਆਂ ਦੇ ਵਿੱਚ। ਹੁਣ ਤਾਂ ਉਹ ਤੋਂ ਅਗਲੀ ਜਨਰੇਸ਼ਨ ਜਿਹੜੀ ਆ ਜੀ ਉਹਨੂੰ ਕਿਸੇ ਤਰੀਕੇ ਦੇ ਨਾਲ ਬਚਾਇਆ ਜਾ ਸਕੇ। ਪਰ ਸਵਾਲ ਇਹ ਆ, ਤੁਸੀਂ ਉੱਥੇ ਬੈਠੇ ਫਿਕਰਮੰਦ ਹੋ, ਇੱਥੇ ਬੈਠੇ ਜਿਹੜੇ ਲੋਕ ਨੇ ਉਹ ਫਿਕਰਮੰਦ ਨਹੀਂ ਜੀ। ਸਾਡੇ ਵਿੱਚ ਅੱਜ ਵੀ ਉਹ ਅੜਬਾਊਪੁਣਾ, ਕਿਸੇ ਨੂੰ ਗੱਲ ਜਿਹੜੀ ਹੈ ਜੀ ਉਹ ਕਿਸੇ ਦੀ ਸਹਿਣੀ ਨਾ, ਕਿਸੇ ਦੀ ਗੱਲ ਕੱਟਣੀ, ਜਿਹੜੀ ਆਪਣਾ ਆਪ ਹੀ ਹਉਮੈ ਜਿਹੜੀ ਹੈ ਜੀ ਉਹਨੂੰ ਹੀ ਪੱਠੇ ਪਾਈ ਜਾਣੇ, ਇਹ ਚੀਜ਼ਾਂ ਅਜੇ ਵੀ ਬਹੁਤ ਜਿਹੜੀਆਂ ਜ਼ਿਆਦਾ ਨੇ। ਮੈਂ ਇੱਕ ਚਿੰਤਕ ਨੇ ਉਹਨਾਂ ਦੇ ਵਿਚਾਰ ਸੁਣ ਰਿਹਾ ਸੀਗਾ, ਮੈਂ ਉਹ ਕੋਈ ਪੂਰੇ ਨਹੀਂ ਤੁਹਾਨੂੰ ਸੁਣਾਉਣੇ, ਪਰ ਕਿਸੇ ਟਾਈਮ ਕੋਈ ਜਿਹੜੀ ਗੱਲ ਆ ਨਾ ਕੀਤੀ ਹੋਈ ਬੜੀ ਪਿੰਚ ਕਰ ਜਾਂਦੀ। ਉਹ ਕਹਿੰਦੇ ਕਿ ਉਹ ਲੋਕ ਜਿਹੜੇ ਕੁਛ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਜਿਹੜੇ ਉਹ ਗਰਕ ਹੋ ਜਾਇਆ ਕਰਦੇ ਸਨ, ਜਿਨ੍ਹਾਂ ਤੋਂ ਇਹ ਪਤਾ ਲੱਗਦਾ ਸੀਗਾ ਕਿ ਇਹਨਾਂ ਦਾ ਹੁਣ ਕੋਈ ਪੁੱਛ ਪ੍ਰਤੀਤ ਨਹੀਂ ਹੋਣੀ। ਉਹਦੇ ਵਿੱਚ ਨਸ਼ੇ, ਉਹਦੇ ਵਿੱਚ ਜਿਹੜੀ ਜੀ ਗੈਂਗਵਾਰ,
ਉਹਦੇ ਵਿੱਚ ਜਨਾਨੀਬਾਜੀ, ਉਹਦੇ ਵਿੱਚ ਲੜਾਈਆਂ ਝਗੜੇ ਕਤਲੋ ਗਾਰਤ। ਉਹ ਕਹਿੰਦੇ ਕਿਹੜੀ ਚੀਜ਼ ਆ ਇੱਥੇ ਪੰਜਾਬ ਦੇ ਵਿੱਚ ਜਿਹੜੀ ਇਹਨਾਂ ਦੇ ਵਿੱਚੋਂ ਹੈ ਨਹੀਂ ਗੀ, ਜਿਹਦੇ ਵਿੱਚੋਂ ਐਕਚੁਅਲੀ ਸਾਰਾ ਕੁਝ ਕੱਢਣ ਦੇ ਵਾਸਤੇ ਇਹ ਜਿਹੜੇ ਆ ਜੀ ਇਹ ਧਰਮ ਬਣਿਆ ਸੀਗਾ। ਜਿਹੜੇ ਸਾਡੇ ਵੱਡੇ ਵਡੇਰੇ ਸੀਗੇ ਜਿਹੜਾ ਉਹਨਾਂ ਨੇ ਇਹਨੂੰ ਇੱਕ ਸੁੱਚੇ ਤਰੀਕੇ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਜੀ। ਅੱਜ ਸਾਰਾ ਕੁਝ ਹੀ ਉੱਥੇ ਆ ਗਿਆ ਜੀ। ਕੁਝ ਗੱਲਾਂ ਇਹੋ ਜਿਹੀਆਂ ਵੀ ਨੇ ਧਾਰਮਿਕ ਸਥਾਨਾਂ ਦੇ ਉੱਤੇ ਮੇਨ ਜਿਨ੍ਹਾਂ ਦੇ ਅਸੀਂ ਐਡੀ ਦੂਰੋਂ ਚੱਲ ਕੇ ਜਾਂਦੇ ਹਾਂ, ਉੱਥੇ ਕੀ ਹੁੰਦਾ ਸਰਾਵਾਂ ਦੇ ਵਿੱਚ, ਸੀਰੀਅਸਲੀ ਮੈਂ ਉਹ ਰੇਡੀਓ ਦੇ ਉੱਤੇ ਸਾਂਝਾ ਨਹੀਂ ਕਰ ਸਕਦਾ ਕਿਉਂਕਿ ਸਿਆਣੇ ਕਹਿੰਦੇ ਨੇ ਝੱਗਾ ਚੁੱਕੋ ਢਿੱਡ ਆਪਣਾ ਹੀ ਨੰਗਾ ਹੁੰਦਾ। ਤੋ ਇਹੋ ਜਿਹੀਆਂ ਚੀਜ਼ਾਂ ਜਦੋਂ ਨਿਗਾਰ ਆ ਗਿਆ ਇੰਨਾ ਜਿਹੜਾ ਜੀ, ਤੇ ਉੱਥੇ ਕੀ ਕੀਤਾ ਜਾਊਗਾ ਜੀ। ਮਤਲਬ ਕਿ ਮੈਂ ਨਿਰਾਸ਼ਾਵਾਦੀ ਤਾਂ ਨਹੀਂ ਗਿਆ ਕਿ ਕੁਝ ਨਹੀਂ ਹੋ ਸਕਦਾ, ਪਰ ਕੀਤਾ ਕੀ ਜਾਵੇ, ਦੀਦਾ ਵੀ ਕੱਖ ਨਹੀਂ ਗਾ ਜੀ ਅੱਗੇ। ਜੀ ਕਰਮਜੀਤ ਜੀ ਸਤਿ ਸ਼੍ਰੀ ਅਕਾਲ। ਕਰਮਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਪੰਨੂ ਸਾਹਿਬ, ਮੇਰਾ ਸਵਾਲ ਇਹ ਸੀਗਾ ਵੀ ਪਿਛਲੇ ਹਫ਼ਤੇ ਵੀ ਕੀਤਾ ਸੀਗਾ ਵੀ ਆਪਣੇ ਇਹ ਜਿਹੜਾ ਪਾਵਰਕੌਮ ਨੇ ਜਿਹੜੇ ਪਲਾਂਟ ਤੁਸੀਂ ਕਹਿੰਦੇ ਗੋਇੰਦਵਾਲ ਸਾਹਿਬ ਲਾਏ ਸੀਗੇ ਤੇ ਉਹ ਬਾਦਲਾਂ ਨੇ ਆਪਣੇ ਨਾਲ ਲੜਾ ਕੇ ਉਹਨਾਂ ਤੋਂ ਪੈਸੇ ਖਾਂਦੇ ਸੀ ਤੇ ਉਹਨਾਂ ਨੇ ਦੂਜੇ ਪਲਾਂਟ ਬੰਦ ਕਰ ਦਿੱਤੇ ਸੀਗੇ। ਇਹ ਕਾਂਗਰਸ ਗੌਰਮੈਂਟ ਆਪਣੇ ਪਲਾਂਟ ਦੁਬਾਰਾ ਉਹ ਚਾਲੂ ਕਰਾਊਗੀ ਜਾਂ ਨਹੀਂ ਕਰਾਊਗੀ, ਬਠਿੰਡੇ ਵਾਲਾ ਤੇ ਰੋਪੜ ਵਾਲਾ, ਕਿ ਉਸ ਤਰ੍ਹਾਂ ਹੀ ਮਤਲਬ ਅਕਾਲੀਆਂ ਵੀ ਉਹ ਕੰਮ ਕਰਨਗੇ ਦੂਜੇ ਪਲਾਂਟਾਂ ਦੇ ਨਾਲ ਹੀ? ਇਹ ਦੱਸੋ ਇਹਦਾ। ਥੈਂਕ ਯੂ। ਇੱਕ ਤਾਂ ਬਠਿੰਡੇ ਵਾਲਾ ਜਿਹੜਾ ਜੀ ਉਹ ਸ਼ੁਰੂ ਹੋਇਆ, ਦੇਖੋ ਸਰ ਇਸ ਵੇਲੇ ਤੌਰ ਤਰੀਕੇ ਜਿਹੜੇ ਆ ਨਾ ਜੀ ਉਹ ਬਦਲਣੇ ਪੈਣਗੇ। ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਹੋਰੀ ਇੰਡਸਟਰੀ ਨੂੰ ਜਿਹੜਾ ਜੀ ਲੈਣ ਦੇ ਵਾਸਤੇ ਮੁੰਬਈ ਗਏ ਸੀਗੇ ਤੇ ਉੱਥੇ ਇਹਨਾਂ ਨੇ ਇੱਕ ਗੱਲ ਕੀਤੀ ਸੀ, ਉਹਦੇ ਵਿੱਚ ਸਾਰਾ ਕੁਝ ਹੀ ਪਿਆ ਉਸ ਗੱਲ ਦੇ ਵਿੱਚ ਕਿ ਤੁਸੀਂ ਆਓ ਅਸੀਂ 5 ਰੁਪਏ ਪਰ ਯੂਨਿਟ ਤੁਹਾਨੂੰ ਬਿਜਲੀ ਦੇਵਾਂਗੇ। ਰਿਲਾਇੰਸ ਵਾਲੇ ਕਹਿੰਦੇ ਤੁਸੀਂ ਸਾਡੇ ਕੋਲੋਂ $2.25 ਰੁਪਏ ਲਓ। ਮਹਿੰਦਰਾ ਵਾਲੇ ਕਹਿੰਦੇ ਅਸੀਂ ਤੁਹਾਨੂੰ $1.5 ਰੁਪਏ ਯੂਨਿਟ ਜਿਹੜੀ ਆ ਜੀ ਉਹ ਬਿਜਲੀ ਦੇਵਾਂਗੇ। ਭਾਵ ਕਿ ਜਿਹੜੀ ਬਿਜਲੀ ਬਾਹਰੋਂ ਲੈਣੀ ਜਿਹੜੀਆਂ ਪ੍ਰਾਈਵੇਟ ਫਰਮਾਂ ਨੇ ਹੁਣ ਇਸ ਖੇਤਰ ਦੇ ਵਿੱਚ ਬਹੁਤ ਜਿਹੜੀਆਂ ਜੀ ਉਹ ਆ ਗਈਆਂ ਨੇ, ਕਿਉਂ ਨਾ ਉਹਨਾਂ ਤੋਂ ਲਈ ਜਾਵੇ ਜੀ। $1.5 ਰੁਪਏ ਨੂੰ ਤੁਹਾਨੂੰ ਯੂਨਿਟ ਜਿਹੜਾ ਜੀ ਉਹ ਮਿਲ ਰਿਹਾ, ਤੁਸੀਂ ਉਹਨੂੰ ਜਿਹੜਾ ਲਓ $2.25 ਰੁਪਏ ਨੂੰ ਤੁਹਾਨੂੰ ਮਿਲ ਰਿਹਾ, ਉੱਥੋਂ ਤੁਸੀਂ ਜਿਹੜਾ ਜੀ ਉਹ ਲਓ। ਪਰ ਸਵਾਲ ਉਹਦੇ ਵਿੱਚ ਇਹ ਆ ਕਿ ਜਿਹੜਾ ਇੱਕ ਰਾਜਪੁਰੇ ਵਾਲਾ ਪਲਾਂਟ ਜਿਹੜਾ ਲੱਗਿਆ ਥਰਮਲ ਪਲਾਂਟ, ਇੱਕ ਗੋਇੰਦਵਾਲ ਸਾਹਿਬ ਜਿਹੜਾ ਜੀ ਉਹ ਪਲਾਂਟ ਲੱਗਿਆ, ਉਹ 25 ਸਾਲ ਦੇ ਸਮਝੌਤੇ ਜਿਹੜੇ ਆ ਜੀ ਉਹ ਕੀਤੇ ਗਏ ਆ ਉਹਨਾਂ ਫਰਮਾਂ ਦੇ ਨਾਲ। ਉਹਨਾਂ ਤੋਂ ਬਿਜਲੀ ਜਿਹੜੀ ਆ ਜੀ ਉਹ ਲਈ ਜਾ ਰਹੀ ਆ 3.5 ਰੁਪਏ $4 ਰੁਪਏ ਜਿਹੜੀ। ਜੇ ਮੰਨ ਲਓ ਸਰਟਨ ਜਿਹੜੀ ਉਹਦੇ ਵਿੱਚ ਲਿਖੀ ਆ ਕਿ ਇੰਨੀ ਬਿਜਲੀ ਲਵਾਂਗੇ ਉਹਦੇ ਪੈਸੇ ਦੇਵਾਂਗੇ, ਜੇ ਤੁਸੀਂ ਉਹਨਾਂ ਤੋਂ ਨਹੀਂ ਬਿਜਲੀ ਲੈਂਦੇ ਤੁਹਾਨੂੰ ਉਹਨਾਂ ਨੂੰ ਪੈਸੇ ਦੇਣੇ ਪੈਣੇ ਆ। ਇਹ ਸਮਝੌਤੇ ਜਿਹੜੇ ਆ ਜੀ ਇੱਕ ਬਹੁਤ ਤਕੜੇ ਹੋ ਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਰੱਦ ਕਰਨੇ ਪੈਣਗੇ ਜੀ। ਇਹ ਠੀਕ ਆ ਕਿ ਇਹ ਏਡਾ ਸੌਖਾ ਨਹੀਂਗਾ, ਪਰ ਮੇਰਾ ਖਿਆਲ ਸ਼ਾਇਦ ਜਿਹੜੀਆਂ ਵਿਰੋਧੀ ਧਿਰਾਂ ਨੇ, ਚਲੋ ਅਕਾਲੀ ਦਲ ਨੇ ਤਾਂ ਇਹਦੇ ਵਿੱਚ ਸਾਥ ਨਹੀਂ ਦੇਣਾ, ਆਮ ਆਦਮੀ ਪਾਰਟੀ ਨੂੰ ਇਹਦੇ ਵਿੱਚ ਜਿਹੜਾ ਜੀ ਉਹ ਸਾਥ ਦੇਣਾ ਚਾਹੀਦਾ। ਧੜੱਲੇ ਨਾਲ ਇਹ ਗੱਲ ਕਹਿਣੀ ਚਾਹੀਦੀ ਆ ਕਿ ਜੇ ਇਹਨਾਂ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਸੌਦੇ ਰੱਦ ਕਰਨਾ ਚਾਹੁੰਦੇ ਨੇ ਕੈਪਟਨ ਅਮਰਿੰਦਰ ਸਿੰਘ ਹੋਰੀ, ਤੇ ਉਹਨਾਂ ਨੂੰ ਅਨਕੰਡੀਸ਼ਨਲ ਸਪੋਰਟ ਇਸ ਮਾਮਲੇ ਦੇ ਉੱਤੇ ਕਰਨੀ ਚਾਹੀਦੀ ਆ, ਕਿਉਂਕਿ ਇਹ ਤਾਂ ਇੰਨੇ ਜ਼ਿਆਦਾ ਜਿਹੜੇ ਜੀ ਤੁਸੀਂ ਕਹ ਲਓ ਕਿ ਮਗਰਮੱਛ ਨੇ, ਚਰੂੰਡ ਜਾਣਗੇ ਪੰਜਾਬ ਦੇ ਜਿਹੜਾ ਜੀ ਉਹ ਲੋਕਾਂ ਨੂੰ। ਇੱਕ ਆਮ ਬੰਦਾ ਗਰੀਬ ਜਿਹਦੇ ਘਰ ਦੇ ਵਿੱਚ ਇੱਕ ਲਾਈਟ ਆ ਇੱਕ ਪੱਖਾ ਆ, ਜੇ 5-5 ਹਜ਼ਾਰ ਰੁਪਈਆ ਉਹਦਾ ਵੀ ਜਿਹੜਾ ਜੀ ਉਹ ਬਿੱਲ ਆ ਰਿਹਾ, ਉਹ ਵਿਚਾਰਾ ਜਾਊਗਾ ਕਿੱਧਰ ਨੂੰ ਜੀ? ਉਹ ਮੋਮਬੱਤੀਆਂ ਦੇ ਵਾਪਸ ਆਊਗਾ ਜੀ। ਮਹੇਸ਼ਿੰਦਰ ਸਿੰਘ ਜੀ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਮੈਂ ਤੁਹਾਨੂੰ ਗੱਲ ਪੁੱਛਣੀ ਸੀ ਵੀ ਤੁਹਾਨੂੰ ਲੱਗਦਾ ਵੀ ਪਿਛਲੇ 3 ਸਾਲਾਂ 'ਚ ਆਲਮੋਸਟ 3 ਸਾਲ ਹੋ ਗਏ ਮੋਦੀ ਸਾਹਿਬ ਦੀ ਸਰਕਾਰ ਬਣੀ ਨੂੰ, ਵੀ ਪ੍ਰੈਕਟੀਕਲੀ ਉਹਨਾਂ ਨੇ ਕੋਈ ਡਿਵੈਲਪਮੈਂਟ ਦੇ ਕੰਮ ਕੀਤੇ ਆ? ਕੋਈ ਟ੍ਰੇਨਾਂ ਚਲਾਈਆਂ ਨੇ ਜਾਂ ਕੋਈ ਫਲਾਈਓਵਰ ਬਣੇ ਨੇ ਜਾਂ ਕੋਈ ਸੜਕਾਂ ਬਣੀਆਂ ਨੇ? ਕਿਤੇ ਇਹ ਤਾਂ ਨਹੀਂ ਵੀ ਬੀਜੇਪੀ ਇਸ ਦੀ ਆੜ ਦੇ ਵਿੱਚ ਸਰਕਾਰ ਦੀ ਆੜ ਦੇ ਵਿੱਚ ਹੀ, ਜਿਵੇਂ ਪਹਿਲਾਂ ਜੈਨ ਮਤ ਗਰਕ ਗਿਆ, ਇੱਥੇ ਬੁੱਧ ਮਤ ਗਰਕ ਗਿਆ, ਤੇ ਹੁਣ ਜਿਹੜੀਆਂ ਛੋਟੀਆਂ ਕੌਮਾਂ ਨੇ ਹੌਲੀ ਹੌਲੀ ਜਿਸ ਤਰ੍ਹਾਂ ਇਹ ਜਿੱਤਦੇ ਜਾਂਦੇ ਨੇ, ਜਿਸ ਮਤਲਬ ਕਿ ਹਿੰਦੂਤਵ ਦੇ ਮੁੱਦੇ ਨੂੰ ਲੈ ਕੇ ਇਹ ਹਰ ਜਗ੍ਹਾ ਤੇ ਜਿੱਤ ਰਹੇ ਨੇ, ਕਿਤੇ ਇਹ ਤਾਂ ਨਹੀਂ ਵੀ ਹੌਲੀ ਹੌਲੀ ਸਾਰੀਆਂ ਛੋਟੀਆਂ ਕੌਮਾਂ ਨੂੰ ਇਹ ਖਤਮ ਕਰਨ ਤੇ ਤੁਲੇ ਹੋਏ ਨੇ? ਕਿਉਂਕਿ ਡਿਵੈਲਪਮੈਂਟ ਦਾ ਪਿਛਲੇ 3 ਸਾਲਾਂ ਦੇ ਵਿੱਚ ਸਾਡੇ ਹਿਸਾਬ ਨਾਲ ਤਾਂ ਕੋਈ ਨਹੀਂ ਜੀ। ਤੁਸੀਂ ਪੱਤਰਕਾਰ ਹੋ, ਤੁਸੀਂ ਬਿਹਤਰ ਦੱਸ ਸਕਦੇ ਹੋ। ਥੈਂਕ ਯੂ। ਡਿਵੈਲਪਮੈਂਟ ਲਫ਼ਜ਼ਾਂ ਦੇ ਰੂਪ 'ਚ ਹੀ ਹੋਈ ਹੈ। ਜਿਹੋ ਜੀ ਡਿਵੈਲਪਮੈਂਟ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪੰਜਾਬ 'ਚ ਕੀਤੀ ਸੀ, ਉਹੋ ਜੀ ਡਿਵੈਲਪਮੈਂਟ ਜਿਹੜੀ ਹੈ ਜੀ ਉਹ ਭਾਰਤ 'ਚ ਹੋਈ ਹੈ। ਡਿਜੀਟਲ ਇੰਡੀਆ, ਮੇਕ ਇਨ ਇੰਡੀਆ, ਜਨ ਧਨ ਖਾਤੇ, ਇਹ ਸਭ ਕਾਗਜ਼ੀ ਨੇ ਜੀ। ਸਭ ਕੁਝ ਜਿਹੜਾ ਉਹ ਕਾਗਜ਼ਾਂ ਦੇ ਵਿੱਚ ਜਿਹੜਾ ਉਹ ਹੋਇਆ। ਭਾਰਤ ਦੀ ਗਰੋਥ ਰੇਟ ਜਿਹੜੀ ਹੈ ਜੀ ਉਹ ਡਾਊਨ ਗਈ ਹੈ। ਜੇ ਤਰੱਕੀ ਹੋਈ ਹੁੰਦੀ ਤੇ ਉਹ ਡਾਊਨ ਨਾ ਜਾਂਦੀ। ਜਿਹੜੇ ਡੀਮੋਨੇਟਾਈਜੇਸ਼ਨ ਵਰਗੇ ਜਿਹੜੇ ਸੀਗੇ ਆ, ਨੋਟਬੰਦੀ ਵਰਗਾ ਜਿਹੜਾ ਜੀ ਉਹ ਫੈਸਲਾ ਇਹੋ ਜਿਹਾ ਲੈ ਲੈਣਾ, ਮੈਨੂੰ ਪਰਸਨਲੀ ਤੌਰ ਦੇ ਉੱਤੇ ਕਿਸੇ ਦੂਰ ਅੰਦੇਸ਼ੀ ਵਾਲਾ ਫੈਸਲਾ ਲੱਗਦਾ ਹੀ ਨਹੀਂ ਗਾ ਜੀ, ਕਿਸੇ ਹਾਲਤ 'ਚ ਨਹੀਂ ਲੱਗਦਾ। ਜਿਹੜਾ ਜੀ ਮੈਂ ਇੱਕ ਬਿਆਨ ਸੁਣਿਆ ਸੀਗਾ ਜਿਹਦੇ ਵਿੱਚ ਇਹ ਕਿਹਾ ਗਿਆ ਸੀਗਾ ਜੀ ਕਿ ਜਿਹੜੇ
ਵੱਡੇ ਵੱਡੇ ਅਰਥ ਸ਼ਾਸਤਰੀ ਨੇ ਉਹਨਾਂ ਦੀ ਗੱਲ ਇਹ ਸਮਝ ਦੇ ਵਿੱਚ ਨਹੀਂ ਆਈ। ਇਹ ਬੜਾ ਇੱਕ ਜ਼ਿੰਮੇਵਾਰੀ ਨਾਲ ਬਿਆਨ ਦਿੱਤਾ ਜਾ ਰਿਹਾ ਸੀਗਾ ਕਿ ਇਹ ਨੋਟਬੰਦੀ ਕੀ ਆ। ਉਹ ਹੁਣ ਲੱਗਦਾ ਵਾਕਿਆ ਹੀ ਉਹਨਾਂ ਦੀ ਗੱਲ ਸਮਝ ਨਹੀਂ ਆਈ ਵੀ ਇਹ ਕੀਤਾ ਕੀ ਜਾ ਰਿਹਾ ਜੀ। ਇਹ ਸਮਝ ਨਹੀਂ ਆ ਰਹੀ ਕਿਸੇ ਨੂੰ ਵੀ ਇਹ ਕੀ ਹੋ ਕੀ ਰਿਹਾ ਜੀ। ਪਰ ਜਿਹੜੀ ਗੱਲ ਤੁਸੀਂ ਕਹੀ ਆ ਸ਼ਾਇਦ ਉਹੀ ਹੋ ਰਿਹਾ ਜੀ। ਜੀ ਤੇ ਜੀ ਇਸੇ ਦੇ ਨਾਲ ਸਾਡਾ ਖਬਰਾਂ ਦਾ ਬੁਲਟਨ ਤੇ ਤੁਹਾਡੇ ਸਵਾਲ ਜਵਾਬ ਇੱਥੇ ਹੀ ਸਮਾਪਤ ਆ। ਤੇ ਹੁਣ ਬਲਤੇਜ ਪੰਨੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ ਔਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜਿਨ੍ਹਾਂ ਦੇ ਨਾਲ ਅਸੀਂ ਸੋਮਵਾਰ ਨੂੰ ਤੁਹਾਡੇ ਸਵਾਲ ਜਵਾਬ ਹੁੰਦੇ ਨੇ ਜੀ। ਤੇ ਹੁਣ ਇਸੇ ਦੇ ਨਾਲ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।